इस प्रोग्राम के स्पॉन्सर ने आर्लिंगटन ट्रक स्टॉप, PNJ फ्यूल ਅਤੇ ਵੈਂਕੋ ਟਰੱਕ ਐਂਡ ਆਟੋ ਪਲਾਜ਼ਾ। ਸਭ ਤੋਂ ਪਹਿਲਾਂ ਬਾਜ਼ ਟੀਵੀ ਦੇਖਣ ਵਾਲੇ ਦੁਨੀਆ ਭਰ ਦੇ ਵਿੱਚ ਦਰਸ਼ਕਾਂ ਨੂੰ ਹਰਵਿੰਦਰ ਰਿਆੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਸ ਤੋਂ ਬਾਅਦ ਟੀਵੀ ਨੂੰ ਤੁਸੀਂ ਦੁਨੀਆ ਭਰ ਦੇ ਵਿੱਚ IP ਦੇ ਉੱਤੇ ਦੇਖ ਰਹੇ ਹੋ, IP ਗੋਲਡ ਦੇ ਉੱਤੇ 2826 ਦੇ ਉੱਤੇ ਦੇਖ ਰਹੇ ਹੋ, ਜਦਕਿ IP ਜੈਮ ਦੇ ਉੱਤੇ ਤੁਸੀਂ 359 ਦੇ ਉੱਤੇ ਦੇਖ ਰਹੇ ਹੋ। ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਤੁਸੀਂ ਰੀਅਲ TV ਦੇ ਉੱਤੇ ਬਾਜ਼ ਟੀਵੀ ਨੂੰ ਦੇਖ ਰਹੇ ਹੋ। ਬਾਜ਼ ਟੀਵੀ ਨੂੰ ਤੁਸੀਂ eBaba ਐਪ ਔਰ ਫਾਸਟਵੇ ਐਪ ਦੇ ਉੱਤੇ ਵੀ ਦੇਖ ਰਹੇ ਹੋ, ਔਰ ਬਾਜ਼ ਟੀਵੀ ਨੂੰ ਤੁਸੀਂ ਇਸ ਵੇਲੇ ਬਕਾਇਦਾ ਤੌਰ ਦੇ ਉੱਤੇ ਬਾਜ਼ ਟੀਵੀ ਦੇ ਫੇਸਬੁੱਕ ਪੇਜ ਔਰ YouTube ਪੇਜ ਦੇ ਉੱਤੇ ਵੀ ਦੇਖ ਰਹੇ ਹੋ। 100 ਦਿਨਾਂ ਦੇ ਲੇਖੇ ਜੋਖੇ ਤੱਕ ਦਾ ਇਸ ਸ਼ੁੱਕਰਵਾਰ ਤੱਕ ਦਾ ਸਫ਼ਰ ਜਿਹੜਾ ਸੀ ਉਹ ਬੜੀ ਬੇਬਾਕੀ ਦੇ ਨਾਲ ਕਮਰ ਸੰਧੂ ਹੋਰਾਂ ਦੀ ਜ਼ਬਾਨੀ ਵੀ ਤੁਸੀਂ ਸੁਣਿਆ, ਔਰ ਸੰਘਰਸ਼ ਜਿਹੜਾ ਉਹ ਦਿਨ ਬ ਦਿਨ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਜ਼ਾਲਮ ਸਰਕਾਰ ਦੇ ਨਾਲ ਬਕਾਇਦਾ ਤੌਰ ਦੇ ਉੱਤੇ ਟੱਕਰ ਲੈਂਦਾ ਅੱਗੇ ਵਧ ਰਿਹਾ ਹੈ, ਔਰ ਪੂਰੇ ਹਿੰਦੁਸਤਾਨ ਦੇ ਵਿੱਚ ਫੈਲਿਆ ਹੋਇਆ। ਭਾਵੇਂ ਕਿ ਗੋਦੀ ਮੀਡੀਆ ਜਾਂ ਕੁਝ ਹੋਰ ਮੀਡੀਆ ਜਿਹੜਾ ਉਹ ਸੰਘਰਸ਼ ਦੀ ਪਰਪੱਕਤਾ ਅਤੇ ਉਸ ਦੀ ਸਪਸ਼ਟਤਾ ਨੂੰ ਜਿਹੜਾ ਉਹ ਨਹੀਂ ਦਿਖਾ ਰਿਹਾ। ਇੱਥੋਂ ਤੱਕ ਕਿ ਹਰਕਤਾਂ ਇੱਥੋਂ ਤੱਕ ਵੀ ਪਹੁੰਚ ਗਈਆਂ ਕਿ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਮੋਦੀ ਭਗਤਾਂ ਦੀਆਂ 6 ਗੱਡੀਆਂ ਦਾ ਕਾਫਲਾ ਕਿਸਾਨ ਵਿਰੋਧੀ ਕੱਢਿਆ ਗਿਆ, ਜਦ ਕਿ 6 ਗੱਡੀਆਂ ਦੇ ਟਾਇਰਾਂ ਦੀ ਫੂਕ ਨਹੀਂ ਨਿਕਲੀ, ਸਗੋਂ ਭਾਰਤੀ ਜਨਤਾ ਪਾਰਟੀ ਦੇ ਵਿਦੇਸ਼ ਦੇ ਵਿੱਚ ਵਸਦੇ ਚਮਚਿਆਂ ਦੀ ਉਸ ਦੇ ਵਿੱਚ ਫੂਕ ਨਿਕਲੀ। ਔਰ ਦੂਜੀ ਕੋਸ਼ਿਸ਼ ਕੀਤੀ ਗਈ ਸਿਆਟਲ ਦੇ ਵਿੱਚ, ਵਾਸ਼ਿੰਗਟਨ ਸਟੇਟ ਦੇ ਵਿੱਚ, ਕਿ ਕਿਸਾਨ ਜਥੇਬੰਦੀਆਂ ਕਿਸਾਨ ਸੰਘਰਸ਼ ਤੇ ਸਿੱਖ ਕੌਮ ਦੇ ਖਿਲਾਫ ਜਿਹੜਾ ਪ੍ਰਚਾਰ ਕਰਨ ਵਾਸਤੇ ਕਾਫਲਾ ਕੱਢਿਆ ਜਾਵੇ। ਤੁਸੀਂ ਜਿਵੇਂ ਬਾਜ਼ ਟੀਵੀ ਦੀ ਫੇਸਬੁੱਕ ਪੇਜ ਦੇ ਉੱਤੇ ਵੀ ਉਹ ਨਿਊਜ਼ ਦੇਖੀ ਕਿ ਕਿਵੇਂ ਮੋਦੀ ਭਗਤਾਂ ਨੂੰ ਜਿਹੜਾ ਹੈ ਉਹ ਸ਼ਰਮਸਾਰ ਹੋਣਾ ਪਿਆ, ਜਦਕਿ ਗੱਡੀਆਂ ਉੱਥੇ ਵੀ 7 ਸਨ, ਉੱਥੇ ਵੀ ਸਿੱਖ ਨੌਜਵਾਨਾਂ ਨੇ ਔਰ ਸਾਡੀ ਕੌਮ ਦੇ ਜੁਝਾਰੂ ਲੋਕਾਂ ਨੇ ਉਹਨਾਂ ਇੱਕ ਵੀ ਗੱਡੀ ਨੂੰ ਲੰਘਣ ਨਹੀਂ ਦਿੱਤਾ। ਔਰ ਜਿਹੜੇ 6 ਗੱਡੀਆਂ ਦੇ ਵਿੱਚ 11 ਮੋਦੀ ਭਗਤ ਆਏ ਸਨ, ਉਹਨਾਂ ਨੂੰ ਅਖੀਰ ਦੇ ਉੱਤੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਆਪਣੀ ਜਾਨ ਛੁਡਾ ਕੇ ਸੁੱਕੇ ਬੁੱਲਾਂ ਦੇ ਨਾਲ ਘਰ ਵਾਪਸ ਪਰਤਣਾ ਪਿਆ। ਪੰਜਾਬੀ ਸਿੱਖ ਕਿਸਾਨ ਜਿੱਥੇ ਮਰਜ਼ੀ ਹੋਵੇ, ਮੈਂ ਸਮਝਾਂਗਾ ਕਿ ਸਿੱਖ ਤੇ ਜੱਦੋ-ਜਹਿਦ ਅੱਜ ਦੀ ਤਰੀਕ ਦੇ ਵਿੱਚ ਦੋਹਾਂ ਸ਼ਬਦਾਂ ਦੇ ਵਿੱਚ ਕੋਈ ਅੰਤਰ ਨਹੀਂ। ਔਰ ਜਿਸ ਢੰਗ ਦੇ ਨਾਲ ਇਕਜੁੱਟਤਾ ਦੀ ਗੱਲ ਹੋਈ ਹੈ ਅੱਜ ਦੀ ਤਰੀਕ ਦੇ ਵਿੱਚ, ਇਹ ਗੱਲਾਂ ਦੇ ਵਹਿਮ ਹਰਿਆਣੇ ਨੇ ਵੀ ਕੱਢੇ ਕਿ ਸਿੱਖ ਕੌਮ ਨੂੰ, ਪੰਜਾਬ ਨੂੰ ਆਪਣਾ ਵੱਡਾ ਭਰਾ ਜਿਹੜਾ ਉਹ ਐਕਸੈਪਟ ਕਰਕੇ ਸਰਕਾਰਾਂ ਜਿਹੜੀਆਂ ਕਿ ਬਾਕਾਇਦਾ ਤੌਰ ਦੇ ਉੱਤੇ ਸਿੱਖ ਨੂੰ ਇਹ ਕਹਿੰਦੀਆਂ ਸਨ ਕਿ ਸਿੱਖ ਜਿਹੜੇ ਨੇ ਉਹ ਲੜਾਕੂ ਨੇ ਔਰ ਸਾਡੇ ਉੱਤੇ ਇੱਕ ਅੱਤਵਾਦ ਦਾ ਔਰ ਅੱਤਵਾਦੀ ਹੋਣ ਦਾ ਬਹੁਤ ਵੱਡਾ ਧੱਬਾ ਜਿਹੜਾ ਸੀ ਉਹ ਕਿਸਾਨ ਸੰਘਰਸ਼ ਦੇ ਵਿੱਚ ਵੀ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਹ ਕੋਸ਼ਿਸ਼ ਉਸ ਚੀਜ਼ ਦਾ ਦੂਸਰਾ ਰੂਪ ਸੀ, ਜਿਵੇਂ ਸੁਰਜੀਤ ਪਾਤਰ ਨੇ ਕਿਹਾ ਸੀ ਕਿ ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ, ਮਿਰਚਾਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ। ਇਹ ਮਿਰਚਾਂ ਜ਼ਹਿਰੋਂ ਕੌੜੀਆਂ ਅੱਗ ਦੇ ਵਿੱਚ ਸੜੀਆਂ, ਇਹ ਕਿੱਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿੱਚ ਵੜੀਆਂ, ਪਹਿਲੀ ਫਸਲ ਇਹਨਾਂ ਦੀ ਗਈ ਉਦੋਂ ਸੀ ਵੱਡੀ, ਆਪੇ ਜਦ ਪੰਜਾਬੀਆਂ ਪੰਜਾਬੀ ਛੱਡੀ, ਫਸਲ ਦੂਸਰੀ ਵਾਸਤੇ ਬੀ ਗਏ ਖਿਲਾਰੇ, ਵੱਢੇ ਗਏ ਨਿਰਦੋਸ਼ ਜਦੋਂ ਰਾਹ ਜਾਂਦੇ ਮਾਰੇ, ਵੱਢਣ ਵਾਲੇ ਕੌਣ ਸਨ ਇਹ ਭੇਦ ਨਾ ਲੱਗਾ, ਪਰ ਬੇਦੋਸ਼ਾ ਖੂਨ ਤਾਂ ਪੱਗਾਂ ਸਿਰ ਲੱਗਾ, ਚੌਂਕ ਚਰਾਹੇ ਸੜਦੀਆਂ ਪੱਗਾਂ ਹੀ ਪੱਗਾਂ, ਪੱਗਾਂ ਸਿਰ ਸਿਰ ਨਿਕਲਦੀਆਂ ਅੱਗਾਂ ਹੀ ਅੱਗਾਂ। ਇਸ ਚੀਜ਼ ਨੂੰ 35 ਸਾਲ ਬਾਅਦ ਮੁੜ ਦੁਹਰਾਉਣ ਦੀ ਕੋਸ਼ਿਸ਼ ਕੀਤੀ ਗਈ। ਫਰਕ ਸਿਰਫ ਇੰਨਾ ਸੀ, ਏਜੰਸੀਆਂ ਦਾ ਰੂਪ ਉਹੀ ਸੀ ਜੋ 84 ਵੇਲੇ ਸੀ, ਪਰ ਤਖਤ ਦੇ ਉੱਤੇ ਨਾਜ਼ੀ ਦੀ ਰੂਹ ਇੰਦਰਾ ਗਾਂਧੀ ਦੀ ਥਾਂ ਦੇ ਉੱਤੇ ਔਰੰਗਜ਼ੇਬ ਦੀ ਰੂਹ ਜਿਹੜੀ ਹੈ ਉਹ ਨਰਿੰਦਰ ਮੋਦੀ ਦੇ ਰੂਪ ਦੇ ਵਿੱਚ ਕਾਬਜ਼ ਸੀ। ਪਰ ਮੈਂ ਇਹ ਸਮਝਾਂਗਾ ਕਿ ਜਿਸ ਢੰਗ ਦੇ ਨਾਲ ਵਿਦੇਸ਼ਾਂ ਦੇ ਵਿੱਚ ਵਸਦਾ ਸਿੱਖ ਜਿਹੜਾ ਸੀ ਉਸ ਨੂੰ ਸੰਘਰਸ਼ਮਈ ਤੌਰ ਦੇ ਉੱਤੇ ਲੈ ਕੇ ਗਿਆ, ਉੱਥੇ ਇਸ ਸੰਘਰਸ਼ ਦੇ ਵਿੱਚੋਂ ਬਹੁਤ ਚੀਜ਼ਾਂ ਜਿਹੜੀਆਂ ਸੀ ਉਹ ਉੱਭਰ ਕੇ ਬਾਹਰ ਆਈਆਂ। ਜਦੋਂ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਕੋਈ ਪਾਰਟੀ ਕਰਦੇ, ਕੋਈ ਮਹਿਫਲ ਸਜਾਉਂਦੇ, ਕੋਈ 15-20 ਬੰਦੇ ਇਕੱਠੇ ਕਰਦੇ, ਚਾਹੇ ਅਸੀਂ ਧਾਰਮਿਕ ਪ੍ਰਵਿਰਤੀ ਦੇ ਨਾਲ ਵੀ ਇਕੱਠੇ ਹੁੰਦੇ, ਤਾਂ ਸਾਡੇ ਮਨ ਮੰਦਰਾਂ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਕਿ ਜੀ ਹੁਣ ਪੰਜਾਬ ਦੇ ਨਾਲੋਂ ਤਾਂ ਤਕਰੀਬਨ ਅਸੀਂ ਟੁੱਟ ਚੁੱਕੇ ਹਾਂ, ਅਸੀਂ ਹਾਂ, ਜਿੰਨੇ ਕੁ ਸਾਹ ਸਾਡੇ 'ਚ ਨੇ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਜਾਵਾਂਗੇ, ਪਰ ਹੁਣ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਇਹਨਾਂ ਨੂੰ ਪਿੰਡਾਂ ਦਾ, ਖੇਤਾਂ ਦਾ, ਆਪਣਿਆਂ ਦਾ, ਘਰਾਂ ਦਾ, ਸਰਦਲਾਂ ਦਾ, ਦਰਵਾਜ਼ਿਆਂ ਦਾ ਕੋਈ ਅਹਿਸਾਸ ਨਹੀਂ। ਇਹਨਾਂ ਨੇ ਕਿੱਥੋਂ ਜਾਣਾ, ਇਹਨਾਂ ਨੂੰ ਤਾਂ ਕੁਝ ਵੀ ਨਹੀਂ ਪਤਾ, ਆਪਣਾ ਪੜ੍ਹਦੇ ਨੇ, ਇੱਥੇ ਜੋਗੇ ਨੇ।
ਇਹ ਗੱਲ ਜਿਹੜੀ ਸੀ ਕਿਤੇ ਨਾ ਕਿਤੇ ਤੌਰ ਦੇ ਉੱਤੇ ਆਤਮਿਕ ਤੌਰ ਦੇ ਉੱਤੇ ਜਿੱਥੇ ਸਾਨੂੰ ਆਪਣੀ ਪ੍ਰਗਤੀ ਤੇ ਤਰੱਕੀ ਦੇ ਉੱਤੇ ਮਾਣ ਵੀ ਸੀ, ਔਰ ਉੱਥੇ ਨਾਲ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਪ੍ਰਗਤੀ ਤੇ ਤਰੱਕੀ ਦੇ ਮਾਣ ਦੇ ਨਾਲ ਸਾਨੂੰ ਇਹ ਚੀਜ਼ ਕਿਤੇ ਨਾ ਕਿਤੇ ਜਿਹੜੀ ਆ ਉਹ ਝੋਰਾ ਵੱਢ ਕੇ ਵੀ ਖਾਂਦੀ ਸੀ ਕਿ ਕੀ ਸਾਡੇ ਤੋਂ ਬਾਅਦ ਵਿਦੇਸ਼ ਤੇ ਵਸਣ ਤੋਂ ਬਾਅਦ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀ ਵਿਰਾਸਤ ਨੂੰ ਗਵਾ ਦੇਣਗੀਆਂ, ਕਿਉਂਕਿ ਬੜਾ ਕੁਝ ਵਾਪਰ ਰਿਹਾ ਸੀ ਇਸ ਸੰਸਾਰ ਦੇ ਵਿੱਚ। ਪਰ ਕਿਸਾਨ ਅੰਦੋਲਨ ਨੇ ਇੱਕ ਚੀਜ਼ ਨਵੀਂ ਸਾਬਤ ਕਰ ਦਿੱਤੀ ਕਿ ਸਾਡੇ ਕਹਿਣ ਤੋਂ ਬਿਨਾਂ ਜਦੋਂ ਸਾਨੂੰ ਸਵੇਰੇ ਉੱਠਦਿਆਂ 18-19 ਸਾਲ ਯੂਨੀਵਰਸਿਟੀਆਂ ਸਾਡੇ ਕਾਲਜਾਂ ਦੇ ਵਿੱਚ ਪੜ੍ਹਦੇ ਬੱਚਿਆਂ ਦਾ ਪਤਾ ਲੱਗਦਾ ਹੈ ਵੀ ਤੁਸੀਂ ਕਿੱਥੇ ਜਾ ਰਹੇ ਹੋ, ਇਹ ਸਟicker ਕਿੱਥੋਂ ਆਏ ਹੈ, ਉਹਨਾਂ ਦਾ ਇੱਕ ਜਵਾਬ ਹੁੰਦਾ ਸੀ, ਸਵੇਰ ਨੂੰ ਅਸੀਂ ਕਿਸਾਨ ਰੈਲੀ ਕੱਢਣ ਜਾ ਰਹੇ ਹਾਂ। ਔਰ ਉਹ ਪੜ੍ਹਦੇ ਸਾਡੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਸੀ ਕਿ ਉਹਨਾਂ ਨੂੰ ਖਰੇ ਸਾਡੀ ਵਿਰਾਸਤ ਦਾ ਪਤਾ ਨਹੀਂ, ਪਰ ਜਿਸ ਢੰਗ ਦੇ ਨਾਲ ਉਹ ਆਪਣੇ ਭੈਣ ਭਰਾਵਾਂ ਦੇ ਨਾਲ, ਆਪਣੇ ਬਜ਼ੁਰਗਾਂ ਦੇ ਨਾਲ, ਆਪਣੀ ਕਿਰਸਾਨੀ ਦੇ ਨਾਲ, ਆਪਣੀ ਮਿੱਟੀ ਦੇ ਨਾਲ, ਆਪਣੀ ਧਰਾਤਲ ਦੇ ਨਾਲ, ਆਪਣੀ ਜ਼ਮੀਨ ਦੇ ਨਾਲ ਇੱਥੋਂ ਉਹਨਾਂ ਦੀ ਸੋਚ ਜੁੜੀ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮੈਂ ਸਮਝਾਂਗਾ ਕਿ ਸਾਡੇ ਵਿਦੇਸ਼ੀਆਂ ਵਾਸਤੇ ਸੁੱਖ ਦਾ ਸਾਹ ਸੀ। ਔਰ ਸਾਡੇ ਦੀਦਿਆਂ ਦੇ ਵਿੱਚ ਇਹ ਗੱਲ ਵੀ ਆਈ ਕਿ ਹੁਣ ਸਾਡੀ ਵਿਰਾਸਤ ਨੂੰ ਵਿਦੇਸ਼ ਦੇ ਵਿੱਚ ਵੀ ਕੋਈ ਖਤਰਾ ਨਹੀਂ, ਜਿਸ ਢੰਗ ਦੇ ਨਾਲ ਸਾਡੇ ਨੌਜਵਾਨਾਂ ਨੇ ਇੱਥੇ ਅਗਵਾਈ ਕੀਤੀ ਔਰ ਉਸ ਵਿਰਾਸਤ ਦੇ ਨਾਲ ਅਸੀਂ ਆਪਣੇ ਧਾਰਮਿਕ ਅਕੀਦੇ ਨੂੰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸੁਰੱਖਿਅਤ ਸਮਝਿਆ। ਬੜਾ ਚਿਰ ਪਹਿਲਾਂ ਡਾਕਟਰ ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੇਰੇ ਨਾਲ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ, ਅੱਜ ਤੋਂ 13 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਪੰਜਾਬੀ ਜ਼ਬਾਨ ਬਾਰੇ, ਗੁਰਮੁਖੀ ਜ਼ਬਾਨ ਬਾਰੇ ਫਿਕਰਮੰਦੀ ਦੀ ਗੱਲ ਹੁੰਦੀ ਸੀ ਤਾਂ ਮੈਨੂੰ ਡਾਕਟਰ ਜਸਪਾਲ ਸਿੰਘ ਨੇ ਕਿਹਾ ਸੀ, ਰਿਆੜ ਸਾਹਿਬ ਜਦੋਂ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਦੇ ਵਿੱਚ ਨੇ ਉਦੋਂ ਤੱਕ ਪੰਜਾਬੀ ਜ਼ੁਬਾਨ ਨੂੰ ਕੋਈ ਖਤਰਾ ਨਹੀਂ। ਅੱਜ 13 ਸਾਲ ਬਾਅਦ ਕਿਸਾਨ ਸੰਘਰਸ਼ ਦੇ ਵਿੱਚੋਂ ਉੱਡੇ ਜਜ਼ਬੇ ਤੇ ਧਾਰਮਿਕ ਥਾਵਾਂ ਦੇ ਉੱਤੇ ਸਾਡੇ ਨੌਜਵਾਨ ਜਿਵੇਂ ਕਿ ਸਿੱਖੀ ਸਰੂਪ ਦੇ ਵਿੱਚ ਸੇਵਾ ਵੀ ਨਿਭਾਉਂਦੇ ਨੇ, ਇਹ ਦੇਖ ਕੇ ਅੱਜ ਸੱਚਮੁੱਚ ਇਸ ਗੱਲ ਦਾ ਅਹਿਸਾਸ ਯਕੀਨ ਦੇ ਵਿੱਚ ਬਦਲਿਆ ਕਿ ਜਦੋਂ ਤੱਕ ਸਾਹਿਬ ਸ਼੍ਰੀ ਧੰਨਤਾ ਦੇ ਪਾਤਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ ਦੇ ਵਿੱਚ ਨੇ ਉਦੋਂ ਤੱਕ ਸਾਡੇ ਧਰਮ ਨੂੰ ਔਰ ਸਾਡੇ ਸੰਕਲਪ ਨੂੰ ਕੋਈ ਵੀ ਖਤਰਾ ਨਹੀਂ। ਔਰ ਨਾਲ ਦੀ ਨਾਲ ਮੈਂ ਦੂਜੀ ਗੱਲ ਇਹ ਗੱਲ ਕਹਿ ਦਿਆਂ, ਏਡੇ ਜ਼ੁਲਮ ਦੇ ਬਾਵਜੂਦ ਨਵਦੀਪ ਸਿੰਘ ਵਰਗਾ ਹਿੰਦੁਸਤਾਨ ਸਰਕਾਰ ਦੀਆਂ ਵਾਟਰ ਕੈਨਾਂ ਦਾ ਮੂੰਹ ਪੁੱਠੇ ਪਾਸੇ ਨੂੰ ਮੋੜ ਦਿੰਦਾ, ਇਹ ਨੌਜਵਾਨਾਂ ਦਾ ਜਜ਼ਬਾ ਸੀ। ਔਰ ਜਿਸ ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ, ਡਰੱਗੀ, ਹਰ ਇੱਕ ਚੀਜ਼ ਦਾ ਤਮਗਾ ਦੇ ਕੇ ਰਾਜਨੀਤਿਕ ਲੋਕਾਂ ਦੇ ਚਮਚੇ, ਔਰ ਮੈਂ ਇਹ ਗੱਲ ਜ਼ਰੂਰ ਸਮਝਾਂਗਾ ਕਿ ਪੰਜਾਬ ਵਿਰੋਧੀ ਔਰ ਖਾਸ ਤੌਰ ਦੇ ਉੱਤੇ ਮਲੰਮੇ ਦੇ ਵਿੱਚ ਲਪੇਟ ਕੇ, ਮਿੱਠੇ ਦੇ ਵਿੱਚ ਲਪੇਟ ਕੇ ਪੰਜਾਬ ਵਿਰੋਧੀ ਗੱਲਾਂ ਕਰਨ ਵਾਲੇ, ਕਈ ਚਸਕਾ ਲਾਉਣ ਵਾਲੇ ਵਿਦੇਸ਼ੀ ਮੀਡੀਆ ਦੇ ਕੁਝ ਬੰਦੇ ਵੀ ਪੰਜਾਬ ਨੂੰ ਡਰੱਗੀ ਸਾਬਤ ਕਰਨਾ ਚਾਹੁੰਦੇ ਸਨ। ਅੱਜ ਉਹਨਾਂ ਦੇ ਮੂੰਹ ਦੇ ਉੱਤੇ ਵੀ ਇੱਕ ਚਪੇੜ ਸੀ, ਕਿਵੇਂ ਪੰਜਾਬ ਦਾ ਨੌਜਵਾਨ ਸੁਚਾਰੂ ਢੰਗ ਦੇ ਨਾਲ ਇਸ ਅੰਦੋਲਨ ਨੂੰ ਅੱਗੇ ਲੈ ਕੇ ਗਿਆ। ਮੈਂ ਕਦੇ ਇਸ ਗੱਲ ਦੇ ਵਿੱਚ ਨਹੀਂ ਪਵਾਂਗਾ ਕਿ ਕਿਸੇ ਦੀ ਸੋਚ ਜਿਹੜੀ ਸੀ ਉਹ ਸਾਡਾ ਨਿਸ਼ਾਨ ਸਾਹਿਬ ਚੱਕ ਕੇ ਲੈ ਕੇ ਗਈ, ਕਿਸੇ ਦੀ ਸੋਚ ਕਿਰਸਾਨੀ ਦਾ ਝੰਡਾ ਚੱਕ ਕੇ ਲੈ ਕੇ ਗਈ। ਮੈਂ ਉਹਨਾਂ ਦੀ ਵੀ ਇਸ ਪਰਖ ਦੀ ਗੱਲ ਦੇ ਵਿੱਚ ਨਹੀਂ ਪਵਾਂਗਾ, ਉਹਨਾਂ ਨੂੰ ਵੀ ਮੈਂ ਸਲਾਮ ਕਰਦਾ। ਜਦੋਂ ਵੱਖਰੇ ਸਿੱਖ ਰਾਜ ਦੀ ਗੱਲ ਹੁੰਦੀ ਹੈ ਤਾਂ ਮੈਂ ਸਮਝਾਂਗਾ ਕਿ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਵੀ ਸਾਨੂੰ ਇਸ ਅਧਿਕਾਰ ਵਾਸਤੇ ਆਵਾਜ਼ ਚੁੱਕਣ ਵਾਸਤੇ ਕਦੇ ਵੀ ਰੋਕਿਆ ਤੱਕ ਨਹੀਂ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੇਕਰ ਕੋਈ ਖਾਲਿਸਤਾਨ ਦਾ ਝੰਡਾ ਚੱਕ ਕੇ ਵੀ ਲੈ ਕੇ ਗਿਆ ਤਾਂ ਮੈਂ ਸਮਝਾਂਗਾ ਕਿ ਉਸ ਦੀ ਵਫਾ ਵੀ ਆਪਣੀ ਉਸ ਜ਼ਮੀਨ ਵਾਸਤੇ ਸੀ, ਉਸ ਧਰਤੀ ਵਾਸਤੇ ਸੀ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਉਹ ਸਾਰੇ ਨਾਅਰੇ, ਉਹ ਸਾਰੇ ਸੰਘਰਸ਼ ਦੂਜੇ ਨੰਬਰ ਦੇ ਉੱਤੇ ਆਉਂਦੇ ਸਨ। ਜਿਸ ਜ਼ਮੀਨ ਦੇ ਉੱਤੇ, ਜਿਸ ਧਰਾਤਲ ਦੇ ਉੱਤੇ ਅਸੀਂ ਕੁਝ ਸਿਰਜਣਾ ਸੀ, ਸਾਡੀ ਉਹ ਧਰਾਤਲ ਖੁਸਦੀ ਜਾ ਰਹੀ ਸੀ, ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ। ਕਈਆਂ ਨੇ ਬੜਾ ਜ਼ੋਰ ਲਾਇਆ ਕਿਸਾਨ ਏਕਤਾ ਫਟ ਰਹੀ ਹੈ, ਕਿਸਾਨ ਏਕਤਾ ਇੱਧਰ ਜਾ ਰਹੀ ਹੈ, ਉੱਧਰ ਜਾ ਰਹੀ ਹੈ, ਪਰ ਮੈਂ ਇੱਕ ਗੱਲ ਕਹਾਂਗਾ ਕਿ ਬੰਦੇ ਤਾਂ ਇਸ ਧਰਤੀ ਤੋਂ ਹੀ ਲਿਆਉਣੇ ਹੁੰਦੇ ਨੇ, ਪਰ ਕਿਸਾਨ ਮੋਰਚੇ ਦੇ ਵਿੱਚ ਸਾਰੇ ਹੀ ਲੋਕ, ਚਾਹੇ ਉਹ ਕਿਸੇ ਰਾਜਨੀਤਿਕ ਪਾਰਟੀ ਦੇ ਸੀ, ਆਪਣੀ ਰਾਜਨੀਤਿਕ ਜਾਮੇ ਉਤਾਰ ਕੇ ਉੱਥੇ ਪਹੁੰਚੇ। ਹਰ ਇੱਕ ਦਾ ਅਧਿਕਾਰ ਸੀ, ਉਹ ਜ਼ਮੀਨ ਸਾਡੀ ਸੀ। ਔਰ ਜੋ ਵਿਦੇਸ਼ ਦੇ ਵਿੱਚ ਇਸ ਗੱਲ ਦੇ ਨਾਲ ਵੱਡੇ ਪੱਧਰ ਦੇ ਉੱਤੇ ਸਭ ਕੁਝ ਘਟਨਾਕ੍ਰਮ ਜਿਹੜਾ ਉਹ ਵਾਪਰਿਆ, ਵਿਦੇਸ਼ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਇੱਕ ਵਾਰੀ ਨਹੀਂ ਕਈ ਵਾਰ ਜਿਹੜੀਆਂ ਨੇ ਉਹ ਰੈਲੀਆਂ ਕੱਢੀਆਂ ਗਈਆਂ। 13 ਤਰੀਕ ਨੂੰ ਨਿਊਯਾਰਕ ਦੇ ਵਿੱਚ UNO ਦੇ ਵਿੱਚ 3 ਘੰਟੇ ਦੀ ਰੈਲੀ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਇੱਕ ਹੋਰ ਕੱਢੀ ਜਾ ਰਹੀ ਹੈ। ਔਰ ਇਸੇ ਤਰ੍ਹਾਂ 6 ਤਰੀਕ ਨੂੰ ਨਿਊਯਾਰਕ ਦੇ ਕੌਂਸਲੇਟ ਅੱਗੇ ਰੈਲੀਆਂ ਕੱਢੀਆਂ ਗਈਆਂ। 6 ਤਰੀਕ ਨੂੰ ਇੰਡੀਅਨ ਐਪਲਸ, ਜਿਸ ਧਰਤੀ ਦੇ ਉੱਤੇ ਮੈਂ ਖੜਾ,
ਸਿੱਖ ਕੌਮ ਦੇ ਮਹਾਨ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਔਰ ਪੰਜਾਬੀਆਂ ਦੀ ਘਣੀ ਵਸੋਂ ਵਾਲੇ ਔਰ ਜਿਸ ਜਗ੍ਹਾ ਦੇ ਉੱਤੋਂ ਮੈਂ ਸਮਝਾਂਗਾ ਕਿ ਧਾਰਮਿਕ ਸੁਚੱਜਤਾ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਹੋਕਾ ਜਾਂਦਾ ਹੈ, ਗੁਰਦੁਆਰਾ ਗ੍ਰੀਨਵੁੱਡ ਸਾਹਿਬ। ਔਰ ਉਸ ਗੁਰੂ ਘਰ ਦੇ ਵਿੱਚ ਅਸੀਂ ਬਕਾਇਦਾ ਤੌਰ ਦੇ ਉੱਤੇ ਉੱਥੇ ਦੇ ਪ੍ਰਬੰਧਕਾਂ, ਉੱਥੇ ਦੇ ਸੇਵਾਦਾਰਾਂ ਦੇ ਨਾਲ ਅੱਜ ਬਕਾਇਦਾ ਤੌਰ ਦੇ ਉੱਤੇ ਤਸ਼ਰੀਫ ਫਰਮਾਨ ਹੈ। ਅਸੀਂ ਹਰ ਇੱਕ ਸੱਜਣ ਦੇ ਵਿਚਾਰ ਲਵਾਂਗੇ ਇਸ ਕਿਸਾਨ ਸੰਘਰਸ਼ ਵਾਸਤੇ। ਇਸ ਕਿਸਾਨ ਸੰਘਰਸ਼ ਨੇ ਲੰਬਾ ਚੱਲਣਾ, ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਔਰ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਜੇ ਇਹ ਲੰਬਾ ਚੱਲੇਗਾ ਤਾਂ ਸਾਡਾ ਵੀ ਸਿਦਕ ਜਿਹੜਾ ਹੈ ਉਹ ਵਿਦੇਸ਼ੀਆਂ ਦਾ, ਵਿਦੇਸ਼ੀ ਸਿੱਖ ਦਾ ਸਿਦਕ ਵੀ ਜਿਹੜਾ ਹੈ ਉਹ ਹਰਦਾ ਨਹੀਂ, ਉਸ ਕਿਸਾਨ ਸੰਘਰਸ਼ ਦੇ ਨਾਲ ਹੈ। ਕਿਸੇ ਨੇ ਬਕਾਇਦਾ ਤੌਰ ਦੇ ਉੱਤੇ ਲਿਖਿਆ ਸੀ, ਸਿਦਕ ਸਾਡੇ ਨੇ ਕਦੇ ਹਰਨਾ ਨਹੀਂ, ਸਿਦਕ ਸਾਡੇ ਨੇ ਕਦੇ ਮਰਨਾ ਨਹੀਂ, ਪੈਰ ਸੂਲਾਂ 'ਤੇ ਵੀ ਨੱਚਦੇ ਰਹਿਣਗੇ ਪਰ ਰਾਜ਼ੀਨਾਮਾ ਵਕਤ ਨਾ ਕਰਨਾ ਨਹੀਂ। ਸਿੱਖ ਕੌਮ ਦਾ ਇਹ ਅਕੀਦਾ ਹੈ। ਔਰ ਜਿਸ ਢੰਗ ਦੇ ਨਾਲ ਪੰਜਾਬ ਨੇ ਅਗਵਾਈ ਕੀਤੀ, ਦੂਜੇ ਸੂਬੇ ਵੀ ਨਾਲ ਆਏ ਔਰ ਅੱਜ ਦੀ ਤਰੀਕ ਦੇ ਵਿੱਚ ਇਹ ਸਰਕਾਰ ਜਿਹੜੀ ਹੈ ਉਹ ਗੋਡੇ ਟੇਕਣ ਦੇ ਉੱਤੇ ਆ ਰਹੀ ਹੈ। ਬਕਾਇਦਾ ਤੌਰ ਦੇ ਉੱਤੇ ਸਾਡੇ ਨਾਲ ਗੁਰੂ ਘਰ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਗੁਰੂ ਘਰ ਗ੍ਰੀਨਵੁੱਡ ਦੀ ਸੰਗਤ, ਉੱਥੇ ਦੇ ਪ੍ਰਬੰਧਕ ਔਰ ਸੇਵਾਦਾਰ ਸਾਡੇ ਨਾਲ ਬੈਠੇ ਨੇ। ਮੈਂ ਕੁਝ ਸੱਜਣਾਂ ਦਾ ਧੰਨਵਾਦ ਕਰਾਂਗਾ ਜਿਹੜੇ ਬਕਾਇਦਾ ਤੌਰ 'ਤੇ ਅੱਜ ਦੀ ਇਸ ਡਿਬੇਟ ਦੇ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਦੇ ਵਿੱਚ ਮੇਰੇ ਬਹੁਤ ਹੀ ਮਾਣਯੋਗ ਸਤਿਕਾਰਯੋਗ ਭਰਾਤਾ ਸਰਦਾਰ ਬਲਵਿੰਦਰ ਸਿੰਘ ਖੱਖ ਜੀ ਮੇਰੇ ਕੋਲ ਤਸ਼ਰੀਫ ਫਰਮਾਨ ਨੇ, ਬਹੁਤ ਹੀ ਉੱਘੇ ਚਿੰਤਕ ਭਾਈ ਸੰਤੋਖ ਸਿੰਘ ਜੀ ਮੇਰੇ ਕੋਲ ਨੇ, ਭਾਈ ਜਸਪਾਲ ਸਿੰਘ ਜੀ ਸਾਡੇ ਵਿਚਕਾਰ ਨੇ, ਭਾਈ ਜਗੀਰ ਸਿੰਘ ਜੀ ਜਿਹੜੇ ਗੁਰੂ ਘਰ ਦੇ ਸਕੱਤਰ ਨੇ ਉਹ ਵੀ ਮੌਜੂਦ ਨੇ, ਭਾਈ ਜਗੀਰ ਸਿੰਘ ਜੀ ਉਹ ਮੌਜੂਦ ਨੇ, ਭਾਈ ਭੁਪਿੰਦਰ ਸਿੰਘ ਜੀ ਮੌਜੂਦ ਨੇ, ਭਾਈ ਮਿੱਕਰ ਸਿੰਘ ਜੀ ਮੌਜੂਦ ਨੇ, ਭਾਈ ਪਲਵਿੰਦਰ ਸਿੰਘ ਜੀ ਸਾਡੇ ਕੋਲ ਮੌਜੂਦ ਨੇ, ਭਾਈ ਜਗਦੀਸ਼ ਸਿੰਘ ਜੀ ਬਕਾਇਦਾ ਤੌਰ ਦੇ ਉੱਤੇ ਲੰਬੇ ਸਮੇਂ ਦੇ ਉੱਤੋਂ ਸਿੱਖ ਸੰਘਰਸ਼ ਦੇ ਬਾਰੇ ਸੈਮੀਨਾਰਾਂ ਤੋਂ ਲੈ ਕੇ ਹੋਰ ਬੜੇ ਵੱਡੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਕਰਦੇ ਨੇ, ਉਹ ਵੀ ਤਸ਼ਰੀਫ ਫਰਮਾਨ ਨੇ। ਵਿਚਾਰਾਂ ਦੀ ਬਕਾਇਦਾ ਤੌਰ ਦੇ ਉੱਤੇ ਇਹ ਲੜਾਈ ਨਹੀਂ, ਇਹ ਜੰਗ ਹੈ। ਬਕਾਇਦਾ ਤੌਰ ਦੇ ਉੱਤੇ ਵਿਚਾਰਾਂ ਦੀ ਮਾਲਾ, ਵਿਚਾਰਾਂ ਦੀ ਸੁਚੱਜਤਾ ਤੁਹਾਡੇ ਨਾਲ ਬਕਾਇਦਾ ਤੌਰ ਦੇ ਉੱਤੇ ਇਸੇ ਤਰ੍ਹਾਂ ਸਾਂਝੀ ਕਰਾਂਗੇ। ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਸਾਰੇ ਬੁਲਾਰਿਆਂ ਨੂੰ ਸਮਾਂ ਦੇ ਰਹੇ ਹਾਂ। ਪ੍ਰੋਗਰਾਮ ਜਾਰੀ ਰਹੇਗਾ ਇਸੇ ਤਰ੍ਹਾਂ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਫਿਊਲ 1 ਅਤੇ ਟੀਬੀ ਟਰਾਂਸਪੋਰਟ। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ, ਰੈਫਰੀਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਤੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਇੰਡੀਅਨ, ਪਾਕਿਸਤਾਨੀ ਤੇ ਬੰਗਲਾਦੇਸ਼ੀ ਗਰੋਸਰੀ ਦਾ ਸਭ ਤੋਂ ਵੱਡਾ ਸਸਤਾ ਭੰਡਾਰ, ਆਪਣਾ ਬਾਜ਼ਾਰ, ਕੈਸ਼ ਐਂਡ ਕੈਰੀ। ਭਾਰਤੀਆਂ ਦੇ ਗੜ ਐਡੀਸਨ ਵਿਖੇ ਤਾਜ਼ਾ ਸਬਜ਼ੀਆਂ ਤੇ ਗਰੋਸਰੀ ਤੋਂ ਇਲਾਵਾ ਹਰ ਵੇਲੇ ਨਾਲੋਂ ਨਾਲ ਰੋਟੀ, ਤਰ੍ਹਾਂ ਦੇ ਪਰੌਂਠੇ, ਸਮੋਸੇ, ਜਲੇਬੀਆਂ ਤੇ ਭਾਰਤੀਆਂ ਦੇ ਗਰਮਾ ਗਰਮ ਤਾਜ਼ਾ ਪਕਵਾਨ ਵੀ ਉਪਲਬਧ। ਨਿਊ ਜਰਸੀ ਦੇ ਜਰਸੀ ਸਿਟੀ ਵਿੱਚ ਸਭ ਸਹੂਲਤਾਂ, ਡੇਟਨ ਅਤੇ ਪੈਲਸਵੇਨੀਆ ਦੇ ਬੈਂਸਲਮ ਦੇ ਆਪਣਾ ਬਾਜ਼ਾਰ, ਕੈਸ਼ ਐਂਡ ਕੈਰੀ ਦੇ ਸਟੋਰ ਦੀ ਬਿਹਤਰੀਨ ਸਰਵਿਸ ਦਾ ਆਨੰਦ ਮਾਣੋ। 1700 ਔਕਟਰੀ ਰੋਡ, ਐਡੀਸਨ, NJ 08820, 2975 John F. Kennedy Boulevard, Jersey City, NJ 07306, 2631 Street Road, Baslam, PA 19020। ਸਾਧ ਸੰਗਤ ਜੀ, ਪੰਥਕ ਕੰਮਾਂ ਤੋਂ ਲੈ ਸਿਆਸੀ ਸੰਘਰਸ਼ ਦੇ ਮੁਦਈ ਭਾਈ ਸੱਜਣ ਸਿੰਘ ਹੋਰਾਂ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਗੁਰਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਾਂ ਸਾਲ ਭਾਵ ਚੇਤ ਦੀ ਆਰੰਭਤਾ ਇਸ ਸਾਲ ਵੀ ਜੈਕਾਰਿਆਂ ਦੀ ਗੂੰਜ ਵਿੱਚ 13 ਮਾਰਚ ਸ਼ਾਮ 5:30 ਤੋਂ ਰਾਤ 12 ਵਜੇ ਤੱਕ ਗੁਰਦੁਆਰਾ ਸੰਤ ਸਾਗਰ ਵਿਖੇ ਹੋਏਗੀ ਅਤੇ ਭਾਈ ਸੱਜਣ ਸਿੰਘ ਹੋਰਾਂ ਵੱਲੋਂ ਸਭ ਨੌਜਵਾਨਾਂ, ਗੁਰੂ ਘਰਾਂ ਅਤੇ ਪੰਥਕ ਜਥੇਬੰਦੀਆਂ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ਲਈ 13 ਮਾਰਚ ਨੂੰ ਸਵੇਰੇ 10 ਵਜੇ
ਕਿਸਾਨ ਰੈਲੀ ਜੋ 12 ਵਜੇ ਤੋਂ 3 ਵਜੇ ਤੱਕ UNO ਵਿਖੇ ਕੱਢੀ ਜਾ ਰਹੀ ਹੈ, ਸੰਗਤਾਂ ਨੂੰ ਆਪਣਾ ਫਰਜ਼ ਸਮਝਦੇ ਹੋਏ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਹੈ ਜੀ। ਬੇਨਤੀ ਕਰਤਾ ਭਾਈ ਸੱਜਣ ਸਿੰਘ 718 347 5659 ਗੁਰਦੁਆਰਾ ਸੰਤ ਸਾਗਰ ਨਿਊਯਾਰਕ। ਬ੍ਰਾਊਨਸਟਾਊਨ ਮਿਸ਼ੀਗਨ ਮਿਡਵੈਸਟ ਦੀ ਨਾਮੀ ਟਰਾਂਸਪੋਰਟ ਕੰਪਨੀ ਸੰਧੂ ਟਰਾਂਸਪੋਰਟ ਕੰਪਨੀ ਮਿਡਵੈਸਟ ਟੂ ਨਾਰਥ ਈਸਟ ਨਿਊਯਾਰਕ, ਮੈਰੀਲੈਂਡ, ਪੈਨਸਿਲਵੇਨੀਆ, ਨਿਊ ਜਰਸੀ ਅਤੇ ਟੈਕਸਸ, ਓਕਲਾਹੋਮਾ ਅਤੇ ਪੈਸੀਫਿਕ ਦੇ ਹਰ ਤਰ੍ਹਾਂ ਦੇ ਡਰਾਈ ਅਤੇ ਰੈਫਰੀਜਰੇਟਰ ਵਾਲੇ ਲੋਡ, ਮਿਸ਼ੀਗਨ ਟੂ ਇੰਡੀਅਨ ਐਪਲਸ ਲੋਕਲ ਲੋਡ ਵੱਡੀ ਗਿਣਤੀ ਵਿੱਚ ਓਨ ਆਪਰੇਟਰ ਅਤੇ ਡਰਾਈਵਰ ਵੀਰ ਸੰਪਰਕ ਕਰਨ। ਡਰਾਈਵਰ ਵੀਰਾਂ ਲਈ ਸਾਈਨ ਇਨ ਬੋਨਸ ਕਾਲ ਜੀ ਸੰਧੂ 7349312313 7346204900। ਈਸਟ ਕੋਸਟ ਦੀ ਸ਼ਾਨਦਾਰ ਟਰੱਕਿੰਗ ਕੰਪਨੀ ਟਿੱਬੀ ਐਕਸਪ੍ਰੈਸ ਇੰਕ ਨਿਊ ਜਰਸੀ, ਪੈਨਸਿਲਵੇਨੀਆ, ਓਹਾਈਓ, ਇੰਡੀਆਨਾ, ਕੰਟਕੀ ਵਾਸਤੇ ਪੱਕੇ ਅਤੇ ਬੈਂਕ ਐਂਡ ਫੋਰਥ ਲੋਡ ਡੈਡੀਕੇਟਡ ਰਨ ਐਂਡ ਹੁਕਅਪ ਡ੍ਰੌਪ ਦੀ ਸੁਵਿਧਾ। ਨਵੇਂ ਟਰੱਕ ਅਤੇ ਡਰਾਈਵਰਾਂ ਨੂੰ ਵਧੀਆ ਰੇਟ। 6 ਮਹੀਨੇ ਬਾਅਦ ਡਰਾਈਵਰ ਭਰਾਵਾਂ ਨੂੰ ਬੋਨਸ। ਸਵੇਰ ਤੋਂ ਸ਼ਾਮ ਤੱਕ ਲੋਕਲ ਕੰਮ ਕਰਨ ਵਾਲੇ ਡਰਾਈਵਰਾਂ ਵੀਰਾਂ ਨੂੰ $25 ਪ੍ਰਤੀ ਘੰਟਾ। ਨਿਊ ਜਰਸੀ, ਪੈਨਸਿਲਵੇਨੀਆ, ਓਹਾਈਓ, ਇੰਡੀਆਨਾ, ਕੰਟਕੀ ਵਾਸਤੇ ਲੋਕਲ ਕੰਮ ਲਈ ਡਰਾਈਵਰ ਵੀਰ ਸੰਪਰਕ ਕਰੋ। ਕਾਲ ਹੈਪੀ ਟਿੱਬੀ 6099474777। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਫਿਊਲ 1 ਅਤੇ ਟਿੱਬੀ ਟਰਾਂਸਪੋਰਟ। ਦੋਸਤੋ ਮੁੜ ਹਾਜ਼ਰ ਹੋਏ ਹਾਂ ਬਾਜ਼ ਦੀ ਪ੍ਰਵਾਜ਼ ਦੇ ਨਾਲ ਬਕਾਇਦਾ ਤੌਰ ਦੇ ਉੱਤੇ ਪ੍ਰੋਗਰਾਮ ਕਰੰਟ ਮੁੱਦਾ ਇਨ ਕਚਹਿਰੀ ਵਿਦ ਹਰਵਿੰਦਰ ਰਿਆੜ ਲੈ ਕੇ। ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਅਸੀਂ ਇੰਡੀਅਨ ਐਪਲਸ ਦੀ ਸੰਗਤ ਦੇ ਨਾਲ ਹੈ ਔਰ ਹਮੇਸ਼ਾ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਕੰਮ ਕਰਨ ਵਾਸਤੇ ਜਦੋਂ ਵੀ ਜ਼ਿਕਰ ਆਉਂਦਾ ਭਰਮੀ ਵਸੋਂ ਵਾਲੇ ਖਾਸ ਤੌਰ ਦੇ ਉੱਤੇ, ਜਿੱਥੇ ਕਿ ਇੰਡੀਅਨ ਐਪਲਸ ਦੇ ਵਿੱਚ ਇੱਕ ਨਵਾਂ ਪੰਜਾਬ ਵਸਾਇਆ ਹੋਇਆ ਹੈ, ਜਿੱਥੇ ਗੁਰੂ ਘਰ ਹੈ, ਉਸ ਦੇ ਵਿੱਚ ਬਾਹਰ ਨਿਕਲ ਕੇ ਬਿਲਕੁਲ ਕਲੋਨੀ ਹੈ। ਮੇਰਾ ਖਿਆਲ ਸ਼ਾਇਦ ਹੀ ਕੋਈ ਓਪਰਾ ਜਾਂ ਕਿਸੇ ਹੋਰ ਕਮਿਊਨਿਟੀ ਦਾ ਘਰ ਹੋਵੇ ਪੂਰਾ ਭਰਿਆ ਪਿਆ ਪੰਜਾਬੀਆਂ ਦੇ ਨਾਲ। ਔਰ ਗੁਰੂ ਘਰ ਦਾ ਇੱਕ ਵੱਖਰਾ ਸਕੂਲ ਹੈ, ਜਿਸ ਸਕੂਲ ਦੀ ਬਿਲਡਿੰਗ ਦੇ ਵਿੱਚੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ। ਔਰ ਦੋਸਤੋ ਸਾਡੇ ਨਾਲ ਇਹ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਨੇ ਇਹ ਵਿਰਾਜਮਾਨ ਨੇ ਗ੍ਰੀਨਵੁੱਡ ਸਾਹਿਬ ਗੁਰੂ ਘਰ ਦੀਆਂ। ਔਰ ਮੈਂ ਸਭ ਤੋਂ ਪਹਿਲਾਂ ਅੱਜ ਕਿਸਾਨੀ ਸੰਘਰਸ਼ ਬਾਰੇ ਮੈਂ ਬੇਨਤੀ ਕਰਾਂਗਾ ਸਰਦਾਰ ਜਸਵਿੰਦਰ ਸਿੰਘ ਖੱਖ ਹੋਰਾਂ ਨੂੰ ਕਿ ਉਹ ਇਸ ਪ੍ਰੋਗਰਾਮ ਦਾ ਜਸਵਿੰਦਰ ਸਿੰਘ ਖੱਖ ਹੋਰਾਂ ਨੂੰ, ਮੇਰੇ ਇੱਕ ਦੋਸਤ ਹੋਰ ਵੀ ਨੇ ਬਲਵਿੰਦਰ ਸਿੰਘ ਖੱਖ, ਮੈਨੂੰ ਕਈ ਵਾਰ ਭੁਲੇਖਾ ਪੈ ਜਾਂਦਾ, ਸਾਹਿਬ ਬਲਵਿੰਦਰ ਸਿੰਘ ਖੱਖ ਹੋਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਇਸ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਜੋ ਕੋਸ਼ਿਸ਼ਾਂ ਸਾਡੇ ਵਿਦੇਸ਼ੀ ਸਿੱਖਾਂ ਨੇ ਕੀਤੀਆਂ ਔਰ ਜੋ ਕਰ ਰਹੇ ਹੈ ਔਰ ਕਿਵੇਂ ਅਸੀਂ ਉਸ ਸੰਘਰਸ਼ ਦੇ ਨਾਲ ਨਿਭਾਂਗੇ ਔਰ ਚੱਲਦੇ ਰਵਾਂਗੇ, ਉਹਦੇ ਬਾਰੇ ਆਪਣੇ ਨਿਰੰਤਰ ਜਿਹੜੇ ਨੇ ਉਹ ਵਿਚਾਰ ਪੇਸ਼ ਕਰਨ। ਖੱਖ ਸਾਹਿਬ। ਸਭ ਤੋਂ ਪਹਿਲਾਂ ਤੇ ਮੈਂ ਬਾਜ ਟੀਵੀ ਦੇ ਸਰੋਤਿਆਂ ਨੂੰ ਜਿੰਨੇ ਵੀ ਇਸ ਟਾਈਮ ਸੁਣ ਰਹੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਰਿਆੜ ਸਾਹਿਬ ਜੋ ਇਸ ਸੰਘਰਸ਼ ਹੈ ਇਹ ਇਕੱਲਾ ਕਿਸਾਨੀ ਸੰਘਰਸ਼ ਨਹੀਂ, ਇਹ ਪੰਜਾਬ ਦੀ ਹੋਂਦ ਦਾ ਸੰਘਰਸ਼ ਹੈ ਜੇ ਅਸੀਂ ਸੋਚੀਏ, ਕਿਉਂਕਿ ਸੰਨ 47 ਤੋਂ ਲੱਗ ਕੇ ਸਾਨੂੰ ਵਿੱਚੋਂ ਵਿੱਚ ਖਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਰਹੀਆਂ, ਭਾਵੇਂ ਕੋਈ ਵੀ ਸਰਕਾਰ ਆਈ ਹੈ, ਚਾਹੇ ਕਾਂਗਰਸ ਦੀ ਆਈ ਹੈ ਚਾਹੇ ਹੋਰ ਵੀ ਕੋਈ ਸਰਕਾਰ ਆਈ ਹੈ, ਉਹਨੇ ਇਹੋ ਹੀ ਸੋਚਿਆ ਕਿ ਪੰਜਾਬ ਨੂੰ ਜੇ ਕਿਸੇ ਨਾ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ। ਪਹਿਲਾਂ ਸਾਨੂੰ ਵੰਡਿਆ ਗਿਆ, ਸਾਡੇ ਟੋਟੇ ਕੀਤੇ ਗਏ, ਸਾਡਾ ਪਾਣੀ ਖੋਇਆ ਗਿਆ। ਹੁਣ ਇਹਨਾਂ ਦੀ ਉਹ ਆਖਰੀ ਸੱਟ ਹੈ ਕਿ ਸਾਡੀ ਜਿਹੜੀ ਆਰਥਿਕਤਾ ਉਹ 'ਤੇ ਅਸੀਂ ਕਿੱਦਾਂ ਖਤਮ ਕਰਨਾ ਹੈ। ਇਹ ਇਕੱਲੇ ਖੇਤੀ ਕਾਨੂੰਨਾਂ ਦੀ ਗੱਲ ਨਹੀਂ ਹੈਗੀ, ਸਾਡੀ ਨੌਜਵਾਨੀ ਨੂੰ ਇਹਨਾਂ ਨਸ਼ਿਆਂ ਦੇ ਵਿੱਚ ਲਾਇਆ, ਪਰ ਸਾਡੀ ਨੌਜਵਾਨ ਫਿਰ ਬਚੇ ਹੈ ਉਸ ਵਾਰ ਤੋਂ। ਜਿਸ ਤਰ੍ਹਾਂ ਵੀ ਇਹਨਾਂ ਨੇ ਉਹਨਾਂ ਨੂੰ ਭੰਡੀ ਕੀਤੀ ਕਿ ਖਤਮ ਹੋ ਚੁੱਕੇ ਆ, ਨਸ਼ਿਆਂ ਵਿੱਚ ਲੱਗ ਗਏ ਆ, ਪਰ ਸਾਡੀ ਨੌਜਵਾਨੀ ਨੂੰ ਉਹ ਦੱਸਿਆ ਕਿ ਨਹੀਂ ਅਸੀਂ ਨਸ਼ਈ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ,
ਅਸੀਂ ਆਪਣੀਆਂ ਅਣਖ ਨਾਲ ਜੀਣਾ ਜਾਣਦੇ ਹਾਂ। ਪਰ ਆਹ ਜਿਹੜੇ ਕਾਨੂੰਨ ਬਣਾਏ ਗਏ ਆ, ਬਾਕੀ ਇਹ ਕਾਨੂੰਨ ਤਾਂ ਪਹਿਲਾਂ ਹੀ ਸਾਰੇ ਇੰਡੀਆ ਦੇ ਵਿੱਚ ਸੀਗੇ। ਉੱਥੇ ਕੋਈ ਮਿਲਦਾ ਨਹੀਂ ਇਹਨਾਂ ਨੂੰ ਮੁੱਲ ਜੋ ਵੀ ਆ ਖੇਤੀ ਦਾ। ਇੱਕ ਪੰਜਾਬ ਹਰਿਆਣਾ ਇਹ ਖੁਸ਼ਹਾਲ ਸੀਗੇ, ਇਹਨਾਂ ਨੂੰ ਇਸ ਦਿਸਦਾ ਹੈ ਕਿ ਇਹਨਾਂ ਨੂੰ ਖਤਮ ਕਿੱਦਾਂ ਕੀਤਾ ਜਾਵੇ ਹੁਣ ਪੰਜਾਬ ਦੀ ਕਿਸਾਨੀ ਨੂੰ। ਅਤੇ ਜੋ ਹੁਣ ਸਾਡੇ ਭਰਾ ਉੱਥੇ ਸੰਘਰਸ਼ ਕਰ ਰਹੇ ਆ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਬਹੁਤ ਵੱਡਾ ਕਦਮ ਹੈ। ਇਹ ਸਾਡੀ ਜ਼ਿੰਦਗੀ ਮੌਤ ਦੀ ਲੜਾਈ ਹੈ, ਇਹਨੂੰ ਜਿੰਨਾ ਵੀ ਤੇਜ਼ ਕੀਤਾ ਜਾਵੇ ਓਨਾ ਹੀ ਘੱਟ ਹੈ। ਅਤੇ ਬਾਕੀ ਨਿਸ਼ਾਨ ਸਾਹਿਬ ਦੀ ਜਿਹੜੇ ਨੇ ਉਹਨਾਂ ਨੂੰ ਗੱਲ ਦੱਸਦੀ ਹੈ, ਨਿਸ਼ਾਨ ਸਾਹਿਬ ਤੇ ਸਾਡੇ ਕੌਮ ਅੱਜ ਤੋਂ ਕਈ ਸੈਂਕੜਿਆਂ ਸਾਲ ਪਹਿਲਾਂ ਨਿਸ਼ਾਨ ਸਾਹਿਬ ਦੇ ਥੱਲੇ ਜੰਗਾਂ ਲੜਦੀ ਆਈ ਹੈ, ਆਪਣੇ ਮੋਰਚੇ ਲੜਦੀ ਆਈ ਹੈ। ਤਿਰੰਗਾ ਤੇ ਜੇ ਕੱਲ੍ਹ ਦੀ ਗੱਲ ਹੈ ਜਾਂ ਕਿਸਾਨੀ ਝੰਡੇ ਤੇ ਜੇ ਕੁਛ ਵਰਿਆਂ ਦੀ ਗੱਲ ਹੀ ਹੈ, ਇਹ ਨਿਸ਼ਾਨ ਸਾਹਿਬ ਦਾ ਤੇ ਇਹਨਾਂ ਨੇ ਜੋ ਵੀ ਹੈ ਇੱਕ ਸਿਰਫ ਇਹਨਾਂ ਨੂੰ ਦੁੱਖ ਲੱਗ ਰਿਹਾ ਸਾਡੇ ਨਿਸ਼ਾਨ ਸਾਹਿਬ ਦਾ ਕਿ ਵੱਧ ਕਿਉਂ ਰਿਹਾ। ਅਤੇ ਬਾਕੀ ਅਸੀਂ ਤਾਂ ਇਹ ਕਹਾਂਗੇ ਕਿ ਜਿੰਨਾ ਵੀ ਇਹ ਸੰਘਰਸ਼ ਆ ਸਾਡੇ ਵੀਰ ਇਹਨੂੰ ਤਕੜੇ ਹੋ ਕੇ ਕਰਨ। ਇੱਥੇ ਪੰਜਾਬੀ ਜਿੰਨੇ ਵੀ ਬਾਹਰ ਹੈਗੇ ਉਹਨਾਂ ਦੀ ਫੁੱਲ ਸਪੋਰਟ 'ਤੇ ਹੈ, ਹਰ ਇੱਕ ਤਰ੍ਹਾਂ ਦੀ ਮਦਦ ਕਰਨ ਨੂੰ ਕਰ ਵੀ ਰਹੇ ਹਾਂ, ਕਰਾਂਗੇ ਵੀ। ਪਰ ਸੰਘਰਸ਼ ਨੂੰ ਅੱਗੇ ਤੋਂ ਜਿੰਨਾ ਵੀ ਇਹ ਅੱਗੇ ਲਿਜਾ ਸਕਦੇ ਆ ਇਹ ਲੈ ਕੇ ਜਾਣ ਜੀ। ਵਾਹਿਗੁਰੂ ਖਾਲਸਾ। ਖੱਕ ਸਾਹਿਬ ਨੇ ਨਿਸ਼ਾਨ ਸਾਹਿਬ ਦਾ ਜ਼ਿਕਰ ਕੀਤਾ ਕਿ ਅੱਜ ਲਾਲ ਕਿਲੇ ਦੇ ਉੱਤੇ ਜੇਕਰ ਇੱਕ ਪਾਸੇ ਜਾ ਕੇ ਸਾਡੇ ਨੌਜਵਾਨਾਂ ਨੇ ਨਿਸ਼ਾਨ ਸਾਹਿਬ ਚੜ੍ਹਾ ਦਿੱਤਾ ਹੈ, ਤੇ ਅੱਜ ਬਕਾਇਦਾ ਤੌਰ ਤੇ ਦੂਜੀਆਂ ਕਮਿਊਨਿਟੀਆਂ ਵਾਲੇ ਵੀ ਇਹ ਗੱਲ ਕਹਿੰਦੇ ਨੇ ਕਿ ਉਸ ਦੇ ਵਿੱਚ ਕੋਈ ਹਰਜ਼ ਨਹੀਂ। ਜੇ ਭਾਰਤ ਦੀ ਸੰਸਦ ਜਿਹੜੀ ਨਵੀਂ ਬਣ ਰਹੀ ਹੈ, ਉਸ ਦੀ ਇਮਾਰਤ ਨੂੰ ਬਣਾਉਣ ਵਾਸਤੇ ਉਸ ਦਾ ਭੂਮੀ ਪੂਜਨ ਹਿੰਦੂ ਰੀਤੀ ਰਸਮਾਂ ਨਾਲ ਕਰਾਇਆ ਗਿਆ, ਤੇ ਕੀ ਅੱਜ ਸਾਡਾ ਨਿਸ਼ਾਨ ਸਾਹਿਬ ਜਿਹੜਾ ਉਹ ਲਾਲ ਕਿਲੇ ਤੇ ਜਾਂਦਾ ਦੁਖਦਾ ਹੈ। ਲਾਲ ਕਿਲਾ 100 ਸਾਲ ਦੀ ਲੀਜ਼ ਵਾਸਤੇ ਵੱਡੇ ਟਾਟਾ ਗਰੁੱਪ ਨੂੰ ਦਿੱਤਾ ਹੋਇਆ ਹੈ। ਔਰ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਸੰਸਦ ਜਿਹੜੀ ਹੈ ਉਹ ਹਿੰਦੂ ਧਰਮ ਦੀ ਇਕੱਲਿਆਂ ਦੀ ਨਹੀਂ, ਔਰ ਖ਼ਾਸ ਤੌਰ ਦੇ ਉੱਤੇ ਜੇਕਰ ਉਹਨਾਂ ਨੂੰ ਇਹ ਅਕਲ ਹੁੰਦੀ ਤਾਂ ਉਹ ਸਰਬ ਧਰਮ ਦੇ ਲੋਕ ਉੱਥੇ ਸੱਦ ਕੇ ਉਸ ਢੰਗ ਦੀ ਪ੍ਰੇ ਕਰਾਉਂਦੇ, ਕਿਉਂਕਿ ਸੰਸਦ ਜਿਹੜੀ ਹੈ ਉਹ ਸਰਬ ਧਰਮਾਂ ਦੀ ਉੱਥੇ ਸੰਸਦ ਹੈ। ਜੇਕਰ ਕਿਸੇ ਨੂੰ ਨਿਸ਼ਾਨ ਸਾਹਿਬ ਤੇ ਇਤਰਾਜ਼ ਸੀ ਤਾਂ ਜਦੋਂ ਉਸ ਨਿਸ਼ਾਨ ਸਾਹਿਬ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਲੋਟ ਦੇ ਉੱਤੇ ਝਾਕੀਆਂ ਨਿਕਲ ਰਹੀਆਂ ਸਨ, ਤਾਂ ਸੇਮ ਨਿਸ਼ਾਨ ਸਾਹਿਬ 3 ਨਿਸ਼ਾਨ ਸਾਹਿਬ ਲਾਲ ਕਿਲੇ ਦੇ ਅੰਦਰ ਸੇਮ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਲਾਏ ਗਏ ਸਨ। ਫਤਿਹ ਦਿਵਸ ਵਾਲੇ ਦਿਨ ਹਰ ਸਾਲ ਅਸੀਂ ਲਾਲ ਕਿਲੇ ਦੇ ਉੱਤੇ ਬੜੀ ਇੱਜ਼ਤ ਨਾਲ ਅੰਦਰਲੇ ਪਾਸੇ ਸਮਾਗਮ ਵੀ ਹੁੰਦਾ, ਔਰ ਗੁਰੂ ਦਾ ਨਿਸ਼ਾਨ ਸਾਹਿਬ ਸਾਡਾ ਜਿਹੜਾ ਹੈ ਉਹ ਵੀ ਝੁਲਾਇਆ ਜਾਂਦਾ ਹੈ ਉਸ ਦਿਨ ਦੇ ਉੱਤੇ ਲਾਲ ਕਿਲੇ ਦੇ ਉੱਤੇ। ਸੋ ਇਹ ਜਿਹੜੇ ਨਿਸ਼ਾਨ ਸਾਹਿਬ ਦਾ ਖੇਖਣ ਸਰਕਾਰਾਂ ਜਾਂ ਗੋਦੀ ਮੀਡੀਆ ਨੇ ਏਡਾ ਵੱਡਾ ਪ੍ਰਚਾਰ ਕੇ ਸਾਨੂੰ ਅੱਤਵਾਦੀ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਔਰ ਉਹ ਚੀਜ਼ ਜਿਹੜੀ ਆ ਲੋਕਾਂ ਦੀ ਸਮਝ ਵਿੱਚ ਆ ਗਈ ਹੈ। ਖੱਕ ਸਾਹਿਬ, ਇਸ ਗੱਲ ਦੇ ਵਿੱਚ ਕੋਈ ਦੋ ਰਾਮਾ ਨਹੀਂ। ਮੇਰੇ ਕੋਲ ਨੇ ਭਾਈ ਸੰਤੋਖ ਸਿੰਘ ਜੀ, ਮੈਂ ਉਹਨਾਂ ਦੇ ਵਿਦੇਸ਼ੀਆਂ ਕਿਸਾਨ ਸੰਘਰਸ਼ ਬਾਰੇ, ਕਿਸਾਨ ਸੰਘਰਸ਼ ਦੇ ਭਵਿੱਖ ਬਾਰੇ ਵਿਚਾਰ ਜਾਣਾਂਗਾ। ਭਾਈ ਸੰਤੋਖ ਸਿੰਘ ਜੀ ਉਹਨਾਂ ਦੇ। ਬਾਸ ਟੀਵੀ ਦੇ ਰਾਹੀਂ ਦੁਨੀਆ ਭਰ ਵਿੱਚ ਜਿੱਥੇ ਵੀ ਆਵਾਜ਼ ਪਹੁੰਚੇ, ਉਹਨਾਂ ਸਾਰੇ ਉਸ ਭਾਰਤ ਦੇਸ਼ ਤੋਂ ਬਾਹਰ ਬੈਠੇ ਸਿੱਖਾਂ ਵੱਲੋਂ ਮੈਂ ਉਸ ਦਿੱਲੀ ਦੀਆਂ ਜੜ੍ਹਾਂ ਦੇ ਵਿੱਚ ਸਾਡੇ ਪੰਜਾਬ ਅਤੇ ਪੂਰੇ ਭਾਰਤ ਦੇ ਇਨਸਾਫ ਪਸੰਦ ਵੀਰਾਂ ਨੂੰ ਜਿਹੜੀ ਉਸ ਦਿੱਲੀ ਦੀਆਂ ਜੜ੍ਹਾਂ 'ਚ ਬੈਠੇ ਨੇ, ਉਹਨਾਂ ਨੂੰ ਸਿਰ ਝੁਕਾ ਕੇ ਗੁਰੂ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਬੱਚੀਆਂ ਅਤੇ ਵੀਰ, ਨੌਜਵਾਨ ਵੀਰ ਉੱਥੇ ਉਸ ਸੱਦੇ 'ਤੇ ਪਹੁੰਚੇ ਨੇ, ਜਿਹੜਾ ਇਸ ਜ਼ਾਲਮ ਸਰਕਾਰ ਨੇ ਹੋਰ ਤਾਂ ਬਹੁਤ ਤਰੀਕਿਆਂ ਦੇ ਨਾਲ ਸਿੱਖ ਕੌਮ ਨੂੰ ਡਾਊਨ ਕਰਨ ਵਾਸਤੇ ਇਹਨਾਂ ਉਪਰਾਲੇ ਕੀਤੇ ਸਨ, ਅਤੇ ਆਖਰੀ ਸਮਾਂ ਜਿਹੜਾ ਆਖਰੀ ਹੱਲਾ ਕੀਤਾ ਵੀ ਇਹਨਾਂ ਦੀ ਖੇਤੀ ਨੂੰ ਖਤਮ ਕਰਕੇ ਅਤੇ ਇਹਨਾਂ ਨੂੰ ਦੂਸਰੀਆਂ ਸਟੇਟਾਂ ਦੇ ਵਾਂਗੂ ਬਰਬਾਦ ਕੀਤਾ ਜਾਵੇ। ਬਾਕੀ ਭਾਰਤ ਦੀਆਂ ਕਾਫੀ ਸਟੇਟਾਂ ਦੇ ਵਿੱਚ ਇਹ ਕਾਨੂੰਨ ਪਹਿਲਾਂ ਕਿਸੇ ਰੂਪ ਵਿੱਚ ਚਾਲੂ ਸਨ। ਇਹ ਸਿਰਫ ਪੰਜਾਬ, ਹਰਿਆਣਾ ਜਾਂ ਜਿੱਥੇ ਕਿਤੇ ਸਾਡੀ ਖੇਤੀ ਦੀ ਖੁਸ਼ਹਾਲੀ ਚੱਲਦੀ ਆ ਉਹਨੂੰ ਖਤਮ ਕਰਨ ਵਾਸਤੇ ਹੀ ਕੀਤਾ, ਪਰ ਨਿਰਾ ਇਹ ਖੇਤੀ ਵਾਸਤੇ ਨਹੀਂ ਕੀਤਾ, ਇਹ ਸਪੈਸ਼ਲ ਸਾਡੇ ਸਿੱਖ ਕੌਮ ਵਾਸਤੇ, ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨ ਵਾਸਤੇ ਕੀਤਾ। ਅੱਜ ਸਾਡੇ ਵਾਸਤੇ ਇਹ ਤਿੰਨੇ ਕਾਨੂੰਨ ਹੀ ਨਹੀਂ ਰਹਿ ਗਏ, ਜਾਂ BSP ਜਿਹੜੀ ਉਹਦੇ ਘੱਟੋ ਘੱਟ ਜਿਹੜਾ ਮੇਲ ਆ ਉਹ ਨਹੀਂ ਰਹਿ ਗਿਆ। ਸਾਡੀ ਅੱਜ ਹੋਂਦ ਨੂੰ ਵੀ ਪੂਰਾ ਖਤਰਾ ਹੈ। ਮੈਂ ਸ਼ਾਰਟ ਲਫ਼ਜ਼ਾਂ 'ਚ ਬੇਨਤੀ ਕਰਾਂਗਾ, ਇਹ ਇੱਕ ਪਾਸੇ ਇਹ ਜ਼ੁਲਮ ਕੀਤਾ ਜਾ ਰਿਹਾ ਅਤੇ ਦੂਸਰੇ ਪਾਸੇ ਹਰ ਚੜ੍ਹੇ ਸੂਰਜ ਉੱਤੇ ਸਿੱਖ ਕੌਮ ਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਗੁਲਾਮ ਹੋ, ਤੁਹਾਨੂੰ ਗੁਲਾਮੀ ਦਾ ਹੋਰ ਅਹਿਸਾਸ ਦਿੱਤਾ ਜਾਂਦਾ। ਪਿਛਲੇ ਵੀਕਾਂ ਦੇ ਵਿੱਚ ਹੀ ਸਾਡੇ ਸਿੱਖ ਕੌਮ ਦੇ ਨਾਲ
2 ਘੱਲੂਘਾਰਿਆਂ ਤੋਂ ਬਾਅਦ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਸੀ, ਉਸ ਨਨਕਾਣਾ ਸਾਹਿਬ ਦਾ ਸਾਕਾ ਕੋਈ ਵੀ ਸੋਝੀ ਰੱਖਣ ਵਾਲਾ ਸਿੱਖ ਉਸ ਨਨਕਾਣਾ ਸਾਹਿਬ ਦੇ ਸਾਕੇ ਨੂੰ ਭੁਲਾ ਨਹੀਂ ਸਕਦਾ। ਤੇ ਇਸ ਜ਼ਾਲਮ ਸਰਕਾਰ ਨੇ, ਇਸ ਵਿਪਰਵਾਦ ਦੀ ਸਰਕਾਰ ਨੇ, ਇਸ RSS ਦੀ ਸਰਕਾਰ ਨੇ ਸਾਡੇ ਉੱਥੇ ਜਿਨ੍ਹਾਂ ਨੂੰ ਵੀਜ਼ੇ ਵੀ ਲੱਗੇ ਸਨ ਸਿੰਘਾਂ ਨੂੰ ਉੱਥੇ ਜਥੇ ਜਾ ਕੇ ਆਪਣੇ ਉਹ 200 ਸਿੰਘ ਸ਼ਹੀਦ ਜਿਹੜਾ ਇੱਕ ਦਿਨ ਵਿੱਚ ਕੀਤਾ ਕਿ ਨਰੈਣੂ ਉਹਦੇ ਮਹੰਤ ਵੱਲੋਂ, ਉਹਦੀ ਯਾਦ ਜਾਣ ਤੋਂ ਰੋਕਣ ਵਾਸਤੇ ਸਾਨੂੰ ਇਹ ਦੱਸਿਆ ਗਿਆ ਵੀ ਤੁਸੀਂ ਗੁਲਾਮ ਹੋ। ਸਾਡੀ ਇਸ ਗੁਲਾਮੀ ਨੂੰ ਗਲੋਂ ਲਾਉਣ ਵਾਸਤੇ ਜਿਹੜੇ ਉਪਰਾਲੇ ਕੀਤੇ ਗਏ ਨੇ ਉਹ ਇੱਕ ਜ਼ਿਕਰ ਅਲੱਗ ਚੱਲਦਾ। ਪਰ ਇਹ ਜਿਹੜਾ ਕਿਸਾਨੀ ਮੋਰਚੇ ਦੇ ਨਾਲ ਸਾਡਾ ਕੱਲਾ ਕੱਲਾ ਜੀ ਨੌਜਵਾਨ ਬੱਚਾ ਉੱਥੋਂ ਪੰਜਾਬ ਦੀ ਧਰਤੀ ਤੋਂ, ਪੰਜਾਬ ਵਿੱਚ ਉਹਨਾਂ ਨੇ ਪਹਿਲਾਂ ਸੰਘਰਸ਼ ਕੀਤਾ, ਆਪਣੇ ਪ੍ਰੋਟੈਸਟ ਕੀਤੇ ਨੇ, ਤੇ ਫਿਰ ਉਸ ਜੋਸ਼ ਨੇ ਉਸ ਗੁਰੂ ਗੋਬਿੰਦ ਸਿੰਘ ਨੂੰ ਬਖਸ਼ਿਸ਼ ਕੀਤੇ, ਸਿੱਖ ਕੌਮ ਦੇ ਨਿਸ਼ਾਨ ਸਾਹਿਬ ਦੀ ਰਹਿਨਮਾਈ ਦੇ ਥੱਲੇ ਉਹ ਪ੍ਰੋਗਰਾਮ ਸਾਰਾ ਉਹ ਨਿਸ਼ਾਨ ਸਾਹਿਬ ਦੀ ਰਹਿਨਮਾਈ ਦੇ ਥੱਲੇ ਇਹ ਦਿੱਲੀ ਦੀਆਂ ਜੜ੍ਹਾਂ 'ਚ ਆਇਆ। ਇਹ ਸਾਰਾ ਸਾਡੇ ਨੌਜਵਾਨ ਲੈ ਕੇ ਆਏ। ਮੈਂ ਮਾਫੀ ਚਾਹੁੰਦਾ ਕਿਸੇ ਮੀਡੀਆ ਨੂੰ ਤਕਲੀਫ ਨਾ ਹੋਵੇ। ਅੱਜ ਵੀ ਸਾਡੇ ਮੀਡੀਆ ਦੇ ਵਿੱਚ ਖਾਲਿਸਤਾਨ ਦਾ ਜ਼ਿਕਰ ਆਉਂਦਾ ਵੀ ਖਾਲਿਸਤਾਨ ਦਾ ਨਿਸ਼ਾਨ ਲੈ ਗਏ। ਉੱਥੇ ਅੱਜ ਤੱਕ ਇੱਕ ਵੀ ਨਿਸ਼ਾਨ ਸਾਹਿਬ ਦਾ ਖਾਲਿਸਤਾਨ ਦਾ ਇੱਕ ਵੀ ਨਿਸ਼ਾਨ ਉੱਥੇ ਨਹੀਂ ਗਿਆ। ਸਿੱਖ ਕੌਮ ਦਾ ਨਿਸ਼ਾਨ ਉੱਥੇ ਗਿਆ। ਤੇ ਸਿੱਖ ਕੌਮ ਦਾ ਨਿਸ਼ਾਨ ਕੋਈ ਵੀ ਸਿੱਖ ਹੈ ਉਹ ਆਪਣੇ ਘਰ 'ਚ ਹੈ, ਆਪਣੇ ਗੁਰਦੁਆਰਾ ਸਾਹਿਬ 'ਚ ਹੈ, ਉਹ ਨਿਸ਼ਾਨ ਸਾਹਿਬ ਤੋਂ ਬਿਨਾਂ ਉਹ ਸਿੱਖ ਖਵਾ ਨਹੀਂ ਸਕਦਾ। ਸਾਡਾ ਉੱਥੇ ਲੰਗਰ ਚੱਲਿਆ, ਉਹ ਨਿਸ਼ਾਨ ਸਾਹਿਬ ਦੇ ਥੱਲੇ ਚੱਲਿਆ। ਸਾਡੇ ਮੋਰਚੇ ਉੱਥੇ ਜਿਹੜੇ ਸਾਡੇ ਕਾਫਲੇ ਪਹੁੰਚੇ ਨੇ ਉਹ ਨਿਸ਼ਾਨ ਸਾਹਿਬ ਦੇ ਥੱਲੇ ਪਹੁੰਚੇ ਨੇ, ਅੱਜ ਵੀ ਪਹੁੰਚਣਗੇ ਤੇ ਗਾਂਹ ਵੀ ਪਹੁੰਚਦੇ ਰਹਿਣਗੇ। ਦੁਨੀਆ ਭਰ ਵਿੱਚ ਉਸ ਭਾਰਤ ਦੀ ਧਰਤੀ ਤੋਂ ਬਾਹਰ ਬੈਠਾ ਹਰ ਸਿੱਖ 24 ਘੰਟੇ ਉਸ ਤੋਂ ਦੀ ਦਿੱਲੀ ਦੇ ਮੋਰਚੇ ਦੇ ਨਾਲ ਜੁੜਿਆ। ਅਸੀਂ ਜਦੋਂ ਵੀ ਸੁੱਤੇ ਉੱਠਦੇ ਹਾਂ, ਰਾਤ ਸਾਨੂੰ ਜਾਗ ਆਉਂਦੀ ਆ, ਅਸੀਂ TV ਦੇ ਉੱਤੇ ਲਾ ਕੇ ਫੇਸਬੁੱਕ 'ਤੇ ਉਸ ਮੀਡੀਆ ਰਾਹੀਂ ਦੇਖਦੇ ਹਾਂ ਕੀ ਹੋਇਆ ਤੇ ਕਿਸ ਤਰ੍ਹਾਂ ਹੋ ਰਿਹਾ। ਦੁਨੀਆ ਭਰ ਦਾ ਜਿਹੜਾ ਵਾ ਉਹ ਸਿੱਖ ਉੱਥੇ ਜੁੜਿਆ। ਮੈਂ ਇਸ ਮੀਡੀਆ ਦੇ ਰਾਹੀਂ ਦੁਬਾਰਾ ਉੱਥੋਂ ਵਾਲੇ ਬੈਠੀ ਲੀਡਰਸ਼ਿਪ ਨੂੰ ਵੀ, ਪਹਿਲਾਂ ਉਹ ਜਿਹੜੇ ਉੱਥੇ ਸਾਡੇ ਵੀਰ ਬੈਠੇ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਦੁਨੀਆ ਭਰ ਵਿੱਚ ਬੈਠਾ ਸਿੱਖ ਜਿਹੜਾ ਨਿਸ਼ਾਨ ਪਸੰਦ ਇਨਸਾਨ ਜਿਹੜਾ ਉਹ ਤੁਹਾਡੇ ਨਾਲ ਸਹਿਮਤ ਆ, ਹਰ ਤਰੀਕੇ ਨਾਲ ਸਹਿਮਤ ਆ। ਤੁਹਾਡੇ ਹਰ ਦੁੱਖ ਤਕਲੀਫ ਨੂੰ ਅਸੀਂ ਆਪਣੀ ਆਤਮਾ 'ਤੇ ਮਹਿਸੂਸ ਕਰਦੇ ਹਾਂ ਤੇ ਆਖਰੀ ਦਮ ਤੱਕ ਕਰਾਂਗੇ। ਤੇ ਜਿਹੜਾ ਉੱਥੇ ਮੀਡੀਆ ਜਿਹੜਾ ਉੱਥੇ ਲੀਡਰਸ਼ਿਪ ਬੈਠੀ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਦੁਨੀਆ ਭਰ 'ਚ ਬੈਠਾ ਸਿੱਖ ਜਿਹੜਾ ਉਹ ਅੱਜ ਕਿਸੇ ਵੀ ਲੈਵਲ 'ਤੇ ਇੱਕ ਸਟੈਪ ਬਾਅਦ ਪਿੱਛੇ ਹੋਣਾ ਨਹੀਂ ਚਾਹੁੰਦਾ। ਤੇ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਕਿਸੇ ਛੋਟੇ-ਮੋਟੇ ਲਾਲਚਾਂ ਦੇ ਵਿੱਚ ਪਿੱਛੇ ਨਾ ਆ ਜਾਇਓ। ਜੋ ਕੁਝ ਘਟਨਾ ਵਾਪਰੀਆਂ ਨੇ ਲੰਮੀ ਸਟੋਰੀ ਆ ਵੀ ਪਹਿਲੇ ਦਿਨ ਤੋਂ ਲੈ ਕੇ 26 ਤਰੀਕ ਤੋਂ ਲੈ ਕੇ 27 28 ਤੱਕ ਕੋਈ FIR ਨਹੀਂ ਹੋਈ, ਕੋਈ ਪ੍ਰੋਬਲਮ ਨਹੀਂ ਹੋਈ। ਗੌਰਮੈਂਟ ਨੂੰ ਵੀ ਐਵੇਂ ਸੱਪ ਸੁੰਘ ਗਿਆ ਸੀ, ਪਰ ਸਾਡੇ ਹੀ ਲੀਡਰਾਂ ਨੇ ਉੱਥੇ ਸਟੇਜ ਉੱਤੇ ਬਹਿ ਕੇ ਆਪਣੇ ਸਿੰਘਾਂ ਨੂੰ, ਆਪਣੇ ਨੌਜਵਾਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਬਕਵਾਸ ਕਰਨਾ ਸ਼ੁਰੂ ਕੀਤਾ, ਜਿਹਦੇ ਤਹਿਤ ਜਿਹੜੀ ਉਸ ਹਕੂਮਤ ਨੂੰ ਸਾਡੇ ਨੌਜਵਾਨਾਂ 'ਤੇ ਕੇਸ ਕੀਤੇ, ਅਰੈਸਟ ਕਰਨਾ ਸ਼ੁਰੂ ਕੀਤਾ। ਤੇ ਅੱਜ ਥੋੜ੍ਹੀ ਬਹੁਤ ਇਹਨਾਂ ਨੂੰ ਅਕਲ ਆਉਣੀ ਸ਼ੁਰੂ ਹੋਈ ਹੈ। ਇੱਕ ਪਾਸੇ ਸਾਡੀ ਲੀਡਰਸ਼ਿਪ ਨੂੰ ਅਕਲ ਆ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਦੂਸਰਿਆਂ ਪਾਸਿਆਂ ਤੋਂ ਜਿਹੜੇ ਲੀਡਰ ਖੜੇ ਕੀਤੇ ਨੇ ਕਾਮਰੇਡ ਸੋਚ ਵਾਲੇ, ਉਹ ਹੁਣ ਕਹਿਣਾ ਵੀ ਸ਼ੁਰੂ ਕਰ ਰਹੇ ਨੇ ਵੀ ਅਸੀਂ ਉਹਨਾਂ ਨਾਲ ਨੈਗੋਸ਼ੀਏਸ਼ਨ ਕਰਾਂਗੇ, ਉਹਨਾਂ ਨਾਲ ਥੋੜ੍ਹੀ ਬਹੁਤ ਵਿੱਚ ਗੈਪ ਰੱਖਾਂਗੇ। ਇਹ ਗੈਪ ਲਫ਼ਜ਼ ਬਿਲਕੁਲ ਨਹੀਂ ਹੋਣਾ ਚਾਹੀਦਾ। ਮੈਂ ਦੁਬਾਰਾ ਫਿਰ ਬਾਜ TV ਦੇ ਇਸ ਮੀਡੀਅਮ ਦੇ ਰਾਹੀਂ ਸਾਰੀ ਉਸ ਲੀਡਰਸ਼ਿਪ ਨੂੰ ਤੇ ਆਪਣੇ ਸਾਰੇ ਭੈਣਾਂ ਭਰਾਵਾਂ ਬੈਠਿਆਂ ਨੂੰ ਦੁਬਾਰਾ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਇਸ ਮੋਰਚੇ ਨੂੰ ਇਸ ਬਾਹਮਣ ਦੀ ਹਿੱਕ 'ਤੇ ਪੈਰ ਰੱਖ ਕੇ ਅਸਾਂ ਆਪਣੇ ਹੱਕ ਲੈਣੇ ਨੇ। ਇਹ ਸਾਡੇ ਹੱਕ ਬਣਦੇ ਨੇ। ਸਾਡਾ ਸਿੱਖ ਰਾਜ ਦਾ ਵਿਸ਼ਾ ਜਿਹੜਾ ਉਹ ਅਲੱਗ ਆ, ਪਰ ਇਸ ਵੇਲੇ ਸਾਡੀ ਹੋਂਦ ਦਾ ਵਿਸ਼ਾ, ਇਸ ਹੋਂਦ ਦੇ ਵਿਸ਼ੇ ਨੂੰ ਕਾਇਮ ਰੱਖਣਾ। ਦੁਨੀਆ ਭਰ 'ਚ ਹਰ ਸਿੱਖ ਜਿਹੜਾ ਤੁਹਾਡੇ ਨਾਲ ਖੜਾ ਤੇ ਹਰ ਤਰੀਕੇ ਦੇ ਨਾਲ ਜਿੱਥੇ ਵੀ ਸਾਡੀ ਜ਼ਰੂਰਤ ਪਵੇਗੀ ਅਸੀਂ ਉੱਥੇ ਪਹੁੰਚਾਂਗੇ। ਇਹਨੇ ਸ਼ਬਦਾਂ ਨਾਲ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ, ਮੈਂ ਤੁਹਾਡੇ ਵਿਚਾਰਾਂ ਨੂੰ ਸਲਾਮ ਕਰਦਾ ਔਰ ਨਾਲ ਦੀ ਨਾਲ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਅੱਜ ਜਿਹੜੇ ਇਹ ਫਰਕ ਸੰਦਰਭ ਨਜ਼ਰ ਆਏ ਨੇ, ਕਿਤੇ ਨਾ ਕਿਤੇ ਜਾਗਦੀ ਜ਼ਮੀਰ ਵਾਸਤੇ ਸੁਪਰੀਮ ਕੋਰਟ ਦੇ ਬੈਂਚ ਨੇ ਬੀਤੇ ਦਿਨੀ ਫੈਸਲਾ ਸੁਣਾਇਆ ਕਿ ਸਰਕਾਰ ਦੇ ਫੈਸਲਿਆਂ ਦੇ ਵਿਰੋਧ ਦੇ ਉੱਤੇ, ਸਰਕਾਰ ਦੇ ਫੈਸਲਿਆਂ ਦਾ ਵਿਰੋਧ ਕਰਨਾ ਕੋਈ ਵੀ ਜਿਹੜਾ ਹੈ ਉਹ ਦੇਸ਼ ਧਰੋਹ ਨਹੀਂ ਹੁੰਦਾ। ਉਹਨਾਂ ਨੇ ਉਸ ਕੇਸ ਦਾ ਹਵਾਲਾ ਕੀਤਾ ਕਿ ਭਾਰਤ ਦੇ ਇੱਕ ਬਕਾਇਦਾ ਤੌਰ 'ਤੇ ਮੋਦੀ ਭਗਤ ਚੈਨਲ ਦੇ ਐਂਕਰ ਨੇ ਫਾਰੂਕ ਅਬਦੁੱਲਾ ਦੇ ਉੱਤੇ ਕੇਸ ਕੀਤਾ ਸੀ ਕਿ 370 ਧਾਰਾ ਦੇ ਸੰਦਰਭ ਦੇ ਵਿੱਚ ਜਿਹੜਾ ਹੈ ਉਹ ਉਸ ਸੰਦਰਭ ਦੇ ਵਿੱਚ ਇਹ ਗੱਲ ਕਰਕੇ ਪਟੀਸ਼ਨ ਕੀਤੀ ਗਈ ਸੀ ਕਿ ਫਾਰੂਕ ਅਬਦੁੱਲਾ ਚਾਈਨਾ ਨੂੰ ਜਿਹੜਾ ਹੈ ਉਹ ਮੁਲਕ ਵੇਚਣਾ ਚਾਹੁੰਦਾ ਹੈ ਔਰ ਕਸ਼ਮੀਰ ਹਵਾਲੇ ਕਰਨਾ ਚਾਹੁੰਦਾ ਹੈ।
ਪਰ ਉਸ ਹਵਾਲੇ ਦੇ ਤੌਰ ਦੇ ਉੱਤੇ ਉਸ ਐਂਕਰ ਨੂੰ ਸੁਪਰੀਮ ਕੋਰਟ ਨੇ 50,000 ਰੁਪਈਏ ਦਾ ਜੁਰਮਾਨਾ ਵੀ ਲਾਇਆ ਤੇ ਨਾਲ ਇਹ ਕਿਹਾ ਕਿ ਸਰਕਾਰ ਦੇ ਫੈਸਲਿਆਂ ਦਾ ਵਿਰੋਧ ਕਰਨਾ ਕੋਈ ਦੇਸ਼ ਧਰੋਹ ਜਿਹੜਾ ਹੈ ਉਹ ਨਹੀਂ ਹੁੰਦਾ। ਜਿੱਥੇ ਨਿਸ਼ਾਨ ਸਾਹਿਬ ਦੀ ਗੱਲ ਹੈ, ਉੱਥੇ ਜਦੋਂ ਚਾਈਨਾ ਨਾਲ ਲੜਨ ਦੀ ਵਾਰੀ ਆਈ, ਜਦੋਂ ਚਾਈਨਾ ਬਕਾਇਦਾ ਤੌਰ ਤੇ ਹਿੰਦੁਸਤਾਨ ਦੀਆਂ ਸਰਹੱਦਾਂ ਤੇ ਕੁਛਿਆ, ਤੇ ਉਸ ਵੇਲੇ ਸਿੱਖ ਰੈਜੀਮੈਂਟ ਦੀਆਂ ਗੱਡੀਆਂ ਦੇ ਉੱਤੇ ਸਾਡੇ ਖਾਲਸੇ ਦੇ ਨਿਸ਼ਾਨ ਸਾਹਿਬ, ਸਾਡੇ ਗੁਰੂ ਸਾਹਿਬ ਨੇ ਬਖਸ਼ੇ ਹੋਏ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਲਾ ਕੇ ਉਹ ਗੱਡੀਆਂ ਜਿਹੜੀਆਂ ਸੀ ਚਾਈਨਾ ਬਾਰਡਰ ਦੇ ਉੱਤੇ ਭੇਜੀਆਂ ਗਈਆਂ, ਕਿਉਂਕਿ ਇਹਨਾਂ ਨੇ ਜਜ਼ਬਾ ਲਿਆ, ਸਾਡੇ ਨੌਜਵਾਨਾਂ ਨੇ ਜਜ਼ਬਾ ਲਿਆ। ਉੱਥੇ ਕੋਈ ਇਤਰਾਜ਼ ਨਹੀਂ ਸੀ। ਜਦੋਂ ਬਕਾਇਦਾ ਤੌਰ ਤੇ ਸਿੱਖ ਪਲਟਨ, ਪੰਜਾਬ ਪਲਟਨ ਜਿਹੜੀ ਆ ਉਹ ਜਿੱਥੇ ਵੀ ਜਾਂਦੀ ਹੈ, ਉਸ ਪਲਟਨ ਦੇ ਵਿੱਚ ਫੌਜ ਦੇ ਵਿੱਚ ਗੁਰਦੁਆਰਾ ਜਿਹੜਾ ਸਾਹਿਬ ਹੈ ਉਹ ਉੱਥੇ ਬਣਾਇਆ ਜਾਂਦਾ ਔਰ ਬਕਾਇਦਾ ਤੌਰ ਤੇ ਮਰਿਆਦਾ ਅਨੁਸਾਰ ਉੱਥੇ ਵੀ ਨਿਸ਼ਾਨ ਸਾਹਿਬ ਲਾਇਆ ਜਾਂਦਾ। ਨਿਸ਼ਾਨ ਸਾਹਿਬ ਬਕਾਇਦਾ ਤੌਰ ਦੇ ਉੱਤੇ ਇੱਕ ਬਹਾਨਾ ਸੀ। ਇਹਨਾਂ ਬਹਾਨਿਆਂ ਤੋਂ ਉੱਪਰ ਦੀ ਗੱਲ ਜਿਹੜੀ ਹੈ ਉਹ ਜਾ ਚੁੱਕੀ ਹੈ। ਦੋਸਤੋ, ਪ੍ਰੋਗਰਾਮ ਨੂੰ ਅਸੀਂ ਜਾਰੀ ਰੱਖਾਂਗੇ ਇਸੇ ਤਰ੍ਹਾਂ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਫਿਊਲ 1 ਅਤੇ ਟੀਬੀ ਟਰਾਂਸਪੋਰਟ। ਨਿਊਯਾਰਕ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ, ਅਟਾਰਨੀ ਐਂਡ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ ਅਤੇ ਬੈਂਕਰਪਸੀ ਦੇ ਵਿੱਚ ਮਾਹਿਰ ਨੇ। ਇਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਹਰ ਬੁੱਧਵਾਰ ਨੂੰ ਤੁਸੀਂ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਭਗਤੀ ਦਾ ਘਰ ਅਤੇ ਸਿੱਖੀ ਦਾ ਵਿਹੜਾ ਗੁਰਦੁਆਰਾ ਸੰਤ ਸਾਗਰ, ਜੋ ਅੰਮ੍ਰਿਤਸਰ ਤੋਂ ਧਾਰਮਿਕ ਅਤੇ ਵਿਦਿਆ ਵੰਡਣ ਦੇ ਸੁਪਨੇ ਨਾਲ ਨਿਊਯਾਰਕ ਦੇ ਗੁਰੂ ਘਰ ਤੋਂ ਸਿੱਖੀ ਦੇ ਪ੍ਰਚਾਰ ਵਾਸਤੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਵੀ ਕੌਮ ਨੂੰ ਸਿੱਖੀ ਨਾਲ ਜੋੜਨ ਲਈ ਸੇਧ ਦੇ ਰਿਹਾ। ਗੁਰੂ ਘਰ ਦੇ ਉਪਰਾਲਿਆਂ, ਅੰਮ੍ਰਿਤਸਰ ਦੇ ਵਿਦਿਆ ਕੇਂਦਰ ਅਤੇ ਸੈਕਰਾਮੈਂਟੋ ਦੇ ਗੁਰੂ ਘਰ ਨਾਲ ਜੁੜਨ ਵਾਸਤੇ ਭਾਈ ਸੱਜਣ ਸਿੰਘ, ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਸੈਕਰਾਮੈਂਟੋ ਵਿੱਚ ਭਾਈ ਨਰਿੰਦਰ ਸਿੰਘ ਹੁੰਦਲ ਨਾਲ ਸੰਪਰਕ ਕਰਨ ਲਈ ਹੇਠ ਲਿਖੇ ਨੰਬਰਾਂ ਤੇ ਕਾਲ ਕਰੋ। ਗਲੋਬਲ ਫਰਾਈਟ ਕਰੀਅਰ ਇੰਕ, ਟਰੱਕਿੰਗ ਦੀਆਂ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ, ਟਰੱਕ ਰਿਪੇਅਰ, 24 ਘੰਟੇ ਰੋਡ ਸਰਵਿਸ, ਵਰਲਡ ਵਾਈਡ ਟਰੱਕ ਟ੍ਰੇਲਰ ਲੀਜ਼ ਐਂਡ ਸੇਲ, ਜਿਸ ਵਿੱਚ ਰੀਫਰ, ਡਰਾਈਵਰ ਵੈਨ, ਫਲੈਟ ਬੈਡ, ਟਰੈਕਟਰ ਸਭ ਸ਼ਾਮਿਲ ਨੇ। ਗਲੋਬਲ ਫਰਾਈਟ ਔਨ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਵੀ ਹਾਇਰ ਕਰਦਾ ਹੈ। ਵਧੇਰੀ ਜਾਣਕਾਰੀ ਲਈ ਅਵਤਾਰ ਸਿੰਘ ਵੜਿੰਗ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫਿਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 8858। ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। more information ਜੈਸੀ ਸਿੰਘ and ਸਾਜਿਦ ਤਰਾਰ। S&S ਬ੍ਰੋਕਰਸ ਇਨਕਾਰਪੋਰੇਸ਼ਨ ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਐਕਸੈਸ ਸੋਲਿਊਸ਼ਨ ਗਰੁੱਪ, ਸ਼ੈਡ, ਸਕੈਫੋਲਡਿੰਗ ਅਤੇ ਹੋਇਸਟ। ਪੰਜਾਬੀਆਂ ਦੀ ਨਿਊਯਾਰਕ ਵਿੱਚ ਇਮਾਰਤ ਸਾਜ਼ੀ ਦੀਆਂ ਲੋੜਾਂ ਦੇ ਲਈ ਵੱਡੀ ਕੰਪਨੀ ਐਕਸੈਸ ਸੋਲਿਊਸ਼ਨ ਗਰੁੱਪ, ਜੋ ਪ੍ਰੋਵਾਈਡ ਕਰਵਾਉਂਦੇ ਨੇ ਪਾਈਪਸ, ਸਕੈਫੋਲਡਿੰਗ, ਸਾਈਡਵਾਕ, ਸ਼ੈਡ, ਐਨਕਲੋਜ਼ਰ, ਹੋਇਸਟ, ਐਲੀਵੇਟਰ,
ਪਲੇਟਫਾਰਮ, ਸ਼ੋਰਿੰਗ ਤੇ ਡੈਬਰੀ ਸ਼ੋਇਟ। ਕੰਸਟਰਕਸ਼ਨ ਕੰਪਨੀਆਂ ਦੇ ਵਿੱਚ ਭਰੋਸੇਮੰਦ ਗਰੁੱਪ ਦਾ ਫਾਇਦਾ ਉਠਾਉਣ ਵਾਸਤੇ ਭੁਪਿੰਦਰ ਸਿੰਘ ਬੋਪਾ ਰਾਏ ਨੂੰ 212 321 0045 ਤੇ ਕਾਲ ਕਰੋ। ਐਕਸੈਸ ਸੋਲਿਊਸ਼ਨ ਗਰੁੱਪ। ਅਮਰੀਕਾ ਦਾ ਲੋਕਤੰਤਰ ਇੱਥੋਂ ਦੇ ਲੋਕਾਂ ਦੀ ਆਵਾਜ਼ ਦੇ ਨਾਲ ਜਿਉਂਦਾ ਹੈ। ਲੋਕ ਆਵਾਜ਼ ਡਿਕਟੇਟਰਸ਼ਿਪ ਨੂੰ ਕੁਚਲ ਦਿੰਦੀ ਹੈ। ਲੋਕਾਂ ਦੀ ਫਰੀडम ਆਫ ਸਪੀਚ ਐਂਡ ਫਰੀडम ਆਫ ਰਿਲੀਜਨ ਕਿਸੇ ਵੀ ਮੁਲਕ ਦੀ ਤਕਦੀਰ ਹਨ। ਅਮਰੀਕਾ ਰਾਜਨੀਤਿਕ ਬੇਈਮਾਨੀਆਂ ਤੋਂ ਕੋਹਾਂ ਦੂਰ ਹੈ। ਭਾਰਤੀ ਲੋਕਾਂ ਦਾ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਦਖਲ ਇੱਕ ਨਵੇਂ ਇਤਿਹਾਸ ਦਾ ਗਵਾਹ ਹੈ। ਰਾਜਨੀਤਿਕ ਹਾਲਾਤਾਂ ਦੀ ਚਰਚਾ ਦੇ ਨਾਲ ਹਮੇਸ਼ਾ ਤੁਹਾਡੇ ਨਾਲ ਰਹਾਂਗਾ with American Politics with Harpreet Singh Toor. Watch it only on Baz TV. ਨਿਊਯਾਰਕ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ, ਅਟਾਰਨੀ ਐਂਡ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ ਅਤੇ ਬੈਂਕਰਪਸੀ ਦੇ ਵਿੱਚ ਮਾਹਿਰ ਨੇ। ਇਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਹਰ ਬੁੱਧਵਾਰ ਨੂੰ ਤੁਸੀਂ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਆਰਲਿੰਗਟਨ ਟਰੱਕ ਸਟਾਪ, PNJ ਫਿਊਲ ਅਤੇ ਵੈਂਕੋ ਟਰੱਕ ਐਂਡ ਆਟੋ ਪਲਾਜ਼ਾ। ਦੋਸਤੋ, ਬਾਜ਼ ਦੀ ਪ੍ਰਵਾਜ਼ ਦੇ ਨਾਲ ਮੁੜ ਵਾਪਸ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਸਾਡੇ ਨਾਲ ਵੱਖ-ਵੱਖ ਆਗੂ ਨੇ, ਅਸੀਂ ਉਹਨਾਂ ਦੇ ਉੱਤੇ ਕੈਮਰਾ ਲੈ ਕੇ ਜਾਵਾਂਗੇ। ਭਾਈ ਜਗਦੀਸ਼ ਸਿੰਘ ਜੀ ਪਿਛਲੇ ਕਾਫੀ ਲੰਬੇ ਸਮੇਂ ਦੇ ਉੱਤੋਂ ਸਿੱਖ ਸੰਘਰਸ਼ ਦੇ ਉੱਤੇ ਔਰ ਸਿੱਖ ਕੌਮ ਦੇ ਹੋਰ ਮਸਲਿਆਂ ਦੇ ਉੱਤੇ ਇੱਥੇ ਕੰਮ ਕਰਦੇ ਨੇ। ਇੰਡੀਅਨੈਪਲਿਸ ਖੇਤਰ ਦੇ ਵਿੱਚ ਮੇਰੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਔਰ ਜਿੱਥੇ ਮੈਂ ਸਮਝਾਂਗਾ ਕਿ ਅੱਜ ਸਾਰੀਆਂ ਜਥੇਬੰਦੀਆਂ ਈਵਨ ਟੈਲ ਕਿ ਵੱਡੇ ਪੱਧਰ ਦੇ ਉੱਤੇ ਨਿਹੰਗ ਜਥੇਬੰਦੀਆਂ ਜਿਹੜੀਆਂ ਸਾਡੀਆਂ ਉਹ ਉਸ ਸੰਘਰਸ਼ ਦੇ ਵਿੱਚ ਉਹਨਾਂ ਨੇ ਮੋਹਰੀ ਰੋਲ ਅਦਾ ਕੀਤਾ। ਜਿੱਥੇ ਸਾਨੂੰ ਕੁਚਲਣ ਦੀ ਗੱਲ ਕੀਤੀ, ਉੱਥੇ ਨਿਹੰਗ ਸਿੰਘਾਂ ਦੇ ਉਹਨਾਂ ਘੋੜਿਆਂ ਦੀ ਦਹਾੜ ਦੇ ਨਾਲ ਵੀ ਜਿਹੜੇ ਸੀ ਉਹ ਪੁਲਿਸ ਵਾਲੇ ਬੜੇ ਵੱਡੇ ਪੱਧਰ ਦੇ ਉੱਤੇ ਭੱਜੇ। ਔਰ ਅੱਜ ਦੀ ਤਰੀਕ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕਈ ਇੱਥੇ ਲੋਕ ਐਸੇ ਨੇ ਕਿ ਉਹ ਆਪਣੇ ਆਪ ਨੂੰ ਪੂਰੇ ਅਮਰੀਕਾ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਨਿਹੰਗ ਸਿੰਘ ਔਰ ਸਭ ਤੋਂ ਉੱਚੇ ਸੁੱਚੇ ਸਿੱਖ ਅਮਰੀਕੀ ਰਾਜਨੀਤੀ ਦੇ ਵਿੱਚ ਵੀ ਪੈਰ ਧਰਨਾ ਜਿਹੜਾ ਉਹ ਝਾਂਜਰ ਪਾ ਕੇ ਬਕਾਇਦਾ ਤੌਰ ਦੇ ਉੱਤੇ ਕਰਦੇ ਰਹੇ। ਮੇਰਾ ਇਹਨਾਂ ਨੂੰ ਸਵਾਲ ਹੈ ਕਿ ਉਹ ਲੋਕਾਂ ਦੀ ਕੋਈ ਵੀ ਸਟੇਟਮੈਂਟ ਜਾਂ ਕਿਸਾਨ ਸੰਘਰਸ਼ ਦੇ ਵਿੱਚ ਉਹਨਾਂ ਦੀ ਵਿਦੇਸ਼ ਦੇ ਵਿੱਚ ਆਮਦ ਕਿਉਂ ਨਹੀਂ ਆਈ? ਉਹਨਾਂ ਲੋਕਾਂ ਨੂੰ ਜਿਹੜੇ ਬਕਾਇਦੇ ਤੌਰ ਦੇ ਉੱਤੇ ਕਈ ਸਾਲ ਇੱਥੇ ਪ੍ਰੂਵ ਕਰਦੇ ਰਹੇ ਅਸੀਂ ਬਹੁਤ ਵੱਡੇ ਸਿੱਖ ਹਾਂ, ਉਹਨਾਂ ਨੂੰ ਅਸੀਂ ਕੀ ਕਹੀਏ ਕਿ ਉਹ ਲੋਕ ਨਾ ਕਿਸਾਨ ਸੰਘਰਸ਼ ਪ੍ਰਤੀ ਸਟੇਟਮੈਂਟ ਨਾ ਕੁਝ ਵੀ, ਕਿ ਉਹ ਬਕਾਇਦਾ ਤੌਰ ਦੇ ਉੱਤੇ ਡੰਮੀਆਂ ਜਿਹੜੀਆਂ ਸੀ ਅਸੀਂ ਉਹਨਾਂ ਨੂੰ ਸਿਰਫ ਤੇ ਸਿਰਫ ਇਹ ਲੈ ਲਈਏ ਕਿ ਉਹ ਸ਼ੋਅ ਪੀਸ ਤੁਰੇ ਫਿਰਦੇ ਸੀ ਜਾਂ ਉਹ ਕੌਣ ਸਨ, ਜਾਂ ਉਹ ਅਸੀਂ ਇਹ ਕਹਿ ਲਈਏ ਕਿ ਉਹ ਲੋਕ ਸਾਡੀ ਕਮਿਊਨਿਟੀ ਦੇ ਵਿੱਚ ਸਾਡਾ ਬਾਣਾ ਪਹਿਨ ਕੇ RSS ਦੇ ਸਲੀਪਰ ਸੈੱਲ ਸੀ। ਮਾਈਕ ਦੇ ਰਿਹਾ ਮੈਂ ਭਾਈ ਜਗਦੀਸ਼ ਸਿੰਘ ਹੋਰਾਂ ਨੂੰ। ਰਿਆੜ ਸਾਹਿਬ, ਮੇਰੇ ਵੱਲੋਂ ਬਾਜ਼ TV ਦੁਨੀਆ ਦੇ ਵਿੱਚ ਜਿੰਨੇ ਵੀ ਸੰਗਤ ਬਾਜ਼ TV ਨੂੰ ਸੁਣ ਰਹੀ ਹੈ, ਦੇਖ ਰਹੀ ਹੈ, ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਆਪਣੇ ਉਸ ਪੜਾਅ 'ਤੇ ਪਹੁੰਚ ਚੁੱਕਿਆ ਜਿੱਥੇ ਹਰ ਇੱਕ ਦੁਨੀਆ ਦੇ ਵਿੱਚ ਜੋ ਵੀ ਬੰਦਾ ਇੱਕ ਮਨੁੱਖਤਾ ਦੀ ਹਿਮਾਇਤ ਰੱਖਦਾ, ਮਨੁੱਖਤਾ ਦੇ ਹੱਕ ਦੇ ਲਈ ਬੋਲਦਾ, ਉਹਨੂੰ ਕੁਛ ਆਸ ਬਝੀ ਹੈ ਕਿ ਗੁਲਾਮ ਕੌਮਾਂ, ਗੁਲਾਮ ਕਿਸਾਨ, ਗੁਲਾਮ ਮਜ਼ਦੂਰ, ਗੁਲਾਮ ਕਿਰਤੀ ਹੈ ਜਿਹੜਾ, ਉਹਨੂੰ ਕੁਛ ਨਾ ਕੁਛ ਇਸ ਸੰਘਰਸ਼ ਦੇ ਵਿੱਚੋਂ ਮਿਲੂਗਾ। ਅੱਜ ਦਾ ਜਿਹੜਾ ਸੰਘਰਸ਼ ਹੈ ਉਹ ਇਕੱਲੇ ਪੰਜਾਬ ਤੱਕ ਹੀ ਸੀਮਤ ਨਹੀਂ, ਜਿੱਦਾਂ ਤੁਸੀਂ ਅਤੇ ਦੂਜੇ ਵੀਰ ਸਾਰੇ ਦੱਸ ਚੁੱਕੇ ਆ ਕਿ ਉਹ ਕਿਸਾਨ ਤੋਂ ਉੱਠ ਕੇ ਮਜ਼ਦੂਰ ਅਤੇ ਮਜ਼ਦੂਰ ਦੇ ਨਾਲ ਆੜ੍ਹਤੀਆ ਵਰਗ, ਵਪਾਰੀ ਵਰਗ, ਉਹ ਸਾਰੇ ਇਹਨਾਂ ਦੇ ਨਾਲ ਜੁੜ ਰਹੇ ਨੇ। ਅਸਲ ਜਿਹੜਾ ਇਹ ਮੁੱਦਾ ਕਿਸਾਨੀ ਦਾ, ਜੇ ਇਹ ਹੁਣ ਵੀ ਨਾ ਅਸੀਂ ਇਸ ਦੇ ਉੱਤੇ ਗੌਰ ਕੀਤੀ ਤੇ ਸਾਡੀ ਇਹ ਹੋਣ ਦਾ ਮੁੱਦਾ, ਸਾਡੀ ਮੌਤ ਦੇ ਵਾਰੰਟ ਜਾਰੀ ਹੋਣ ਦਾ ਮੁੱਦਾ ਇਹ। ਦੇਖੋ ਰਿਆੜ ਸਾਹਿਬ, ਪਾਣੀ ਦਾ ਜਿਹੜਾ ਸਿਸਟਮ ਸੀ ਉਹ 20 ਫੁੱਟ ਤੋਂ ਲੈ ਕੇ 300 ਫੁੱਟ ਤੱਕ ਚਲਿਆ ਗਿਆ। ਜਿਹੜਾ ਇੱਕ 2 ਕਿੱਲੇ ਵਾਲਾ ਕਿਸਾਨ ਹੈ, ਜਿਹੜਾ 2.5 ਕਿੱਲੇ ਕਿਸਾਨ ਆ, ਉਹਦੀ ਪਹੁੰਚ ਹੀ ਨਹੀਂ ਹੈਗੀ ਕਿ 2-2.5 ਲੱਖ ਰੁਪਏ ਦਾ ਟਿਊਬਵੈੱਲ ਬੋਰ ਲਵਾ ਕੇ, ਮੋਟਰ ਲਵਾ ਕੇ ਉੱਥੋਂ ਪਾਣੀ ਕੱਢ ਸਕੇ। ਨਹਿਰਾਂ ਦਾ ਪਾਣੀ ਇਹਨਾਂ ਨੇ ਬੜੀ ਸੋਚੀ ਸਮਝੀ ਸਕੀਮ ਦੇ ਨਾਲ, ਜਦੋਂ ਪੰਜਾਬ ਨੂੰ ਬਿਜਲੀ ਫ੍ਰੀ ਕੀਤੀ ਹੈ, ਮੋਟਰਾਂ ਫ੍ਰੀ ਕੀਤੀਆਂ, ਸਕੀਮ ਸੀ ਇਹਨਾਂ ਦੀ। ਉਦੋਂ ਹੀ ਰਿਆੜ ਸਾਹਿਬ ਤੁਸੀਂ ਪੱਤਰਕਾਰ 30-35 ਸਾਲ ਤੋਂ ਜੁੜੇ ਹੋ, ਮੈਨੂੰ ਯਾਦ ਨਹੀਂ, ਉਦੋਂ ਸ਼ਾਇਦ ਕਵਲ ਸਿੰਘ ਨੇ ਇੱਕ ਲੇਖ ਲਿਖਿਆ ਸੀਗਾ ਕਿ ਪੰਜਾਬ ਦੇ ਕਿਸਾਨੋਂ ਤੁਹਾਨੂੰ ਜਿਹੜੀ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਨਾ, ਇਹ ਬਿਜਲੀ ਫ੍ਰੀ ਨਹੀਂ,
ਤੁਹਾਡੇ ਬੁੱਕਾਂ 'ਚ ਜਿਹੜਾ ਪਾਣੀ ਪਿਆ ਹੈ ਉਹ ਖਿੱਚਿਆ ਜਾ ਰਿਹਾ। ਉਹੀ ਗੱਲ ਹੋਈ ਆ। ਪੰਜਾਬ ਦੇ ਵਿੱਚ 10 ਲੱਖ ਟਿਊਬਵੈੱਲ ਆ ਜਿਹੜਾ ਉਹ ਡੇਲੀ ਧਰਤੀ ਨੂੰ ਪਾੜ ਕੇ ਉਹਦੇ 'ਚ ਪਾਣੀ ਕੱਢ ਰਿਹਾ। ਪਾਣੀ ਹੈ ਹੀ ਨਹੀਂ ਪੰਜਾਬ ਦੇ ਵਿੱਚ। ਪੰਜਾਬ ਦਾ ਪਾਣੀ ਖਤਮ ਕਰ ਚੁੱਕਿਆ। ਹੁਣ ਜਿਹੜਾ ਕਿਸਾਨ ਸੀਗਾ 2-2.5 ਕਿੱਲੇ ਵਾਲਾ, ਉਹ ਆਪਦੀ ਫਸਲ ਕਿਸੇ ਨਾ ਕਿਸੇ ਤਰ੍ਹਾਂ ਮੁਸ਼ੱਕਤ ਕਰਕੇ ਉੱਥੋਂ ਕੁਛ ਆਪਦਾ ਗੁਜ਼ਾਰਾ ਕਰ ਰਿਹਾ ਸੀ। ਉਹਦੇ ਉੱਤੇ ਹੁਣ ਅੱਜ ਕੋਆਪਰੇਟ ਲਾਣੇ ਆ ਜਿਹੜੇ ਜਿਹੜੀ ਇੰਡੀਆ ਦੀ ਗੌਰਮੈਂਟ ਆ ਉਹਦੇ ਸਹਿਯੋਗ ਨਾਲ ਉਹਨੂੰ ਹੜੱਪ ਕਰਨਾ ਚਾਹੁੰਦੇ ਆ। ਸੋ ਅੱਜ ਸਾਰਾ ਸਾਡਾ ਫਰਜ਼ ਬਣਦਾ, ਜਿੰਨੇ ਵੀ ਵੀਰ ਇੱਥੇ ਬਾਹਰ ਚੰਗੀ ਸੋਚ ਵਾਲੇ ਆ ਜਾਂ ਜਿੰਨੇ ਕਿਸਾਨ ਵੀਰ ਨੇ, ਵੀਰੋ ਲੜਨਾ ਪੈਣਾ ਜਾਂ ਮਰਨਾ ਪੈਣਾ, ਦੋ ਹੀ ਨੇ ਤੁਹਾਡੇ ਮਕਸਦ। ਲੜ ਲਓਗੇ ਤਾਂ ਕੁਛ ਲੈ ਲਓਗੇ, ਜੇ ਮਰ ਜਾਓਗੇ ਤਾਂ ਤੁਹਾਡਾ ਕੁਛ ਵੀ ਨਹੀਂ ਹੈਗਾ। ਮੈਂ ਤਾਂ ਆਮ ਹੀ ਇੱਕ ਗੱਲ ਕਹਿਣਾ ਹੁਣ ਰੇਡ ਸਾਹਿਬ ਕਿ ਸਾਡੀ 60 ਸਾਲ ਦੀ ਉਮਰ ਹੋ ਚੁੱਕੀ ਹੈ। ਬਾਬੇ ਨਾਨਕ ਨੇ ਕਿਹਾ ਸੀ, ਜਬ ਲਕ ਦੁਨੀਆ ਰਹੀਏ ਨਾਨਕ, ਕੁਛ ਸੁਣੀਏ ਕੁਛ ਕਹੀਏ। ਅਤੇ ਸਾਨੂੰ ਸਾਰਿਆਂ ਨੂੰ ਇਸ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ। ਅੱਜ ਲੋੜ ਹੈ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ। ਬਾਕੀ ਰੇਡ ਸਾਹਿਬ ਜਿਹੜੀ ਬਲਵਿੰਦਰ ਸਿੰਘ ਭਾਜੀ ਨੇ ਤੁਸੀਂ ਵੀ ਗੱਲ ਕੀਤੀ ਆ, ਨਿਸ਼ਾਨ ਸਾਹਿਬ ਚੜਾਉਣਾ ਕੋਈ ਜੁਰਮ ਨਹੀਂ। ਲਾਲ ਕਿਲ੍ਹੇ ਉੱਤੇ ਸਾਡਾ ਵੀ ਪੰਜਾਬੀਆਂ ਦਾ ਹੱਕ ਹੈ। ਸਾਡੇ ਬਾਬੇ ਬਗੇਲ ਸਿੰਘ ਹੋਰਾਂ ਨੇ ਉੱਥੇ ਆਲਰੇਡੀ ਨਿਸ਼ਾਨ ਸਾਹਿਬ ਚੜਾਇਆ ਹੋਇਆ। ਨੰਬਰ 2 'ਤੇ ਜੇ ਉਹ ਨਿਸ਼ਾਨ ਸਾਹਿਬ ਨਾ ਵੀ ਚੜਾਉਂਦੇ, ਜਿੰਨੇ ਵੀ ਇੱਥੇ ਸੰਗਤ ਬੈਠੇ ਆ, ਆਪਾਂ ਯੂਨੀਵਰਸਿਟੀ ਵਿੱਚੋਂ ਧੱਕੇ ਖਾ ਕੇ ਆਏ ਹਾਂ। ਇੱਥੇ ਜਦੋਂ ਅਸੀਂ ਸੰਘਰਸ਼ ਕਰਦੇ ਸੀ, ਉੱਥੇ ਸਟੂਡੈਂਟ ਯੂਨੀਅਨ ਵੱਲੋਂ ਜਿਹੜੀ ਗੌਰਮੈਂਟ ਜਿਹੜੀ ਪੁਲਿਸ ਸੀਗੀ ਉਹ ਕੋਈ ਨਾ ਕੋਈ ਵੀਕ ਪੁਆਇੰਟ ਲੱਭ ਲੈਂਦੀ ਸੀ। ਕੁਛ ਬੰਦਿਆਂ ਉੱਤੇ ਕੇਸ ਪਾ ਦਿੰਦੀ ਸੀ, ਉਹ ਕੇਸਾਂ ਦੇ ਚੁਲਝੇ ਰਹਿੰਦੇ ਸੀਗੇ ਅਤੇ ਮੂਵਮੈਂਟ ਉੱਥੇ ਖਤਮ ਹੋ ਜਾਂਦੀ ਸੀ। ਇਹੀ ਇਹਨਾਂ ਨੇ ਤਰੀਕਾ ਵਰਤਿਆ, ਜਿਹੜੀ ਦਿੱਲੀ ਦੀ ਪੁਲਿਸ ਹੈ ਉਹਨੇ ਇਹੀ ਤਰੀਕਾ ਵਰਤਿਆ। ਇਸੇ ਤਰੀਕੇ ਨਾਲ ਜੇ ਉਹ ਨਿਸ਼ਾਨ ਸਾਹਿਬ ਅਕਾਲ ਸਾਹਿਬ ਦੇ ਉੱਤੇ ਵੀ ਨਾ ਚੜਾਉਂਦੇ, ਫਿਰ ਵੀ ਉਹਨਾਂ ਨੇ ਅਰੈਸਟ ਕਰਨਾ ਸੀ ਮੁੰਡਿਆਂ ਨੂੰ। ਇਹ ਜ਼ਰੂਰੀ ਹੈ ਕਿਉਂਕਿ ਹਰੇਕ ਬੰਦਾ ਐਕਸਪੀਰੀਅੰਸ ਹੈ। ਉਹਨਾਂ ਨੇ ਅਰੈਸਟ ਕਰਕੇ ਫਿਰ ਉਹਨਾਂ 'ਤੇ ਕੇਸ ਪਾਉਣੇ ਸੀ, ਫਿਰ ਉਹਨਾਂ ਨੂੰ ਲਿਜਾਉਣਾ ਸੀਗਾ। ਇੱਥੇ ਜਿਹੜੀ ਨਮੋਸ਼ੀ ਆਈ ਸੀ, ਜਿਹੜੀ ਮੇਰੇ ਹਿਸਾਬ ਨਾਲ ਜਿਹੜੀ 27 ਤਰੀਕ ਨੂੰ ਨਮੋਸ਼ੀ ਆਈ ਹੈ, ਉਹ ਘੋਲ ਪਿੱਛੋਂ ਨਮੋਸ਼ੀ ਨਹੀਂ ਆਈ। ਉਹ ਨਮੋਸ਼ੀ ਇਸ ਕਰਕੇ ਆਈ ਹੈ, ਜਿਹੜੇ ਸਾਡੇ ਲੀਡਰ ਸੀਗੇ ਉਹਨਾਂ ਨੇ ਉਹਨਾਂ ਮੁੰਡਿਆਂ ਨੂੰ ਇੱਕ ਪਾਸੇ ਘੋਲ ਤੋਂ ਕਰ ਦਿੱਤਾ। ਉਹਨਾਂ ਨੇ ਇਹ ਕਹਿ ਦਿੱਤਾ ਇਹ ਘੋਲ ਦਾ ਅੰਗ ਹੀ ਨਹੀਂ ਹੈਗੇ, ਇਹ ਸਾਡੇ ਨਾਲ ਹੀ ਨਹੀਂ ਹੈਗੇ। ਜੇ ਨਵਦੀਪ ਸਿੰਘ ਉੱਥੇ ਉਹਦੀ ਸ਼ਹੀਦੀ ਹੁੰਦੀ ਆ ਟਰੈਕਟਰ ਦੇ ਨਾਲ, ਜਿਸ ਉਹਦੀ ਉਹ ਡਿਕਲੇਅਰ ਕਰ ਦਿੰਦੇ ਕਿ ਇਹ ਨਵਦੀਪ ਸਿੰਘ ਜੇ ਕਿਸਾਨ ਮੋਰਚੇ ਦਾ ਇਹ ਪਹਿਲਾ ਸ਼ਹੀਦ ਹੈ, ਤਾਂ ਇਹ ਗੱਲ ਹੋਣੀ ਨਹੀਂ ਸੀਗੀ। ਕਿਸੇ 'ਤੇ ਕੇਸ ਵੀ ਨਹੀਂ ਪੈਣੇ ਸੀਗੇ। ਗੋਲੀ ਨਾਲ ਸ਼ਹੀਦ, ਜੇ ਉਹਨੂੰ ਕਿਹਾ ਨਹੀਂ ਵੀ ਟਰੈਕਟਰ ਪਾਟਿਆ, ਟਰੈਕਟਰ ਨਹੀਂ, ਉਹ ਗੋਲੀ ਨਾਲ ਪਾਟਿਆ, ਟਰੈਕਟਰ ਪਾਟਿਆ, ਹਾਂ, ਗੋਲੀ ਨਾਲ ਸ਼ਹੀਦ ਹੋਇਆ। ਅਤੇ ਇਸੇ ਹਿਸਾਬ ਨਾਲ ਜਿਹੜਾ ਲੱਖਾ ਸਿਧਾਣਾ, ਜਿਹੜੇ ਮੁੰਡੇ ਫੜੇ ਗਏ ਆ, ਜਾਂ ਜਿਹੜਾ ਆਪਣਾ ਦੀਪ ਸੰਧੂ ਹੈ, ਜੇ ਕਿਤੇ ਕਿਸਾਨ ਸਾਡੇ ਵੀਰ ਜਿਹੜੇ ਸਾਡਾ ਦੇਖੋ ਕਿਸਾਨ ਵੀਰੋ, ਕਿਸਾਨ ਲੀਡਰੋ, ਸਾਡੀ ਤੁਹਾਨੂੰ ਇਹੀ ਬੇਨਤੀ ਹੈ ਹੱਥ ਬੰਨ੍ਹ ਕੇ, ਬਾਹਰ ਬੈਠਾ ਸਿੱਖ ਤੁਹਾਡੇ ਨਾਲ ਹੈ, ਹਮੇਸ਼ਾ ਨਾਲ ਰਹੂਗਾ। ਪਰ ਜਿਹੜੀ ਸੋਚ ਹੈ ਤੁਹਾਡੀ, ਉਹ ਕਿਸਾਨ ਮੋਰਚੇ ਦੇ ਵਿੱਚ ਜੋ ਵੀ ਕੋਈ ਮਾਈ ਭਾਈ, ਜੋ ਵੀ ਕੋਈ ਨੌਜਵਾਨ ਉੱਥੇ ਆ ਗਿਆ, ਉਹ ਕਿਸਾਨ ਮੋਰਚੇ ਦਾ ਹਿੱਸਾ ਹੈ। ਉਹਦੀ ਜਿਹੜੀ ਵੀ ਕੋਈ ਉਹਦੇ 'ਤੇ ਕੇਸ ਪੈਂਦਾ ਜਾਂ ਕਿਸੇ ਵੀ ਪ੍ਰੋਪਰਟੀ ਦਾ, ਉਹਦਾ ਟਰੈਕਟਰ ਦਾ ਨੁਕਸਾਨ ਹੁੰਦਾ, ਕਿਸਾਨ ਯੂਨੀਅਨ ਦਾ ਹੱਕ ਬਣਦਾ ਕਿ ਉਹਦਾ ਕੇਸ ਫਾਈਟ ਕੀਤਾ ਜਾਵੇ ਅਤੇ ਉਹਦੀ ਜਿਹੜੀ ਵੀ ਪ੍ਰੋਪਰਟੀ ਦਾ ਨੁਕਸਾਨ ਹੁੰਦਾ ਉਹ ਕਿਸਾਨ ਯੂਨੀਅਨ ਵੱਲੋਂ ਦਿੱਤਾ ਜਾਵੇ ਉਹਨਾਂ ਨੂੰ। ਜਗਦੀਸ਼ ਜੀ, ਮੈਂ ਉਹ ਜਿਹੜਾ ਸਵਾਲ ਤੁਹਾਨੂੰ ਇੱਕ ਕੀਤਾ ਸੀ ਸਥਾਨਕ ਪੱਧਰ ਦੇ ਆਗੂਆਂ ਦਾ, ਜਿਹੜੇ ਇੱਥੋਂ ਦੇ ਕਿ ਉੱਥੋਂ ਦੇ ਜੀ, ਜਿਹੜੇ ਇੱਥੋਂ ਦੇ ਆਗੂ ਨੇ ਉਹ ਸਾਰੇ ਜਿੰਨੇ ਵੀ ਇੱਥੇ ਅਸੀਂ ਤਕਰੀਬਨ ਅਸੀਂ ਤਿੰਨ ਚਾਰ ਮੁਜ਼ਾਹਰੇ ਕਰ ਚੁੱਕੇ ਹਾਂ। ਅਤੇ ਦੂਜੀ ਗੱਲ ਇੱਥੇ ਦੇਖੋ ਜੀ, ਕੁਛ ਬੰਦੇ ਇੱਥੇ ਸਾਡੀ ਕਮਿਊਨਿਟੀ ਦੇ ਵਿੱਚ ਉਹ ਬਾਣਾ ਵੀ ਪਾਇਆ ਜਾਂ ਉੱਦਾਂ ਵੀ ਕਹਿੰਦੇ ਆ ਵੀ ਅਸੀਂ ਕਮਿਊਨਿਟੀ ਦੇ ਨਾਲ ਹਾਂ, ਕਮਿਊਨਿਟੀ ਦੀ ਗੱਲ ਕਰਦੇ ਹਾਂ। ਦੇਖੋ ਵੀ ਜਾਂ ਤਾਂ ਉਹ ਆਪਦਾ ਚਿਹਰਾ ਸਾਡੇ ਸਾਹਮਣੇ ਲਿਆਉਣ ਵੀ ਕੌਣ ਨੇ ਉਹ। ਹੁਣ ਪਿੱਛੇ ਵੀ ਮੇਰੀ ਗੱਲ ਹੋਈ ਸੀਗੀ, ਉਹ ਕਹਿੰਦੇ ਵੀ ਅਸੀਂ ਤਾਂ ਕੋਈ ਇੱਦਾਂ ਦੀ ਗੱਲ ਨਹੀਂ ਕੀਤੀ ਹੈਗੀ, ਸਾਡੀਆਂ ਸਿਰਫ ਫੋਟੋਆਂ ਬਾਈ ਚਾਂਸ ਜਾਂ ਕਿਸੇ, ਅਸੀਂ ਮੰਨਦੇ ਹਾਂ ਵੀ ਹੋ ਸਕਦਾ ਤੁਹਾਡੀ ਫੋਟੋ ਉੱਦਾਂ ਕਿਤੇ ਖਿੱਚ, ਪਰ ਆ ਕੇ ਕਮਿਊਨਿਟੀ ਨੂੰ ਦੱਸੋ ਨਾ, ਗੁਰੂ ਘਰਾਂ ਦੀ ਸਟੇਜ 'ਤੇ ਆ ਕੇ ਦੱਸੋ ਵੀ ਭਾਈ ਅਸੀਂ ਤੁਹਾਡੇ ਨਾਲ ਆ, ਅਸੀਂ ਕਿਸੇ ਉਹਨਾਂ ਦੇ ਨਾਲ ਨਹੀਂ ਹੈਗੇ, ਅਸੀਂ ਬੀਜੇਪੀ ਦੇ ਜਾਂ ਮੈਂਬਰ ਜਾਂ ਕੋਈ ਹੋਰ ਨਹੀਂ ਹੈਗੇ। ਘੱਟੋ ਘੱਟ ਸਪਸ਼ਟੀਕਰਨ ਤਾਂ ਦੇਣ ਨਾ, ਫੇਰ ਹੀ ਸੰਗਤ ਉਹਨਾਂ ਦੇ ਨਾਲ ਜੁੜੂਗੀ। ਜਦੋਂ ਕੋਈ ਸਪਸ਼ਟੀਕਰਨ ਦੇ ਨਹੀਂ ਰਹੇ ਹੋ, ਕੁਛ ਕਰ ਹੀ ਨਹੀਂ ਰਹੇ ਹੋ, ਅਤੇ ਫਿਰ ਸੰਗਤ ਦੇ ਨਾਲ ਤਾਂ ਉਹਨਾਂ ਜੁੜਨਾ ਨਹੀਂ। ਉਹਨਾਂ ਸੰਗਤ ਦੇ ਨਾਲ ਤਾਂ ਜੀ ਉਹਨਾਂ ਨੇ ਆਪਦਾ ਆਡੀ ਰਾਹ ਬਣਾਇਆ ਹੋਇਆ। ਅਤੇ ਅਸੀਂ ਤਾਂ ਕਦੇ ਵੀ ਸਿੱਖ ਸੋਸਾਇਟੀ ਵੱਲੋਂ ਵੀ ਜਾਂ ਗੁਰਦੁਆਰਾ ਜਿਹੜੀ ਆਪਣਾ ਗੁਰਦੁਆਰਾ ਹਰਗੋਬਿੰਦ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਉਹਦੀ ਕਮੇਟੀ ਵੱਲੋਂ ਅਸੀਂ ਕਦੇ ਕਿਸੇ ਨਾਲ ਵੀ ਵਿਚਾਰਕ ਤੌਰ 'ਤੇ ਅਸੀਂ ਸਾਡੀ ਮਿੱਤਭੇਦ ਹੋ ਸਕਦੀ ਆ,
ਪਰ ਅਸੀਂ ਕਦੇ ਵੀ ਕਿਸੇ ਨੂੰ ਪਰਸਨਲੀ ਰੰਜਿਸ਼ ਦੇ ਨਾਲ ਨਹੀਂ ਲਿਆਉਂਦੇ। ਸਾਡੇ ਵਿਚਾਰ ਮਤਭੇਦ ਸਾਡੇ ਨਾਲ ਆ ਕੇ ਬੈਠੋ, ਗੱਲਬਾਤ ਕਰੋ, ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਪਰ ਕੋਈ ਵੀ ਜਿਹੜਾ ਵੀ ਬੰਦਾ ਕੋਈ ਇੱਦਾਂ ਦੀ ਗੱਲ ਕਰਦਾ ਵੀ ਉਹ ਪਾਰਟੀ ਬੀਜੇਪੀ ਨੂੰ ਬਿਲੋਂਗ ਕਰਦਾ ਜਾਂ ਮੋਦੀ ਨਾਲ ਫੋਟੋਆਂ ਖਿਚਾਉਂਦਾ ਜਾਂ ਜਾ ਕੇ ਹਰਿਆਣਾ ਦਾ ਜਿਹੜਾ ਚੀਫ ਮਿਨਿਸਟਰ ਹੈ ਉਹਦੇ ਨਾਲ ਜਾ ਕੇ ਫੋਟੋਆਂ ਖਿਚਾਉਂਦਾ, ਫਿਰ ਇੱਥੇ ਆ ਕੇ ਉਹ ਕਹਿੰਦਾ ਵੀ ਮੈਂ ਤਾਂ ਕਿਸਾਨਾਂ ਦਾ ਮੀਡੀਆ ਦੇ ਵਿੱਚ ਖਬਰ ਤੱਕ ਲਵਾਉਂਦੇ ਆ ਤੇ ਇੱਥੇ ਆ ਕੇ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਹਾਂ। ਇਹ ਦੋਗਲੀ ਪਾਲਿਸੀ ਕਿਸਾਨ ਜਾਂ ਇੱਥੋਂ ਦੇ ਜਿਹੜੇ ਸਥਾਨਕ ਜਿਹੜੇ ਇੱਥੋਂ ਦੇ ਲੀਡਰ ਨੇ ਉਹਨੂੰ ਭਲੀ ਪਤਾ ਹੈ ਜੀ। ਉਹ ਇਦਾਂ ਦੀ ਗੱਲ ਨਹੀਂ ਬਰਦਾਸ਼ਤ ਕਰਨਗੇ। ਹਾਂ, ਜੇ ਉਹ ਸੱਚੇ ਦਿਲੋਂ ਕਿਸਾਨਾਂ ਦੇ ਨਾਲ ਜੁੜਨਾ ਚਾਹੁੰਦੇ ਆ, ਆਓ ਕਮੇਟੀ ਮੈਂਬਰ ਬੈਠੇ ਆ, ਕਮੇਟੀ ਮੈਂਬਰਾਂ ਨਾਲ ਗੱਲ ਕੋਈ ਸਾਡੇ ਅਸੀਂ ਗੱਲਾਂ ਨਾਲ ਲਾਉਣੇ ਉਹਨਾਂ ਨੂੰ। ਸਾਡੀ ਕਿਸੇ ਮੈਂ ਫਿਰ ਇਹੀ ਕਹਿਣਾ ਵੀ ਸਾਡੀ ਵਿਚਾਰਕ ਸਾਂਝ ਕਿਸੇ ਤੁਹਾਡੇ ਤੇ ਮੇਰੇ ਵਿਚਾਰ ਵੱਖਰੇ ਹੋ ਸਕਦੇ ਆ। ਅਸੀਂ ਲੜਨਾ ਨਹੀਂ ਕਿਸੇ ਨਾਲ। ਜਿਹੜਾ ਗੁਰੂ ਦਾ ਸਿੱਖ ਹੈ ਉਹ ਕਦੇ ਮੱਧ ਭਾਸ਼ਾ ਨਹੀਂ ਬੋਲਦਾ। ਉਹਨਾਂ ਦੀਆਂ ਮਾਵਾਂ ਭੈਣਾਂ ਸਾਡੀਆਂ ਮਾਵਾਂ ਭੈਣਾਂ ਸਾਡੀਆਂ ਤੇ ਇੱਕੋ ਜਿਹੀਆਂ ਨੇ, ਅਸੀਂ ਮੰਨਦੇ ਹਾਂ, ਅਸੀਂ ਗੁਰੂ ਦੇ ਸਿੱਖ ਹਾਂ। ਆਓ ਬਹਿ ਕੇ ਗੱਲਬਾਤ ਕਰਦੇ ਹਾਂ, ਗੱਲਬਾਤ ਕਰਦੇ ਰੰਜਿਸ਼ ਦੂਰ ਕਰਦੇ ਹਾਂ। ਤੇ ਬਾਕੀ ਫਿਰ ਮੈਂ ਇਹ ਕਹੂੰਗਾ ਵੀ ਸਾਨੂੰ ਸਾਰਿਆਂ ਨੂੰ ਜਿਹੜਾ ਇਹ ਮੁੱਦਾ ਜਿਹੜਾ ਕਿਸਾਨੀ ਘੋਲ ਦਾ ਉਹਦੇ ਨਾਲ ਸਾਨੂੰ ਸਾਥ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਬਿਲਕੁਲ ਜੀ, ਭਾਈ ਜਗਦੀਸ਼ ਸਿੰਘ ਉਹਨਾਂ ਨੇ ਗੱਲ ਕੀਤੀ, ਪਰ ਮੈਂ ਇਹ ਗੱਲ ਜ਼ਰੂਰ ਕਦੇ ਮੇਰੀ ਆਪਣੀ ਨਿੱਜੀ ਵਿਚਾਰ ਹੈ ਕਿ ਇਹ ਸਵਾਹ ਦੀਆਂ ਚੁਟਕੀਆਂ ਨੇ ਔਰ ਸਿੱਖ ਕੌਮ ਦੀ ਪਵਿੱਤਰ ਖੀਰ ਦੇ ਵਿੱਚ ਜੇਕਰ ਇਹ ਸਵਾਹ ਦੀਆਂ ਚੁਟਕੀਆਂ ਨਾ ਹੀ ਮਿਕਸ ਹੋਣ ਤਾਂ ਮੇਰਾ ਖਿਆਲ ਹੈ ਕਿ ਬਹੁਤ ਵਧੀਆ ਗੱਲ ਹੁੰਦੀ ਹੈ ਔਰ ਸਾਰਾ ਲੋਕ ਇਹਨਾਂ ਦਾ ਅਤੀਤ ਵਗੈਰਾ ਜਿਹੜਾ ਉਹ ਬਕਾਇਦਾ ਤੌਰ ਦੇ ਉੱਤੇ ਜਾਣਦੇ ਹੈਗੇ ਆ। ਸਾਡੇ ਨਾਲ ਨੇ ਭਾਈ ਜਸਪਾਲ ਸਿੰਘ ਜੀ। ਕਿੱਧਰ ਨੇ ਜੀ? ਭਾਈ ਜਸਪਾਲ ਸਿੰਘ ਜੀ ਕੀ ਕਹਿਣਗੇ? ਭਾਈ ਜਸਪਾਲ ਸਿੰਘ ਜੀ। ਹਾਂਜੀ, ਮੇਰੇ ਵੱਲੋਂ ਜੀ ਸਾਰੇ ਵੇਖਣ ਵਾਲਿਆਂ ਨੂੰ ਤੇ ਇੱਥੇ ਬੈਠੇ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਇੱਥੇ ਤਕਰੀਬਨ ਸਾਰੀ ਸੰਗਤ ਜਿੰਨੀ ਬੈਠੀ ਹੈ ਤੇ ਵੇਖਣ ਵਾਲੀ ਹੈ, ਅੱਜ ਤੱਕ 3 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਇਸ ਮੋਰਚੇ ਨੂੰ ਹਰ ਇੱਕ ਨੇ ਬੜੀ ਨੀਝ ਨਾਲ ਵੇਖਿਆ ਹੈ। ਇਹਦੇ ਉਤਰਾਅ ਚੜ੍ਹਾਅ ਵੀ, ਇਹਦਾ ਵਿਰੋਧ ਵੀ। ਜਿੰਨਾ ਵਿਰੋਧ ਇਸ ਟਾਈਮ ਤੇ ਮੋਦੀ ਸਰਕਾਰ ਦਾ ਹੋਇਆ, ਮੇਰਾ ਨਹੀਂ ਖਿਆਲ ਜਦੋਂ ਦੀ ਮੋਦੀ ਸਰਕਾਰ ਬਣੀ ਹੈ ਇੰਨਾ ਵੱਡਾ ਵਿਰੋਧ ਕਦੀ ਹੋਇਆ। ਉਹਦਾ ਕਾਰਨ ਇਹ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ, ਹਰ ਕਿਸਾਨ ਨੂੰ ਲੱਗਾ ਹੈ ਕਿ ਸਾਡੇ ਗਲੇ ਨੂੰ ਹੱਥ ਪੈ ਗਿਆ। ਕਿਉਂ ਇਕੱਠੇ ਸਾਰੇ ਹੋ ਗਏ, ਸਾਰੇ ਉੱਠ ਪਏ ਨੇ? ਕਿਉਂ ਹਰ ਇੱਕ ਨੇ ਵਿਰੋਧ ਕੀਤਾ ਹੈ? ਭਾਵੇਂ ਉਹ ਬੱਚਾ ਹੈ, ਬਜ਼ੁਰਗ ਹੈ, ਉਹ ਕਿਸੇ ਵੀ ਸਟੇਟ ਦਾ ਹੈ, ਕਿਸੇ ਵੀ ਧਰਮ ਦਾ ਹੈ, ਹਰ ਇੱਕ ਨੂੰ ਲੱਗਾ ਹੈ ਕਿ ਸਾਡੀ ਹੋਂਦ ਜਾਂਦੀ ਰਹੇਗੀ। ਇਹ ਜਿਹੜਾ ਵਿਰੋਧ ਕਰਨਾ ਨੈਚੁਰਲ ਲੱਗਾ ਮੈਨੂੰ, ਹਰ ਇੱਕ ਦੇ ਦਿਲ 'ਚੋਂ ਉੱਠਿਆ ਵੀ ਇਹ ਹੁਣ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ। ਜਿਸ ਦਿਨ ਮੋਰਚਾ ਸ਼ੁਰੂ ਹੋਇਆ ਉਸ ਦਿਨ ਜਦੋਂ ਜਥੇਬੰਦੀਆਂ ਜੁੜ ਗਈਆਂ ਨਾਲ, ਕਿਸਾਨ ਵੀ ਜੁੜ ਗਏ ਨਾਲ, ਨੌਜਵਾਨ ਵੀ ਜੁੜ ਗਏ। ਉਹਨਾਂ ਦੇ ਵਿੱਚ ਵੇਖੋ ਜਥੇਬੰਦੀਆਂ ਦੇ ਆਪਣਾ ਸਿਸਟਮ ਹੈ, ਉਹਨਾਂ ਦਾ ਆਪਣਾ ਪ੍ਰਬੰਧ ਹੈ, ਉਹਨਾਂ ਦਾ ਇਤਿਹਾਸ ਵੀ ਹੈ ਆਪਣਾ। ਪਰ ਜਦੋਂ ਲੋਕ ਇਕੱਠੇ ਹੋਏ ਨੇ ਫਿਰ ਨਾ ਉਹ ਕੋਈ ਜਥੇਬੰਦੀ ਰਹਿ ਗਈ, ਨਾ ਉਹ ਕਾਮਰੇਡ ਰਹਿ ਗਏ, ਨਾ ਉਹ ਟਕਸਾਲੀ ਰਹਿ ਗਏ, ਨਾ ਉਹ ਨਿਹੰਗ ਜਥੇਬੰਦੀਆਂ ਰਹਿ ਗਈਆਂ, ਸਾਰੇ ਇਕੱਠੇ ਹੋ ਗਏ ਨੇ। ਸੋ ਇਸ ਮੋਰਚੇ ਦੇ ਵਿੱਚ ਸਾਨੂੰ ਇਹਦੀ ਵਿਰੋਧਤਾ ਵੀ ਇਸ ਕਰਕੇ ਜ਼ਿਆਦਾ ਦਿਸੀ ਕਿ ਸਾਰੇ ਇਕੱਠੇ ਨੇ, ਸਾਰਾ ਪੰਥ, ਸਾਰੀਆਂ ਸਟੇਟਾਂ ਫਿਰ ਇਕੱਠੀਆਂ ਹੋਣੀਆਂ ਸ਼ੁਰੂ ਹੋਈਆਂ। ਸਾਡੇ ਦਿਲਾਂ ਦੇ ਵਿੱਚ ਜਿਹੜੇ ਸ਼ਿਕਵੇ ਸੀ ਕਿ ਸਾਡਾ ਨੌਜਵਾਨ ਸ਼ਾਇਦ ਨਸ਼ਿਆਂ ਦੇ ਵਿੱਚ ਗਰਕ ਗਿਆ ਹੈ, ਸ਼ਾਇਦ ਉਹ ਵਿਰੋਧ ਹੁਣ ਪੰਜਾਬ ਦੇ ਵਿੱਚ ਨਹੀਂ ਹੋਵੇਗਾ, ਜਾਂ ਉਹ ਪੰਜਾਬ ਜੋ ਪਹਿਲਾ ਪੰਜਾਬ ਸੀ ਉਹ ਜ਼ਰੂਰਤ ਨਹੀਂ ਰਹੀ ਪੰਜਾਬ ਦੇ ਵਿੱਚ। ਪਰ ਉਹੀ ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਡਿੱਗੇ ਲੱਗਦੇ ਸੀ, ਉਹ ਹੁਣ ਸਿਰਾਂ ਦੇ ਉੱਤੇ ਦਸਤਾਰਾਂ ਬੰਨ੍ਹ ਕੇ ਉੱਥੇ ਸਾਰੇ ਇਕੱਠੇ ਹੋਏ ਨੇ। ਮਾਈਆਂ ਸਾਡੀਆਂ, ਬਜ਼ੁਰਗ ਮਾਈਆਂ, ਇੰਨੇ ਉਹਨਾਂ ਨੂੰ ਲੱਖਾਂ ਦੁੱਖ ਵੀ ਹੋ ਸਕਦੇ ਨੇ, ਪਰ ਉਹ ਵੀ ਉੱਥੇ ਡਟੀਆਂ ਨੇ, ਨਾਲ ਡਟੀਆਂ ਨੇ। ਸੋ ਮੇਰਾ ਖਿਆਲ ਹੈ ਕਿ ਇਹ ਸੰਘਰਸ਼ ਜਿਹੜਾ ਹੈ ਇਹਦੇ ਵਿੱਚ ਕੋਈ ਵੀਕਨੈਸ ਨਹੀਂ ਹੈਗੀ। ਸੰਘਰਸ਼ ਹਰ ਕੋਈ ਨਾਲ ਜੁੜਿਆ ਹੈ। ਜੇ ਇਹ ਸੰਘਰਸ਼ ਹੁਣ ਥੋੜ੍ਹਾ ਮੱਠਾ ਪਿਆ ਹੈ, ਉਹਦਾ ਕਾਰਨ ਇਹੀ ਹੈ ਕਿ ਜਿਹੜੀ ਆਪਸ ਦੇ ਵਿੱਚ ਥੋੜ੍ਹੀ ਦੂਰੀ ਵਧੀ ਹੈ ਨੌਜਵਾਨਾਂ ਦੀ ਤੇ ਕਿਸਾਨ ਜਥੇਬੰਦੀਆਂ ਦੀ। ਇਹ ਵੇਖੋ ਵਿਚਾਰ ਵੱਖਰੇ ਵੱਖਰੇ ਹੁੰਦੇ ਨੇ, ਸ਼ੁਰੂ ਤੋਂ ਹੁੰਦੇ ਰਹੇ ਨੇ। ਪੁਰਾਣਾ ਵੀ ਅਸੀਂ ਵੇਖੀਏ, ਅਸੀਂ ਪਿਛਲੇ ਹਫਤੇ 2 ਹਫ਼ਤੇ ਪਹਿਲਾਂ ਸਾਕਾ ਨਨਕਾਣਾ ਸਾਹਿਬ ਦਾ ਉਹਦੀ ਸ਼ਤਾਬਦੀ ਮਨਾਈ। ਸਿੰਘ ਸਾਹਿਬ ਇੱਥੇ ਕਥਾ ਕਰ ਰਹੇ ਸਨ, ਉਹ ਦੱਸ ਰਹੇ ਸਨ ਕਿ ਜਦੋਂ ਜਥੇ ਚੱਲੇ ਨੇ ਨਨਕਾਣਾ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ, ਸ਼੍ਰੋਮਣੀ ਕਮੇਟੀ ਦਾ ਪੱਖ ਹੋਰ ਸੀ। ਉਹ ਕਹਿੰਦੇ ਸੀ ਕਿ ਅਸੀਂ ਕਾਨੂੰਨੀ ਲੜਾਈ ਲੜ ਕੇ ਇਹਨਾਂ ਕੋਲ ਕਬਜ਼ਾ ਲੈਣਾ। ਭਾਈ ਲਛਮਣ ਸਿੰਘ ਹੁਣੀ ਉਹ ਆਪਣਾ ਜਥਾ ਲੈ ਕੇ ਤੁਰ ਪਏ ਕਿ ਨਹੀਂ, ਅਸੀਂ ਉੱਥੇ ਜਾਣਾ ਹੈ, ਉੱਥੇ ਜਾ ਕੇ ਆਪਣੇ ਤੌਰ 'ਤੇ ਉਹ ਕਬਜ਼ਾ ਲੈਣਾ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਚਿੱਠੀ ਭੇਜੀ ਹੈ ਕਿ ਨਾ, ਤੁਸੀਂ ਇਹ ਕੰਮ ਨਹੀਂ ਕਰਨਾ। ਜਦੋਂ ਗੁਰਦੁਆਰਾ ਸਾਹਿਬ 'ਚ ਐਂਟਰ ਹੋਣ ਲੱਗੇ ਨੇ ਉਸ ਟਾਈਮ ਉਹਨਾਂ ਨੂੰ ਉਹ ਚਿੱਠੀ ਮਿਲ ਵੀ ਗਈ, ਪਰ ਉਹਨਾਂ ਨੇ ਆਪਣੇ ਅਰਦਾਸ ਕਰਕੇ ਚੱਲੇ ਸਨ। ਸੋ ਉਹਨਾਂ ਨੇ ਆਪਣੇ ਹਿਸਾਬ ਨਾਲ ਉੱਥੇ ਗਏ, ਸ਼ਹੀਦੀਆਂ ਵੀ ਹੋਈਆਂ, ਕਬਜ਼ਾ ਵੀ ਲਿਆ।
ਸੋ ਇਹ ਵਖਰੇਵੇਂ ਰਹੇ ਨੇ। ਸ਼੍ਰੋਮਣੀ ਕਮੇਟੀ ਦਾ ਆਪਣਾ ਸੀ, ਉਹਨਾਂ ਦਾ ਆਪਣਾ ਸੀ। ਇੱਕ ਦੂਜੇ ਨੂੰ ਅਸੀਂ ਇੱਕ ਦੂਜੇ ਦੇ ਵਿਰੋਧੀ ਆਪਸ ਦੇ ਵਿੱਚ ਨਾ ਹੋਈਏ। ਭਾਵੇਂ ਨੌਜਵਾਨ ਉਦਣ ਉੱਥੇ ਲਾਲ ਕਿਲ੍ਹੇ ਤੇ ਗਏ ਨੇ, ਉਹਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਤਕਰੀਬਨ ਗਈਆਂ ਨੇ। ਇਹ ਜਿਸ ਤਰ੍ਹਾਂ ਉਦੋਂ ਵਹਾਅ ਚੱਲਿਆ ਏ ਸਾਰਾ, ਉਸ ਤਰ੍ਹਾਂ ਸਾਰੀ ਸੰਗਤ ਉਧਰ ਨੂੰ ਚਲੇ ਗਈ ਹੈ। ਕਈ ਕਿਸਾਨ ਜਥੇਬੰਦੀਆਂ ਉੱਥੇ ਸਾਡੇ ਵੀਰ ਮਿੱਤਰ ਵੀ ਵਿੱਚ ਜਿਹੜੇ ਦੱਸਦੇ ਨੇ ਕਿ ਕਿਸਾਨ ਜਥੇਬੰਦੀਆਂ ਕਈਆਂ ਨੂੰ ਰਾਹ 'ਚ ਜਾ ਕੇ ਪਤਾ ਲੱਗਾ ਕਿ ਅਸੀਂ ਕਿੱਥੇ ਪਹੁੰਚ ਗਏ। ਲਾਲ ਕਿਲ੍ਹੇ ਦੇ ਲਾਗੇ ਗਏ ਨੇ, ਕਈ ਉੱਥੋਂ ਵਾਪਸ ਮੁੜੇ ਕਿ ਲਾਲ ਕਿਲ੍ਹੇ ਦੇ ਉੱਪਰੋਂ ਜਾ ਕੇ ਮੁੜੇ ਨੇ। ਸੋ ਇਹ ਇੱਕ ਦੂਜੇ ਦੇ ਉੱਤੇ ਅਸੀਂ ਜਿਹੜੀ ਹੈ ਨਾ ਗੇਮ ਨਾ ਸੁੱਟੀਏ, ਇਹੀ ਸਾਨੂੰ ਮਾਰ ਰਹੀ ਹੈ। ਹੁਣ ਕੋਈ ਵੀ ਉੱਥੇ ਜਿਹੜਾ ਗਿਆ ਉਹ ਕਿਸਾਨ ਗਿਆ ਹੈ, ਉਹ ਟਕਸਾਲੀ ਵੀ ਹੋ ਸਕਦਾ ਹੈ, ਉਹ ਕਾਮਰੇਡ ਵੀ ਹੋ ਸਕਦਾ ਹੈ। ਇਹ ਚੀਜ਼ਾਂ ਨੂੰ ਨਾ ਜਿਹੜਾ ਚਲੇ ਗਏ ਉਹਦੀ ਹਮਾਇਤ ਕਰੀਏ ਤੇ ਇਕੱਠੇ ਰਹੀਏ। ਅੱਜ ਮੇਰਾ ਖਿਆਲ ਹੈ ਸਾਰੀ ਸੰਗਤ ਦੇ ਵਿੱਚ ਆਵਾਜ਼ ਵਾਲੀ ਇਹੀ ਹੈ ਕਿ ਸਾਨੂੰ ਇਕੱਠ ਨਹੀਂ ਤੋੜਨਾ ਚਾਹੀਦਾ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਰੇ ਬੁਲਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਟਾਈਮ ਥੋੜਾ ਕੱਟ ਲੈਣਾ, ਕਿਉਂਕਿ ਅਸੀਂ 1.5 ਘੰਟੇ ਦੇ ਵਿੱਚ ਪ੍ਰੋਗਰਾਮ ਜਿਹੜਾ ਹੁੰਦਾ ਐਡਵਰਟਾਈਜ਼ਮੈਂਟ ਪਾ ਕੇ ਵਾਈਂਡ ਅਪ ਕਰਨਾ। ਪ੍ਰੋਗਰਾਮ ਦਾ ਸਮਾਂ ਵੀ ਵਧਾਇਆ ਸੀ, ਪ੍ਰੋਗਰਾਮ ਜਾਰੀ ਰਹੇਗਾ ਇਸੇ ਤਰ੍ਹਾਂ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਆਰਲਿੰਗਟਨ ਟਰੱਕ ਸਟਾਪ, PNJ ਫਿਊਲ ਅਤੇ ਵੈਂਕੋ ਟਰੱਕ ਐਂਡ ਆਟੋ ਪਲਾਜ਼ਾ। ਗਰੂਰਾ ਰੀਅਲ ਐਸਟੇਟ ਅਤੇ ਗਰੂਰਾ ਮੌਰਗੇਜ ਨਿਊਯਾਰਕ ਦੀ ਕੁਇਨਜ਼ ਵਿੱਚ ਸਭ ਤੋਂ ਪੁਰਾਣੀ ਬ੍ਰੋਕਰੇਜ ਕੰਪਨੀ। ਲੋਕਾਂ ਦੀ ਭਰੋਸੇਮੰਦ ਅਤੇ ਆਜ਼ਮਾਈ ਹੋਈ ਗਰੂਰਾ ਰੀਅਲ ਐਸਟੇਟ। ਇਸ ਕੋਲ ਭਰੋਸੇਮੰਦ ਰੀਅਲ ਐਸਟੇਟ ਏਜੰਟਾਂ ਦੀ ਟੀਮ ਹੈ। ਕਾਲ ਵਿਨੋਦ ਗਡੂਰਾ 9176828560। ਨਾਲ ਹੀ ਮੌਰਗੇਜ ਲਈ ਕਿਤੇ ਜਾਣ ਦੀ ਲੋੜ ਨਹੀਂ। ਗਰੂਰਾ ਮੌਰਗੇਜ ਇਸੀ ਛੱਤ ਹੇਠ ਪਰਚੇਜ਼ ਅਤੇ ਰੀਫਾਈਨੈਂਸ ਦੀ ਸਹੂਲਤ ਵੀ ਉਪਲਬਧ ਕਰਵਾਉਂਦਾ ਹੈ। Call Vineet Gadura MBA, President and Owner, Gadura Mortgage, number 7186400444। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚੋਂ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨਗੇ। ਕੈਲੀਫੋਰਨੀਆ ਦੇ ਸਟਾਕਨ ਸ਼ਹਿਰ ਦੀ ਜਾਣੀ ਪਹਿਚਾਣੀ ਟਰੱਕਿੰਗ ਕੰਪਨੀ ਜੌਲ ਬ੍ਰਦਰ ਇੰਕ ਕੈਲੀਫੋਰਨੀਆ ਤੋਂ ਓਹਾਈਓ ਨੂੰ ਪੱਕੇ ਲੋਡ ਡਰਾਈਵਰਾਂ ਨੂੰ ਫਲੈਟ ਰੇਟ ਅਤੇ ਹੋਰ ਸਹੂਲਤਾਂ। ਟਰੱਕ ਡਰਾਈਵਰ ਵੀਰ ਸਾਡੇ ਨਾਲ ਸੰਪਰਕ ਕਰਨ। ਜਤਿੰਦਰ ਜੌਲ 2092754142। ਟਰੱਕ ਡਰਾਈਵਰ ਵੀਰ ਸਾਡੇ ਨਾਲ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹਨ jol786@yahoomail.com। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ। ਹੈਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206। ਫਾਰ ਮੋਰ ਇਨਫੋਰਮੇਸ਼ਨ ਕਾਲ ਗੁਰਮੀਤ ਮੱਲੀ। ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 7325724411। ਮੇਰਾ ਇਹ ਸੁਨੇਹਾ ਉਹਨਾਂ ਲਈ ਹੈ ਜੋ ਪੰਜਾਬ ਵਾਸਤੇ ਦਰਦ ਰੱਖਦੇ ਨੇ, ਜਿਹੜੇ ਪੰਜਾਬ ਬਾਰੇ ਚਿੰਤਿਤ ਹਨ। ਇਹ ਕੋਈ ਲੁਕੀ ਛਿਪੀ ਗੱਲ ਨਹੀਂ। ਪੰਜਾਬ ਇੱਕ ਚੁਰਾਹੇ ਤੇ ਖੜਾ ਹੈ। ਤਿੰਨ ਪਾਸਿਓਂ ਆਪਣਾ ਸੂਬਾ
ਘਿਰਿਆ ਹੋਇਆ ਹੈ। ਇੱਕ ਪਾਸਿਓਂ ਨਸ਼ੇ ਨਾਲ, ਦੂਜੇ ਤਰਫੋਂ ਭ੍ਰਿਸ਼ਟਾਚਾਰ ਅਤੇ ਤੀਜੇ ਪਾਸਿਓਂ ਸਿਆਸੀ ਧਿਰਾਂ ਦੀ ਅਣਗਹਿਲੀ ਨਾਲ। ਭਾਵੇਂ ਚੌਥਾ ਰਸਤਾ ਵੀ ਕੁਝ ਧੁੰਦਲਾ ਨਜ਼ਰ ਆਉਂਦਾ ਹੈ, ਪਰ ਉੱਥੇ ਇੱਕ ਆਸ ਦੀ ਕਿਰਨ ਵੀ ਦਿਸਦੀ ਹੈ। ਆਪਾਂ ਇਸ ਆਸ ਦੀ ਕਿਰਨ ਨੂੰ ਅੱਗੇ ਵਧਾਉਣਾ ਹੈ, ਇੱਕ ਨਵਾਂ ਵਰਕਾ ਫੁੱਲਣਾ ਹੈ ਅਤੇ ਇਸ ਲਈ ਅਸੀਂ ਲੈ ਕੇ ਆ ਰਹੇ ਹਾਂ ਇੱਕ ਲਾਈਵ ਸ਼ੋਅ। ਇਸ 'ਚ ਅਸੀਂ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਗੱਲ ਕਰਾਂਗੇ, ਪਾਰਟੀਆਂ ਤੋਂ ਉੱਪਰ ਉੱਠ ਕੇ ਵਿਚਾਰ ਸਾਂਝੇ ਕਰਾਂਗੇ। ਹੋਣਗੇ ਤੁਹਾਡੇ ਸਵਾਲ, ਮੇਰੇ ਜਵਾਬ। ਮੇਰੇ ਨਾਲ ਜੁੜਨਾ ਨਾ ਭੁੱਲਣਾ, ਮੈਨੂੰ ਤੁਹਾਡਾ ਇੰਤਜ਼ਾਰ ਰਹੂਗਾ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਆਰਲਿੰਗਟਨ ਟਰੱਕ ਸਟਾਪ, ਪੀਐਨਜੇ ਫਿਊਲ ਅਤੇ ਵੈਂਕੋ ਟਰੱਕ ਐਂਡ ਆਟੋ ਪਲਾਜ਼ਾ। ਆਦਿ ਸੁਬਾਸ ਦੀ ਪ੍ਰਵਾਸ ਦੇ ਨਾਲ ਮੁੜ ਹਾਜ਼ਰ ਹੋਏ ਆ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਘਰ ਗ੍ਰੀਨਵੁੱਡ ਤੋਂ ਬਕਾਇਦਾ ਤੌਰ ਤੇ ਇਹ ਪ੍ਰੋਗਰਾਮ ਕਰੰਟ ਮੁੱਦਾ ਜਿਹੜਾ ਹੋ ਰਿਹਾ। ਮੈਂ ਗੁਰੂ ਘਰ ਦੇ ਸੈਕਟਰੀ ਭਾਈ ਜਗੀਰ ਸਿੰਘ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਦੇਣ, ਭਾਵੇਂ ਖੜੇ ਹੋ ਜਿਓ, ਪਿੱਛੇ ਆ ਤੁਸੀਂ। ਸਾਰੇ ਬਾਜ ਟੀਵੀ ਵੇਖ ਰਹੇ ਤੇ ਸਾਰੇ ਸਰੋਤੇ ਜੋ ਉੱਥੇ ਬੈਠੇ ਹਨ, ਸੋ ਦਾਸ ਜਗੀਰ ਸਿੰਘ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪਾਂ ਨੇ ਦੇਖਿਆ ਹੀ ਹੈ, ਸਾਰੇ ਬੁਲਾਰਿਆਂ ਨੇ ਜੋ ਸਾਰੀਆਂ ਗੱਲਾਂ ਤਕਰੀਬਨ ਕਰ ਦਿੱਤੀਆਂ ਹਨ। ਸੋ ਮੈਂ ਸਮਝਦਾ ਹਾਂ ਕਿ ਜੋ ਉੱਥੇ ਸਿੱਖਾਂ ਵਾਸਤੇ ਕੰਧਾਂ ਕੱਢੀਆਂ ਜਾ ਰਹੀਆਂ ਹਨ, ਕਿੱਲ ਲਾਏ ਜਾ ਰਹੇ ਹਨ, ਹੋਰ ਅੜਚਨਾਂ ਕੀਤੀਆਂ ਜਾ ਰਹੀਆਂ ਹਨ। ਸੋ ਜਦੋਂ ਆਲਮ ਸ਼ਾਹ ਨੂੰ ਆਪਣਾ ਮਰਾਠਿਆਂ ਕੋਲੋਂ ਇਹ ਆਪਣਾ ਅੰਗਰੇਜ਼ ਜਿੱਤਿਆ ਸੀਗਾ ਦਿੱਲੀ ਦਾ ਕਿਲ੍ਹਾ, ਅਤੇ ਉਦੋਂ ਉਹਨਾਂ ਨੂੰ ਮੁੜ ਕੇ ਖਤਰਾ ਪੈ ਗਿਆ ਸੀ। ਜਦੋਂ ਗੋਰਿਆਂ ਨੂੰ ਪਤਾ ਲੱਗਾ ਕਿ ਉੱਥੇ ਆਲਮ ਸ਼ਾਹ ਆ, ਅਤੇ ਉਹਨਾਂ ਨੇ ਕਿਹਾ ਵੀ ਕੋਈ ਨਹੀਂ, ਆਪਾਂ ਇਹਨੂੰ ਭਜਾਈ ਦੇਣਾ। ਗੋਰੇ ਇੱਧਰ ਨੂੰ ਕਿਲ੍ਹੇ ਨੂੰ ਸਰ ਕਰਨ ਆ ਗਏ ਸੀ ਦਿੱਲੀ ਨੂੰ, ਅਤੇ ਉਹਨੂੰ ਖਤਰਾ ਪੈ ਗਿਆ। ਅਤੇ ਸਰਦਾਰ ਬਘੇਲ ਸਿੰਘ ਜਥੇਦਾਰ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਸੀ। ਉਹਨਾਂ ਦੀ ਬੇਨਤੀ 'ਤੇ ਜਦੋਂ ਬਘੇਲ ਸਿੰਘ ਵੀ ਪਹੁੰਚ ਰਹੇ ਸਨ, ਤਾਂ ਗੋਰਿਆਂ ਨੂੰ ਪਤਾ ਲੱਗ ਗਿਆ ਕਿ ਉੱਥੇ ਜਿਹੜਾ ਆ ਸਿੱਖ ਆ ਰਹੇ ਨੇ ਅਤੇ ਸਾਡੀ ਦਾਲ ਨਹੀਂ ਗਲਣੀ। ਅਤੇ ਜਿਹੜੇ ਗੋਰੇ ਨੇ ਉਹ ਰਾਹ 'ਚੋਂ ਮੁੜ ਗਏ। ਅਤੇ ਜਦੋਂ ਆਲਮ ਸ਼ਾਹ ਨੂੰ ਪਤਾ ਲੱਗਾ, ਤਾਂ ਉਹਨੇ ਚਾਲ ਚੱਲੀ ਕਿ ਮੈਂ ਕਰਦਾ ਵਾਂ ਉਹਨੂੰ ਬਘੇਲ ਸਿੰਘ ਨੂੰ ਸੁਣਾ ਪਹੁੰਚਾ ਦੇਣਾ ਵੀ ਤੁਸੀਂ ਰਾਹ 'ਚ ਮੁੜ ਜਾਵੋ। ਪਰ ਬਘੇਲ ਸਿੰਘ ਹੋਰਾਂ ਨੇ ਜੱਸਾ ਸਿੰਘ ਰਾਮਗੜੀਆ ਅਤੇ ਜੱਸਾ ਸਿੰਘ ਆਲੂ ਵਾਲਿਆਂ ਨੂੰ ਵੀ ਬੇਨਤੀ ਕਰਤੀ ਸੀ, ਉਹ ਵੀ ਜਥੇ ਲੈ ਕੇ ਆ ਰਹੇ ਸੀ ਦਿੱਲੀ ਨੂੰ ਸਰ ਕਰਨ ਵਾਸਤੇ। ਅਤੇ ਬਘੇਲ ਸਿੰਘ ਨੇ ਕਿਹਾ ਵੀ ਇਹ ਤੂੰ ਚੰਗੀ ਗੱਲ ਨਹੀਂ ਕਰ ਰਿਹਾ ਸਾਡੇ ਨਾਲ, ਅਤੇ ਜੇਕਰ ਤੂੰ ਚਾਹੁੰਦਾ ਹੀ ਹੈ ਤਾਂ ਜਿਹੜਾ ਸਾਡਾ ਇੰਨੀ ਫੌਜ ਦਾ ਖਰਚਾ ਸਾਨੂੰ ਦੇ ਦੇ, ਅਸੀਂ ਵਾਪਸ ਚੱਲ ਜਾਂਦੇ ਹਾਂ। ਤਾਂ ਆਲਮ ਸ਼ਾਹ ਨੇ ਇਸ ਗੱਲ ਨੂੰ ਟਾਲ ਦਿੱਤਾ ਸੀ ਕਿ ਮੈਂ ਨਹੀਂ ਇੱਦਾਂ ਨਹੀਂ ਕਰ ਸਕਦਾ। ਫਿਰ ਜਦੋਂ ਬਘੇਲ ਸਿੰਘ ਹੋਰੀ ਪਹੁੰਚ ਗਏ, ਉੱਧਰੋਂ ਜਥੇਦਾਰ ਰਾਮਗੜੀਆ, ਜੱਸਾ ਸਿੰਘ ਰਾਮਗੜੀਆ ਅਤੇ ਜੱਸਾ ਸਿੰਘ ਆਲੂ ਵਾਲੇ ਵੀ ਪਹੁੰਚ ਗਏ, ਅਤੇ ਉਹਨਾਂ ਨੇ ਦਿੱਲੀ ਦੇ ਬਾਹਰ ਪਹੁੰਚ ਕੇ ਇੱਕ ਵਾਰੀ ਫਿਰ ਬੇਨਤੀ ਕੀਤੀ ਸੀ ਉਹਨੂੰ ਆਲਮ ਸ਼ਾਹ ਨੂੰ ਵੀ ਵੇਖ ਲੈ, ਸਾਡਾ ਖਰਚਾ ਦੇ ਦੇ, ਇੱਥੇ ਖੂਨ ਖਰਾਬਾ ਨਾ ਕਰ। ਸੋ ਉਹਨਾਂ ਦੇ ਆਉਣ ਤੋਂ ਪਹਿਲਾਂ ਦਿੱਲੀ ਦੇ ਆਸੇ ਪਾਸੇ ਕੰਧਾਂ ਕਰਤੀਆਂ ਸੀ ਚਾਰੇ ਪਾਸੇ। ਆਪ ਸਾਰਿਆਂ ਨੂੰ ਇਤਿਹਾਸ ਦਾ ਪਤਾ ਹੋਵੇਗਾ, ਜਿਸ ਤਰ੍ਹਾਂ ਅੱਜ ਇਹ ਕੰਧਾਂ ਕੱਢ ਰਹੇ ਨੇ ਕਿਸਾਨਾਂ ਦੇ ਦੁਆਰੇ। ਤਾਂ ਉਹਨਾਂ ਨੇ ਜਦੋਂ ਉੱਥੇ ਪਹੁੰਚੇ ਨੇ ਅਤੇ ਉਹਨਾਂ ਦੇਖਿਆ ਵੀ ਕੰਧਾਂ ਕੱਢਦੀਆਂ, ਕੋਈ ਗੱਲ ਨਹੀਂ, ਉਹਨਾਂ ਸੁਨੇਹਾ ਭੇਜਿਆ, ਨਹੀਂ ਮਿਲਿਆ। ਇੱਕ ਬੜਾ ਵੱਡਾ ਦਰਖਤ ਉਹਨਾਂ ਨੇ ਕੱਟਿਆ, ਉਹ ਦਰਖਤ ਨੂੰ ਪੈਨਸਲ ਨਾਲ ਕਰਕੇ ਅਤੇ ਉਹ ਜਿਹੜਾ ਕੰਧਾਂ ਦੇ ਵਿੱਚ ਮੋਰੀ ਪਾ ਕੇ, ਉਹ ਮੋਰੀ ਦੇ ਵਿੱਚੋਂ ਅੰਦਰ ਲੰਘ ਕੇ ਦਿੱਲੀ 'ਚ ਵੜੇ ਸੀ, ਜਿੱਥੇ ਅੱਜ ਮੋਰੀ ਗੇਟ ਬਣਿਆ। 30,000 ਕੋਟ ਆ, 30,000 ਦੀ ਫੌਜ ਸੀਗੀ ਉਹਨਾਂ ਦੇ ਨਾਲ। ਸੋ ਅੱਜ ਤੇ ਲੱਖਾਂ ਸਿੱਖ ਨੇ। ਫਿਰ ਉਹਨਾਂ ਨੇ ਉਹ ਦਿੱਲੀ ਫਤਿਹ ਕਰਕੇ ਅਤੇ ਉੱਥੇ ਨਿਸ਼ਾਨ ਚੜ੍ਹਾਇਆ ਸੀ, ਸਰ ਕਰਕੇ ਗਏ ਸੀ। ਸੋ ਜਿੰਨੀਆਂ ਮਰਜ਼ੀ ਔਕੜਾਂ ਆ ਜਾਣ, ਸੋ ਇਹ ਤਾਂ ਇਕੱਲੇ ਸਿੱਖ ਹੀ ਸੀਗੇ। ਅੱਜ ਤੇ ਸਾਰਾ ਜਿਹੜਾ ਹਿੰਦੁਸਤਾਨ ਹੀ ਸਿੱਖ ਬਣ ਚੁੱਕਾ ਵੇ। ਜਦੋਂ ਅੱਜ ਸਿੱਖ ਉੱਥੇ ਸੰਘਰਸ਼ ਦੇ ਵਿੱਚ ਕੋਈ ਵੀ ਗੱਲ ਕਰਨ ਤੋਂ ਝਿਕਦੇ ਨੇ ਕਿ ਅਸੀਂ ਸਿੱਖ ਰਾਜ ਦੀ ਗੱਲ ਕਰੀਏ, ਖਾਲਿਸਤਾਨ ਦੀ ਗੱਲ ਕਰੀਏ, ਜਿਹਨੂੰ ਇਹ ਖਾਲਿਸਤਾਨ ਸਾਨੂੰ ਕਹਿ ਕੇ ਬਦਨਾਮ ਕਰਦੇ ਨੇ। ਅੱਜ ਉਹ ਹਿੰਦੂ ਲੋਕ, ਮੁਸਲਮਾਨ ਲੋਕ ਜਿਹੜੇ ਨੇ, ਉਹ ਆਪ ਇਹ ਗੱਲ ਕਹਿ ਰਹੇ ਨੇ ਵੀ ਨਹੀਂ, ਸਾਨੂੰ ਸਿੱਖ ਰਾਜ ਚਾਹੀਦਾ ਹੈ। ਜਿਹੜਾ ਹਿੰਦੂ ਰਾਜ ਹੈ ਜਾਂ ਇਹਨਾਂ ਦੇ ਜ਼ਾਲਮ ਸਰਕਾਰਾਂ ਦੇ ਪਹਿਲੇ ਰਾਜ ਆਏ ਨੇ, ਉਹਨਾਂ ਨੇ ਹਮੇਸ਼ਾ ਹੀ ਜਿਹੜੇ ਆਪਣਾ ਧਨਾੜ ਪਰਿਵਾਰਾਂ ਦੇ ਪਿੱਛੇ ਲੱਗ ਕੇ ਅਤੇ ਗਰੀਬ ਲੋਕਾਂ ਨੂੰ ਦੱਬਿਆ ਆ। ਸੋ ਮੈਂ ਸਮਝਦਾ ਵਾਂ ਵੱਡੀ ਇੱਕ ਉੱਥੇ ਜਿਹੜੀ ਕਮੀ ਦਿਸਦੀ ਸੀ, ਹੁਣ ਵੀ ਆ ਰਹੀ ਸ਼ਾਇਦ, ਵੀ ਜਿਹੜੇ ਸਾਡੇ ਕਿਸਾਨੀ ਸੰਘਰਸ਼ ਦੇ ਜਿਹੜੇ ਆਪਾਂ ਆਗੂ ਬਣਾਏ ਨੇ, ਉਹ ਥੋੜ੍ਹੀਆਂ ਗੱਲਾਂ ਅੱਗੇ ਪਿੱਛੇ ਕਰ ਰਹੇ ਨੇ ਕਿ ਇੱਥੇ ਆ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਸੋ ਉਹਨਾਂ ਨੂੰ ਜ਼ਰੂਰੀ ਹੈ ਕਿ ਆਪਣਾ ਏਕਾ ਬਣਾ ਕੇ ਰੱਖਣ। ਸੋ ਸੰਘਰਸ਼ ਤੇ ਜਿੱਤਿਆ ਹੀ ਹੈ। ਸੋ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫੌਜਾਂ ਚੱਲ ਜਾਂਦੀਆਂ ਹਨ, ਖਾਲਸੇ ਚੱਲ ਜਾਂਦੇ ਹਨ, ਸੋ ਮੋਰਚਾ ਫਤਿਹ ਹੀ ਹੈ। ਸੋ ਮੈਂ ਜ਼ਿਆਦਾ ਨਾ ਕਹਾਂ, ਸਾਰੇ ਬੁਲਾਰਿਆਂ ਨੇ ਹਰ ਕੋਈ ਗੱਲ ਕਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਇਤਿਹਾਸਕ ਤੱਥਾਂ ਤੋਂ ਜਾਣੂ ਕਰਵਾਇਆ। ਮੈਂ ਬੇਨਤੀ ਕਰਾਂਗਾ ਸਰਦਾਰ ਜਗੀਰ ਸਿੰਘ ਜੀ, ਇੱਧਰ ਬੈਠੇ ਨੇ। ਸਰਦਾਰ ਜਗੀਰ ਸਿੰਘ ਜੀ, ਤੁਸੀਂ ਕੀ ਕਹੋਗੇ? ਅੱਛਾ, ਤੁਸੀਂ ਗਲਤ ਲਿਖਿਆ, ਮੇਰੇ ਨਾਂ ਇੱਥੇ ਗਲਤ ਨਾ ਲਿਖਿਆ। ਸਰਦਾਰ ਗੁਰਨਾਮ ਸਿੰਘ। ਹਾਂਜੀ, ਆਵਾਜ਼ ਦੀ ਪ੍ਰਵਾਜ਼ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਸਲ ਵਿੱਚ ਮੋਦੀ ਨੇ ਇੱਕ ਵੱਡਾ ਤਾਨਾਸ਼ਾਹ ਬਣਦੇ ਹੋਏ ਪੰਜਾਬ ਦੇ ਸਿੱਖਾਂ ਤੇ ਹਰਿਆਣੇ ਦੇ ਕਿਸਾਨਾਂ ਸਾਰਿਆਂ ਨੂੰ ਦੀ ਸੰਗੀ ਨੂੰ ਹੱਥ ਪਾਇਆ ਸੀ। ਇਹ ਅਸਲ ਵਿੱਚ ਇਹਦੇ ਆਪਣੇ ਵੱਸ ਕੁਝ ਨਹੀਂ ਹੈਗਾ। ਇਹ ਚੱਲ ਰਿਹਾ ਹੈ ਅਡਾਨੀ, ਅੰਬਾਨੀ, ਡਾਲਮੀਆਂ, ਟਾਟਾ, ਬਾਟਾ ਕਾਰਪੋਰੇਟਾਂ ਅਤੇ ਮੋਹਨ ਭਾਗਵਤ ਦੇ ਇਸ਼ਾਰਿਆਂ ਤੇ ਉਹਨਾਂ ਦੀ ਡੁਗਡੁਗੀ ਤੇ ਨੱਚਣ ਵਾਲੀ ਬਾਂਦਰੀ ਹੈ ਇਹ। ਇਹਦੇ ਆਪਣੇ ਬਸ ਕੁਛ ਨਹੀਂ। ਇਹ ਹੁਣ ਨੂੰ ਕੱਦਾ ਮੰਨ ਜਾਂਦਾ ਜਿਵੇਂ ਕਿ ਸੰਘਰਸ਼ ਪਹਿਲਾਂ 2 ਮਹੀਨੇ 2.5 ਮਹੀਨੇ ਆਪਣੀ ਆਪਣੀ ਸਟੇਟ ਵਿੱਚ ਹੁੰਦਾ ਰਿਹਾ ਹੈ। ਇਹਨੇ ਹੱਥ ਪਾਇਆ ਸੀ ਕਿਸਾਨਾਂ ਦੀ ਸੰਘੀ ਨੂੰ। ਹੁਣ ਉਲਟਾ ਕਿਸਾਨਾਂ ਨੇ ਲਗਭਗ ਅੱਧੇ ਭਾਰਤ ਦੇ ਕਿਸਾਨ ਇਹਦੀ ਸੰਘੀ ਨੂੰ ਹੱਥ ਪਾਈ ਬੈਠੇ ਆ। ਹੁਣ ਇਹਨੂੰ ਆਪਣੀ ਸੰਘੀ ਛਡਾਉਣੀ ਔਖੀ ਹੋਈ ਆ ਕਿਉਂਕਿ ਇਹਦੇ ਆਪਣੇ ਵੱਸ ਕੁਛ ਨਹੀਂ। ਇਹਦਾ ਡੁਗਡੁਗੀ ਤੇ ਨੱਚਣਾ ਜਿਵੇਂ ਮਦਾਰੀ ਦੀ ਬਾਂਦਰੀ ਹੈ, ਜਿਵੇਂ ਡੁਗਡੁਗੀ ਬਚਾਤੀ ਉਹਨੇ ਉਵੇਂ ਨੱਚਣਾ ਹੁੰਦਾ ਹੈ ਤਾਂ ਉਵੇਂ ਨੱਚ ਰਿਹਾ। ਇਹਦੇ ਆਪਣੇ ਹੱਥ ਵੱਸ ਕੁਛ ਨਹੀਂ ਹੈਗਾ। ਬਾਕੀ ਜਿਹੜੇ ਸਾਡੇ ਤਾਂ ਸਿੱਖ ਉੱਥੇ ਵੀ ਲੱਗੇ ਹੋਏ ਨੇ, ਇੱਥੇ ਦੇ ਬੋਰਨ ਵੀ ਬੱਚੇ ਜਿਹੜੇ ਮਿਡਲ ਸਕੂਲਾਂ ਦੇ, ਹਾਈ ਸਕੂਲਾਂ ਦੇ ਅਤੇ ਕਾਲਜਾਂ ਦੇ ਬੱਚੇ 3 ਵਾਰੀ ਇੱਥੇ ਉਹ ਪ੍ਰੋਟੈਸਟ ਕਰ ਚੁੱਕੇ ਨੇ ਕਿਸਾਨਾਂ ਦੇ ਹੱਕ ਵਿੱਚ ਅਤੇ ਮੋਦੀ ਸਰਕਾਰ ਦੇ ਖਿਲਾਫ। ਔਰ ਇਸੇ ਤਰ੍ਹਾਂ ਹੁਣ ਨੈਕਸਟ ਵੀਕ ਇਸੇ ਤਰ੍ਹਾਂ ਪ੍ਰੋਟੈਸਟ ਜਾਰੀ ਹੈ। ਹੋਰ ਸਟੇਟਾਂ ਚੱਲ ਰਹੇ ਨੇ। ਇਹ ਸਾਡੀ ਸਟੇਟ ਵਿੱਚ 3 ਪ੍ਰੋਟੈਸਟ ਹੋਏ ਨੇ। ਬਾਕੀ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸਤਾਦ ਗੁਰਨਾਮ ਸਿੰਘ ਹੋਰਾਂ ਨੇ ਬਹੁਤ ਅੱਛੀ ਗੱਲ ਕਹੀ ਹੈ, ਬਹੁਤ ਵਧੀਆ ਗੱਲਾਂ ਨੇ। ਮੈਂ ਭਾਈ ਭੁਪਿੰਦਰ ਸਿੰਘ ਜੀ ਪਿੱਛੇ ਬੈਠੇ ਨੇ। ਭਾਈ ਭੁਪਿੰਦਰ ਸਿੰਘ ਜੀ ਕੀ ਕਹੋਗੇ? ਮੇਰੇ ਵੱਲੋਂ ਬਾਜ ਟੀਵੀ ਵਾਲਿਆਂ ਨੂੰ, ਸਾਰੇ ਦੇਖਦਿਆਂ ਨੂੰ, ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਵੀ ਇਹ ਸਿੱਖ ਸੰਘਰਸ਼ ਚੱਲ ਰਿਹਾ ਵਾ 3 ਕਾਨੂੰਨਾਂ ਦੇ ਖਿਲਾਫ, ਵੀ ਜੋ ਮੋਦੀ ਗੌਰਮੈਂਟ ਨੇ 3 ਕਾਨੂੰਨ ਕਿਸਾਨਾਂ ਵਾਸਤੇ ਲਿਆਂਦੇ ਨੇ, ਉਹ ਬਹੁਤ ਮਾੜੇ ਨੇ ਅਤੇ ਉਹਨਾਂ ਨੂੰ ਵਾਪਸ ਹੀ ਕਰਨਾ ਪਵੇਗਾ। ਦਾਸ ਨੂੰ ਉੱਥੇ ਦਿੱਲੀ ਜਾਣ ਦਾ ਮੌਕਾ ਮਿਲਿਆ ਸੀ। ਉੱਥੇ ਜਾ ਕੇ ਵੇਖ ਕੇ ਆਇਆ ਕਿ ਕਿਸ ਤਰ੍ਹਾਂ ਸਿੱਖਾਂ ਦੇ ਵਿੱਚ ਕੀ ਸਾਰੇ ਸਿੱਖ ਮਜ਼ਦੂਰ ਜਿੰਨੇ ਵੀ ਪੰਜਾਬ ਦੇ ਵਿੱਚ ਹੈ ਉਹ ਬਹੁਤ ਹੀ ਜੋਸ਼ ਦੇ ਨਾਲ ਉੱਠੇ ਨੇ ਅਤੇ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ਉੱਥੇ ਔਰ ਸੰਘਰਸ਼ ਜਾਰੀ ਰੱਖਣ ਦੇ। ਇਸੇ ਚੀਜ਼ ਨੂੰ ਵੇਖ ਕੇ ਜੋ ਵੀ ਸਾਡੀ ਕੰਟਰੀ ਦੇ ਵਿੱਚ, ਬਾਹਰਲੀਆਂ ਕੰਟਰੀਆਂ ਦੇ ਵਿੱਚ ਸਿੱਖ ਬੈਠੇ ਨੇ, ਉਹ ਵੀ ਬਹੁਤ ਤੇਜ਼ ਨੇ ਕਿ ਇਹ 3 ਕਾਨੂੰਨ ਜਿਹੜੇ ਆ ਇਹਨਾਂ ਨੂੰ ਹਰ ਹਾਲਤ ਵਾਪਸ ਕਰਨਾ ਪਵੇਗਾ। ਅਤੇ ਅਸੀਂ ਮੋਦੀ ਗੌਰਮੈਂਟ ਨੂੰ ਵੀ ਬੇਨਤੀ ਕਰਦੇ ਹਾਂ ਇਹ ਕਿ ਛੇਤੀ ਤੋਂ ਛੇਤੀ ਇਹ 3 ਕਾਨੂੰਨ ਵਾਪਸ ਲੈ ਲੈਣ, ਨਹੀਂ ਤਾਂ ਦਿਨੋਂ ਦਿਨ ਹੋਰ ਵੀ ਸੰਘਰਸ਼ ਵੱਧਦਾ ਜਾ ਰਿਹਾ ਹੈ। ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਸੰਘਰਸ਼ ਸਾਰੀਆਂ ਸਟੇਟਾਂ ਦੇ ਵਿੱਚ ਪਹੁੰਚ ਗਿਆ ਹੈ, ਇਸੇ ਤਰ੍ਹਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਇਹੋ ਸੰਘਰਸ਼ ਹਰ ਸ਼ਹਿਰ ਦੇ ਵਿੱਚ ਹੋ ਰਿਹਾ ਵਾ। ਅਤੇ ਇੱਥੋਂ ਦੀਆਂ ਸੰਗਤਾਂ ਨੇ ਵੀ ਇਹ ਤੀਜਾ ਸੰਘਰਸ਼ 3 ਇੱਥੇ ਸੰਘਰਸ਼ ਕੀਤੇ ਹਨ ਅਤੇ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਹੋਰ ਵੀ ਸੰਘਰਸ਼ ਵਧੂਗਾ। ਅਤੇ ਮੋਦੀ ਗੌਰਮੈਂਟ ਜੋ ਹੈ ਤਾਨਾਸ਼ਾਹੀ ਜੋ ਆ ਇਹਨੂੰ ਬੰਦ ਕਰੇ। ਇੰਨਾ ਹੀ ਕਹਿੰਦਾ ਹੋਇਆ ਕਿ ਮੰਦਾ ਜਾਜਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਸਰਦਾਰ ਭੁਪਿੰਦਰ ਸਿੰਘ ਜੀ। ਦੋਸਤੋ ਪ੍ਰੋਗਰਾਮ ਨੂੰ ਅਸੀਂ ਬਕਾਇਦਾ ਤੌਰ ਦੇ ਉੱਤੇ ਜਾਰੀ ਰੱਖਾਂਗੇ ਇਸੇ ਤਰ੍ਹਾਂ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਫਿਊਲ 1 ਅਤੇ ਟੀਬੀ ਟਰਾਂਸਪੋਰਟ। ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਕਤ ਬਦਲ ਚੁੱਕਾ ਹੈ ਤੇ ਵਕਤ ਦੇ ਨਾਲ ਬਦਲ ਚੁੱਕੇ ਨੇ ਐਂਟਰਟੇਨਮੈਂਟ ਦੇ ਸਾਧਨ ਵੀ। ਐਪ ਸਟੋਰ ਜਾਂ ਗੂਗਲ ਪਲੇ ਸਟੋਰ ਤੋਂ ਅੱਜ ਹੀ ਡਾਊਨਲੋਡ ਕਰੋ ਈਬਾਬਾ ਐਂਟਰਟੇਨਮੈਂਟ ਐਪ। ਈਬਾਬਾ ਐਂਟਰਟੇਨਮੈਂਟ ਐਪ ਐਂਡਰੋਇਡ ਟੀਵੀ ਅਤੇ ਸੈਟ ਟੌਪ ਬਾਕਸ ਗੂਗਲ ਪਲੇ ਸਟੋਰ ਤੇ ਉਪਲਬਧ ਹਨ ਅਤੇ ਡਰਾਈਵ ਕਰਦੇ ਵੇਲੇ ਬਲੂਟੁੱਥ ਨਾਲ ਰੇਡੀਓ ਵੀ ਸੁਣ ਸਕਦੇ ਹੋ। ਸੋ ਜਲਦੀ ਤੋਂ ਜਲਦੀ ਖੁਦ ਵੀ ਇਹ ਐਪ ਡਾਊਨਲੋਡ ਕਰੋ ਅਤੇ ਆਪਣੇ ਫੈਮਿਲੀ ਫਰੈਂਡਸ ਨਾਲ ਵੀ ਇਹ ਜਾਣਕਾਰੀ ਸ਼ੇਅਰ ਕਰੋ। ਈਬਾਬਾ ਐਂਟਰਟੇਨਮੈਂਟ ਐਪ। ਇਨਕਮ ਟੈਕਸਿਸ, ਸਿੰਗਲ, ਮੈਰਿਡ, ਨਿਆਣੇ ਛੋਟੇ ਵੱਡੇ, ਕਾਲਜ ਜਾਂਦੇ ਆ, ਅਰਨ ਇਨਕਮ ਕ੍ਰੈਡਿਟ, eligible ਹੋ, it can be a complicated issue. Get it done professionally and filing it electronically. Come to a person with more than 20 years of experience. ਜੇ ਤੁਸੀਂ ਐਲਰਜੀ, ਐਸਥਮਾ, ਗੈਸਟ੍ਰਿਕ, ਹਾਰਟਬਰਨ, ਗਾਲ ਸਟੋਨ, ਕਿਡਨੀ ਸਟੋਨ, ਡਾਇਬੀਟੀਜ਼,
ਬਲੱਡ ਪ੍ਰੈਸ਼ਰ, ਆਰਥਰਾਈਟਿਸ ਅਤੇ ਗੁਪਤ ਰੋਗਾਂ ਦਾ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਤੇ ਕਾਲ ਕਰੋ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸੰਧੂ ਨੂੰ, ਜਿਨ੍ਹਾਂ ਦਾ 1973 ਤੋਂ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਦਾ ਪ੍ਰਿੰਸੀਪਲ, ਪ੍ਰੋਫੈਸਰ ਤੇ ਚੀਫ ਮੈਡੀਕਲ ਆਫੀਸਰ ਦੇ ਤੌਰ ਤੇ ਹੋਮਿਓਪੈਥਿਕ ਪ੍ਰੈਕਟਿਸ ਦਾ ਤਜਰਬਾ ਹੈ। ਕਿਸੇ ਵੀ ਬਿਮਾਰੀ ਜਾਂ ਕਿਸੇ ਵੀ ਉਮਰ ਵਿੱਚ ਇਲਾਜ ਕਰਵਾਉਂਦੇ ਜੇ ਥੱਕ ਗਏ ਹੋ ਤਾਂ ਹੋਮਿਓਪੈਥਿਕ ਦੇ ਸਿਧਾਂਤਕ ਇਲਾਜ ਲਈ ਡਾਕਟਰ ਗੁਰਦੀਪ ਸੰਧੂ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ। ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਨਾ ਝੱਖੜਾਂ ਵਿੱਚ ਨਾ ਤੂਫਾਨਾਂ ਵਿੱਚ ਸੱਚ ਦੇ ਰੱਥ ਠੱਲੇ ਨਹੀਂ ਜਾਂਦੇ। ਜਦੋਂ ਆਵਾਜ਼ ਚੀਖ ਬਣ ਜਾਵੇ, ਜਦੋਂ ਕੋਈ ਤੁਹਾਨੂੰ ਬਰਸੀਨ ਵਾਂਗ ਮਿੱਧ ਜਾਣ ਦੀ ਸੋਚੇ, ਜਾਂ ਕੋਈ ਇਹ ਸੋਚੇ ਕਿ ਬਦਲਾਂ ਤੋਂ ਪਰਾਂ ਕੁਝ ਨਹੀਂ, ਤੇ ਜਾਂ ਹੁਕਮਰਾਨ ਸਿਰਫ ਤੇ ਸਿਰਫ ਤੁਹਾਡੀ ਸੋਚ ਕਤਲ ਕਰਨਾ ਜਾਣਦਾ ਹੋਵੇ, ਜਦੋਂ ਕਲਮਾਂ ਦੀ ਨਿਭ ਟੁੱਟ ਜਾਵੇ, ਜਦੋਂ ਚੰਗੇ ਭਲੇ ਬੋਲ ਡਰ ਨਾਲ ਖੁਸ਼ਕ ਹੋ ਜਾਣ, ਤਾਂ ਸਿਰਫ ਇੱਕੋ ਰਾਹ ਬਚਦਾ ਹੈ, ਲੋਕ ਕਚਹਿਰੀ। ਇਸੇ ਲਈ ਬਾਬਾ ਨਜ਼ਮੀ ਆਖਦਾ ਹੈ ਕਿ ਬੇਹਿੰਮਤੇ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਆਉਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ। ਲੋਕ ਕਚਹਿਰੀ ਲੈ ਕੇ ਉੱਗੇ ਹਾਂ। ਜਲਦ ਹਾਜ਼ਰ ਹੋ ਰਿਹਾ ਪ੍ਰੋਗਰਾਮ ਕਚਹਿਰੀ ਲੈ ਕੇ, ਵੇਖਣਾ ਨਾ ਭੁੱਲਣਾ। ਕਚਹਿਰੀ ਵਿਦ ਹਰਵਿੰਦਰ ਰਿਆੜ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਆਰਲਿੰਗਟਨ ਟਰੱਕ ਸਟਾਪ, PNJ ਫਿਊਲ ਅਤੇ ਵੈਂਕੋ ਟਰੱਕ ਐਂਡ ਆਟੋ ਪਲਾਜ਼ਾ। ਮੁੜ ਹਾਜ਼ਰ ਹੈ ਦੋਸਤੋ, ਬਾਜ਼ ਦੀ ਪਰਵਾਜ਼ ਦੇ ਨਾਲ ਬਕਾਇਦਾ ਤੌਰ ਤੇ ਜਜ਼ਬਾ ਹੈ, ਬਕਾਇਦਾ ਤੌਰ ਦੇ ਉੱਤੇ ਅਡੋਲ ਖੜਾ ਹੈ ਵਿਦੇਸ਼ ਦਾ ਸਿੱਖ ਆਪਣੀ ਕਿਰਸਾਨੀ ਦੇ ਨਾਲ, ਔਰ ਬਕਾਇਦਾ ਤੌਰ ਤੇ ਮਾਨਵਤਾ ਦਾ ਹੋਕਾ ਦੇਣ ਵਾਲੀ ਸਿੱਖ ਕੌਮ ਜਿਹੜੀ ਆ, ਉਹ ਹਰ ਮੌਕੇ ਦੇ ਉੱਤੇ ਆਪਣੇ ਸੁਨੇਹੇ ਨੂੰ ਇਸੇ ਤਰ੍ਹਾਂ ਦਿੰਦੀ ਹੈ, ਭਾਵੇਂ ਕਿ ਸਾਨੂੰ ਵੱਖ-ਵੱਖ ਲੈਬਲਾਂ ਦੇ ਨਾਲ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭੰਡਣ ਦੀ ਕੋਸ਼ਿਸ਼ ਕੀਤੀ ਗਈ। ਬਕਾਇਦਾ ਤੌਰ ਦੇ ਉੱਤੇ ਜਦੋਂ ਫੋਮ ਫੋਇਲਿੰਗ ਪੇਪਰ ਦੇ ਨਾਲ ਢੱਕ ਦਿੱਤਾ ਗਿਆ ਵਾਸ਼ਿੰਗਟਨ DC ਦੇ ਵਿੱਚ ਮਹਾਤਮਾ ਗਾਂਧੀ ਦਾ ਬੁੱਤ, ਉਹ ਢੱਕਣ ਵਾਲੇ ਕੌਣ ਸਨ? ਲਾ ਦਿੱਤਾ ਗਿਆ ਨੌਜਵਾਨ ਪ੍ਰੋਟੈਸਟਰ। ਨੌਜਵਾਨ ਪ੍ਰੋਟੈਸਟਰਸ ਦਾ ਪੂਰੀ ਸਟੇਟਮੈਂਟ ਅੰਗਰੇਜ਼ੀ ਦੇ ਵਿੱਚ ਪ੍ਰੈਸ ਨੋਟ ਦੂਜੇ ਦਿਨ ਰਾਈਟਰ ਵੀਕਲੀ ਨੂੰ ਮਿਲਿਆ ਕਿ ਇਹ ਕਾਰਾ ਕਿਸੇ ਹੋਰ ਗੰਦੇ ਦਾ ਹੋ ਸਕਦਾ। ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਇਹ ਬਿਲਕੁਲ ਪ੍ਰੋਟੈਸਟਰ ਸਿੱਖਾਂ, ਨੌਜਵਾਨਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਨਹੀਂ ਸੀ। UGC ਡੇਵਿਸ ਯੂਨੀਵਰਸਿਟੀ ਦੇ ਵਿੱਚ ਮਹਾਤਮਾ ਗਾਂਧੀ ਦਾ ਬੁੱਤ ਤੋੜ ਦਿੱਤਾ ਗਿਆ। ਸਿੱਖ ਨਾ ਵਿਦੇਸ਼ ਦੇ ਵਿੱਚ ਹਿੰਸਕ ਹੋਏ, ਨਾ ਦੇਸ਼ ਦੇ ਵਿੱਚ ਹਿੰਸਕ ਹੋਏ। ਔਰ ਮੈਂ ਦੱਸਣਾ ਚਾਹਾਂਗਾ, ਕਿਸੇ ਵੀ ਸਿੱਖ ਜਥੇਬੰਦੀ ਨੇ ਉਸ ਦੀ ਜ਼ਿੰਮੇਵਾਰੀ ਨਹੀਂ ਲਈ। ਔਰ ਅਖੀਰ ਦੇ ਉੱਤੇ ਅਸੀਂ ਇੱਕ ਪ੍ਰੋਗਰਾਮ ਕੀਤਾ ਕਿ ਜਿਹੜੇ ਲੋਕ ਅੱਜ ਦੀ ਤਰੀਕ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਮਹਾਤਮਾ ਗਾਂਧੀ ਦਾ ਬੁੱਤ ਬਣਾ ਕੇ ਉਸ ਦੇ ਵਿੱਚ ਡੁਪਲੀਕੇਟ ਲਾਲ ਰੰਗ ਭਰ ਕੇ ਨੱਥੂ ਰਾਮ ਗੋਡਸੇ ਕੋਲੋਂ ਮਹਾਤਮਾ ਗਾਂਧੀ ਦੇ ਡੁਪਲੀਕੇਟ ਗੋਲੀ 2021 ਦੇ ਵਿੱਚ ਮਰਵਾ ਕੇ ਲੋਕਾਂ ਨੂੰ ਪ੍ਰਵੋਕ ਕਰਨ ਵਾਸਤੇ ਦਿਖਾਉਂਦੇ ਨੇ। ਔਰ UGC ਡੇਵਿਸ ਯੂਨੀਵਰਸਿਟੀ ਕੈਲੀਫੋਰਨੀਆ ਦੇ ਵਿੱਚ ਉਹ ਲੋਕਾਂ ਦੀ ਬਕਾਇਦਾ ਤੌਰ ਤੇ ਸਰਚ ਚੱਲ ਰਹੀ ਹੈ RSS ਦੀ। ਉੱਥੇ ਮਹਾਤਮਾ ਗਾਂਧੀ ਦਾ ਬੁੱਤ ਤੋੜ ਕੇ ਸਿੱਖਾਂ ਦੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਬਾਜ ਬ੍ਰੌਡਕਾਸਟਰ ਨੇ ਇਹ ਬਕਾਇਦਾ ਤੌਰ ਤੇ RSS ਨੰਗੀ ਕੀਤੀ ਕਿ ਨੱਥੂ ਰਾਮ ਗੋਡਸੇ ਦੇ ਵਾਰਿਸ ਮਹਾਤਮਾ ਗਾਂਧੀ ਦੇ ਕਾਤਲ ਇਹ ਕੰਮ ਕਰਕੇ ਸਾਡੇ ਸਿਰ ਇਲਜ਼ਾਮ ਧਰਨਾ ਚਾਹੁੰਦੇ। ਸਿੱਖ ਬਹੁਤ ਸਿਆਣਾ ਹੋ ਚੁੱਕਾ। ਮੈਂ ਸਰ ਮਿੱਕਰ ਸਿੰਘ ਜੀ ਕਿੱਧਰ ਬੈਠੇ ਨੇ? ਸਰ ਮਿੱਕਰ ਸਿੰਘ ਜੀ ਕੀ ਕਹੋਗੇ? ਬਾਜ਼ TV ਵੇਖਣ ਵਾਲੇ ਸਮੂਹ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੋ ਸਾਡਾ ਸੰਘਰਸ਼ 3 ਜਿਹੜੇ ਖੇਤੀ ਕਾਨੂੰਨ, ਇੱਕ ਪਰਾਲੀ ਵਾਲਾ ਕਾਨੂੰਨ ਤੇ ਇੱਕ ਬਿਜਲੀ ਵਾਲਾ ਕਾਨੂੰਨ ਤੇ 6ਵਾਂ ਜਿਹੜਾ MSP ਦਾ ਹੈਗਾ, ਉਹਦੇ ਕਰਕੇ ਜਿਹੜਾ ਸੰਘਰਸ਼ ਚੱਲ ਰਿਹਾ, ਉਹਦੇ ਵਿੱਚ ਦਾਸ ਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ। 26 ਤਰੀਕ ਨੂੰ ਵੀ ਦਾਸ ਉੱਥੇ ਸੀ ਅਤੇ ਉਹ ਜਿਹੜਾ ਜੋ ਵੀ ਉੱਥੇ ਵਰਤਾਰਾ ਵਰਤਿਆ, ਜੋ ਵੀ ਹੋਇਆ, ਜਿਹੜੀ ਗੱਲ ਮੈਂ ਹੁਣ ਇੱਥੇ ਮਿਸ ਦੇਖੀ ਕਿ ਜਿਹੜਾ 26 ਤਰੀਕ ਵਾਲੀ ਟਰੈਕਟਰ ਰੈਲੀ ਸੀ ਉਹ ਇੰਨੀ ਕੁ ਜ਼ਿਆਦਾ ਸਟਰੋਂਗ ਸੀ ਕਿ ਜੇ ਉਹਨੂੰ ਟੈਲੀਕਾਸਟ ਕਰਦੇ ਤਾਂ ਮਤਲਬ ਲੋਕਾਂ ਨੇ ਵਰਲਡ ਰੈਕਡ ਦੇਖਣੇ ਸੀ ਕਿ ਹੋ ਕੀ ਰਿਹਾ। 30 ਕਿਲੋਮੀਟਰ ਤੱਕ 6 ਲੇਨਾਂ ਟਰੈਕਟਰਾਂ ਦੀਆਂ ਦੇ ਜਾਮ, ਬਿਲਕੁਲ ਕਲੋਜ਼। ਲੋਕਾਂ ਨੇ ਆਪਦੇ ਮਤਲਬ ਫਲੈਟ ਬੈੱਡ ਹਾਇਰ ਕਰ ਕਰਕੇ ਉੱਥੇ ਆਪਦੇ ਟਰੈਕਟਰ ਲੈ ਕੇ ਗਏ ਅਤੇ ਸਰਕਾਰ ਦਾ ਇੱਕੋ ਹੀ ਮੋਟਿਵ ਸੀਗਾ ਕਿ ਰੈਲੀ ਨੂੰ ਅਸੀਂ ਲੋਕਾਂ ਤੱਕ ਨਹੀਂ ਜਾਣ ਦੇਣਾ। ਸੋ ਉਹ ਕਿਸੇ ਵੀ ਤਰ੍ਹਾਂ ਹੋਇਆ, ਜੋ ਵੀ ਹੋਇਆ ਉਹਦੇ 'ਚ ਉਹ ਕਾਮਯਾਬ ਰਹੇ ਆ। ਦੂਜੀ ਗੱਲ ਇਹ ਆ ਕਿ ਜਿਹੜੇ ਉੱਥੇ ਸਾਡੇ ਲੀਡਰਸ ਨੇ, ਜਿਹੜੇ ਵੀ ਉਹ ਅਗਵਾਈ ਕਰ ਰਹੇ ਆ, ਉਹ ਨੌਜਵਾਨਾਂ ਨੂੰ ਨਾਲ ਲੈ ਕੇ ਅਤੇ ਜਿਹੜੇ ਵੀ ਲੋਕ ਜਿੱਥੋਂ ਵੀ ਕੋਈ ਜਾ ਰਿਹਾ ਉਹਨੂੰ ਨਾਲ ਲੈ ਕੇ ਆਪਦੇ ਗਲਵੱਕੜੀ 'ਚ ਲੈ ਕੇ, ਕੋਈ ਕਿਸੇ ਧਰਮ ਦਾ, ਕੋਈ ਕਿਸੇ ਜਾਤ ਦਾ, ਕੋਈ ਕਿਸੇ ਸਟੇਟ ਦਾ, ਉਹਨੂੰ ਇੱਕੋ ਜਿਹਾ ਸਮਝ ਕੇ ਇੱਕੋ ਜਿਹਾ ਮਾਣ ਤਾਣ ਦੇਣ। ਬਾਕੀ ਗੱਲ ਜਿਹੜੀ ਅਗਵਾਈ ਦੀ ਅਗਵਾਈ ਉੱਥੇ ਸਤਿਗੁਰ ਆਪ ਕਰ ਰਹੇ ਆ, ਉਹ ਕੋਈ ਮਤਲਬ ਇਹ ਗੱਲ ਨਹੀਂ ਹੈ ਕਿ ਮੈਂ ਚਲਾ ਰਿਹਾ ਜਾਂ ਕੋਈ ਹੋਰ ਚਲਾ ਰਿਹਾ। ਸੋ ਸਾਰਾ ਜੋ 26 ਤਰੀਕ ਨੂੰ ਡਾਊਨਫਾਲ ਵੀ ਆਇਆ, ਫਿਰ ਮਹਾਰਾਜ ਨੇ ਆਪ ਹੀ ਕਲਾ ਵਰਤਾਈ, ਇੱਕਦਮ ਉਹਦੇ 'ਚ ਯੂ ਟਰਨ ਆ ਗਈ। ਚਲੋ ਸਤਿਗੁਰ ਆਪ ਹੀ ਖੇਡਾਂ ਖੇਡਦੇ ਆ। ਸੋ ਬਾਕੀ ਰਹੀ ਗੱਲ ਜਿੱਤ ਦੀ, ਜਿੱਤ ਤਾਂ ਸਾਡੀ ਉਦਣ ਹੀ ਹੋ ਗਈ ਸੀ ਜਿੱਦਣ ਅਸੀਂ ਸ਼ੰਭੂ ਬਾਰਡਰ 'ਤੇ ਬੈਰੀਕੇਡ ਪੱਟੇ ਸੀ। ਬਾਕੀ ਤਾਂ ਸਤਿਗੁਰ ਨੇ ਆਪੇ ਹੀ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਆਖਰੀ ਬੁਲਾਰੇ ਨੇ ਪਲਵਿੰਦਰ ਸਿੰਘ ਜੀ। ਪਲਵਿੰਦਰ ਸਿੰਘ ਜੀ ਵਾਹ ਜੀ, ਅੱਗੇ ਬੈਠੇ ਨੇ, ਠੀਕ ਹੈ। ਪਲਵਿੰਦਰ ਸਿੰਘ ਜੀ ਕੀ ਕਹੋਗੇ? ਬਾਜ TV ਦੇਖ ਰਹੇ ਸਾਰੇ ਹੀ ਦਰਸ਼ਕ, ਦਾਸ ਪਲਵਿੰਦਰਪਾਲ ਸਿੰਘ ਸੱਲਾਂ ਵੱਲੋਂ ਫਤਿਹ ਪ੍ਰਵਾਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਸਾਡੇ ਵੀਰਾਂ ਨੇ ਖੇਤੀਬਾੜੀ ਬਾਰੇ ਸਾਰਾ ਦੱਸ ਹੀ ਦਿੱਤਾ ਹੈ। ਮੈਂ ਗੱਲ ਹਿਸਟਰੀ ਦੀ ਕਰਾਂਗਾ ਕਿ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਸਾਨੂੰ ਉਸ ਟਾਈਮ ਦੇ ਕਾਰਪੋਰੇਟ ਤੋਂ ਜੋ ਸਾਰੇ ਆ ਉਹ ਜ਼ਮੀਨਾਂ ਮਲ ਕੇ ਬੈਠੇ ਸਨ, ਉਹਨਾਂ ਜਿਹੜੇ ਕਿਰਤੀ ਸਿੱਖ ਉਸ ਟਾਈਮ ਜਿਹੜੇ ਕਿਰਤੀ ਸਨ, ਜੋ ਕਿਸਾਨ ਸਨ, ਉਹਨਾਂ ਦੇ ਹਵਾਲੇ ਕੀਤੀਆਂ ਕਿ ਭਾਈ ਤੁਸੀਂ ਕੰਮ ਕਰਨ ਵਾਲੇ ਹੋ, ਕਾਮੇ ਹੋ, ਤੁਸੀਂ ਇਹ ਜ਼ਮੀਨਾਂ ਸਾਂਭੋ। ਉਸ ਟਾਈਮ ਉਹਨਾਂ ਨੇ ਸਾਨੂੰ ਇਹ ਜ਼ਮੀਨਾਂ ਜੋ ਉੱਥੋਂ ਲੈ ਕੇ ਦਿੱਤੀਆਂ ਸਨ। ਉਸ ਤੋਂ ਬਾਅਦ ਦੂਜੀ ਗੱਲ ਕਰਾਂਗਾ ਸਨ 1726 ਦੀ, ਭਾਈ ਤਾਰਾ ਸਿੰਘ ਵਾਂ ਦੀ। ਭਾਈ ਤਾਰਾ ਸਿੰਘ ਵਾਂ ਦੇਖੋ ਡਲਵਾ ਪਿੰਡ 'ਚ ਬੈਠਾ। ਉਹ ਭਾਈ ਤਾਰਾ ਸਿੰਘ ਵਾਂ ਦੇਖੋ ਉੱਥੇ ਕੁਝ ਕਿਸਾਨ ਸਨ ਜਿਹੜੇ ਜ਼ਿਮੀਂਦਾਰ ਆਪਣੇ, ਉਹਨਾਂ ਭਰਾਵਾਂ ਦੀ ਜੋ ਪੱਟੀ ਦਾ ਚੌਧਰੀ ਸੀ, ਉਹਦੀਆਂ ਜੋ ਘੋੜੀਆਂ ਸਨ ਉਹ ਉਹਨਾਂ ਦੇ ਖੇਤ ਚਰ ਜਾਂਦੀਆਂ ਸਨ, ਉਹਨਾਂ ਦੇ ਖੇਤ ਖਾ ਜਾਣੇ ਔਰ ਉਹ ਬੜੇ ਤੰਗ ਸਨ। ਉਹਨਾਂ ਨੇ ਭਾਈ ਬਘੇਲ ਸਿੰਘ ਨੂੰ ਦੱਸਿਆ। ਉਸ ਟਾਈਮ ਭਾਈ ਬਘੇਲ ਸਿੰਘ ਭਾਈ ਤਾਰਾ ਸਿੰਘ ਵਾਂ ਦੇ ਟਾਈਮ ਹੋਏ ਔਰ ਭਾਈ ਬਘੇਲ ਸਿੰਘ ਜਿਹੜੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਝੁਲਾਇਆ ਉਹ ਲੱਗਾ। ਔਰ ਇਹ ਭਾਈ ਬਘੇਲ ਸਿੰਘ ਨੇ ਉਹ ਘੋੜੀਆਂ ਫੜੀਆਂ ਉੱਥੋਂ ਰਾਤ ਨੂੰ ਔਰ ਭਾਈ ਲਖਮੀਰ ਸਿੰਘ ਜੀ ਨੂੰ ਦੇ ਕੇ ਉਹਨਾਂ ਨੇ ਦਰਿਆ ਪਾਰ ਕਰਾ ਕੇ ਘੋੜੀਆਂ ਉਹ ਸਾਰੀਆਂ ਵੇਚ ਦਿੱਤੀਆਂ ਪਟਿਆਲੇ ਜਾ ਕੇ। ਔਰ ਉਹ ਦੇਖੋ ਉਸ ਟਾਈਮ ਵੀ ਖੇਤੀ ਦਾ ਹੀ ਮੁੱਦਾ ਸੀ, ਕਿਉਂਕਿ ਉਹਨਾਂ ਦੇ ਦੇਖੋ ਕੁਝ ਕਿੱਲੇ ਜਿਹੜੇ ਖੇਤ ਚਰ ਜਾਂਦੇ ਸਨ। ਅੱਜ ਤਾਂ ਬਹੁਤ ਵੱਡਾ ਜੋ ਮੁੱਦਾ ਹੈ ਖੇਤੀ ਬਾਰੇ, ਔਰ ਉਸ ਤੋਂ ਹੀ ਉਹ ਲੜਾਈ ਹੋਈ ਸੀ ਭਾਈ ਤਾਰਾ ਸਿੰਘ ਵਾਂ ਨਾਲ। ਫਿਰ ਚੌਧਰੀਆਂ ਨੇ ਜਾ ਕੇ ਫਿਰ ਲਾਹੌਰ ਤੋਂ ਫੌਜ ਮੰਗਾਈ ਸਾਰੀ, ਉਹ ਭਾਈ ਤਾਰਾ ਸਿੰਘ ਵਾਂ ਨਾਲ ਕਿਵੇਂ ਅੱਗੇ ਜੰਗ ਕੀਤੀ। ਇਹ ਵਾਰਤਾਲਾਪ ਜੋ ਲੰਬੀ ਹੈ, ਟਾਈਮ ਥੋੜ੍ਹਾ ਹੈ। ਸੋ ਮੈਂ ਅਗਲੀ ਗੱਲ ਕਰਾਂਗਾ 1905-6 ਦੇ ਵਿੱਚ ਜਦੋਂ ਚਾਚਾ ਅਜੀਤ ਸਿੰਘ ਨੇ ਜੋ ਇਹ ਆਰੰਭਿਆ ਸੀ ਅੰਦੋਲਨ, ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਨ, ਉਹਨਾਂ ਨੇ ਵੀ ਦੇਖੋ ਕਿਵੇਂ ਜੋ ਇਹ ਅੰਦੋਲਨ ਚਲਾਇਆ ਔਰ ਇਹ ਚਲਾ ਕੇ ਦੇਖੋ 9 ਮਹੀਨੇ ਅੰਦੋਲਨ ਚੱਲਿਆ ਔਰ ਜਿੱਤ ਪ੍ਰਾਪਤ ਹੋਈ। ਉਸ ਟਾਈਮ ਗੋਰੇ ਸਨ, ਗੋਰੇ ਵੀ ਇਹੀ ਕਾਨੂੰਨ ਲੈ ਕੇ ਆਏ ਸਨ। ਅੱਜ ਦੇਖੋ ਮੈਂਟੈਲਿਟੀ ਇਹਨਾਂ ਦੀ ਸੇਮ ਹੀ ਹੈ, ਚਾਹੇ ਉਸ ਟਾਈਮ ਗੋਰੇ ਸਨ, ਚਾਹੇ ਹੁਣ ਇਹ ਇੰਡੀਅਨ ਸਰਕਾਰ ਹੈ, ਇਹ ਕੰਮ ਉਹੀ ਚੱਲ ਰਿਹਾ ਇਹਨਾਂ ਦੇ, ਕੋਈ ਬਦਲੇ ਨਹੀਂ। ਗੱਲ ਕਰਾਂਗਾ ਮੈਂ ਲਾਲ ਕਿਲ੍ਹੇ ਦੀ। ਲਾਲ ਕਿਲ੍ਹੇ ਦੇ ਕਹਿੰਦੇ ਜੀ ਨਿਸ਼ਾਨ ਸਾਹਿਬ ਚੜ੍ਹਾ ਦਿੱਤਾ। ਦੇਖੋ 47 ਤੋਂ ਪਹਿਲੇ ਜੋ ਅਸੀਂ ਆਪਣੇ ਝੰਡੇ ਬੁੰਗਿਆਂ ਥੱਲੇ ਹੀ ਸਾਰੇ ਕੰਮ ਕਰਦੇ ਰਹੇ ਹਾਂ। 47 ਤੋਂ ਪਹਿਲੇ ਸਾਰੇ ਹੀ ਕੰਮ ਝੰਡੇ ਬੁੰਗਿਆਂ ਥੱਲੇ ਕੀਤੇ ਹਨ। ਗੁਰੂ ਮਹਾਰਾਜ ਨੇ ਸਾਨੂੰ ਨਿਸ਼ਾਨ ਦਿੱਤਾ ਹੈ। ਉਹ ਸੁਪਰੀਮ ਕੋਰਟ ਦਾ ਜੋ ਵਕੀਲ ਆ ਭਾਨੂ ਪ੍ਰਤਾਪ ਸਿੰਘ, ਉਹ ਸ਼ਰੇਆਮ ਉੱਥੇ ਕਹਿ ਰਿਹਾ ਭਾਈ ਸਟੇਜ ਨੂੰ, ਇਹ ਕੋਈ ਜੁਰਮ ਨਹੀਂ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸੁਪਰੀਮ ਕੋਰਟ ਨੇ ਇਹ ਕੋਈ ਜੁਰਮ ਨਹੀਂ ਮੰਨਿਆ ਕਿ ਨਿਸ਼ਾਨ ਸਾਹਿਬ ਦੀ ਚੜ੍ਹਾ ਦਿੱਤਾ ਉੱਥੇ, ਕਿਉਂਕਿ ਤਿਰੰਗੇ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ। ਉਹ ਨਿਸ਼ਾਨ ਸਾਹਿਬ ਜਿਹੜਾ ਚਾੜਿਆ ਗਿਆ, ਤੁਸੀਂ ਖਾਲੀ ਪੋਲ ਛੱਡਿਆ ਤੇ ਤਾਂ ਹੀ ਚਾੜਿਆ ਗਿਆ ਨਾ, ਜਾਂ ਤਾਂ ਫਿਰ ਖਾਲੀ ਪੋਲ ਨਾ ਛੱਡਦੇ ਤੁਸੀਂ। ਹੋਰ ਦੇਖੋ ਜਿਹੜਾ ਉਹ ਆਪਣਾ ਲਾਲ ਕਿਲ੍ਹਾ 1639 ਦੇ ਵਿੱਚ ਬਣਿਆ,
ਉਹਨੂੰ ਬਿਲਡ ਕੀਤਾ ਕਿਹਨੇ? ਸ਼ਾਹਜਹਾਨ ਨੇ। ਉਸ ਤੋਂ ਬਾਅਦ ਉਹ ਤੁਸੀਂ ਦੇਖੋ, ਇੱਕ ਤੇ ਬਾਬਰੀ ਮਸਜਿਦ ਦੇ ਤੁਸੀਂ ਜਦੋਂ ਅਟੈਕ ਕੀਤਾ, ਸਾਰਾ ਕੁਝ ਢਾਹ ਕੇ ਆਪਣਾ ਰਾਮ ਮੰਦਿਰ ਬਣਾ ਰਹੇ ਹੋ। ਫਿਰ ਤੁਸੀਂ ਮੁਸਲਮਾਨਾਂ ਦੀਆਂ ਚੀਜ਼ਾਂ ਰਹਿ ਨਹੀਂ ਦੇਣੀਆਂ, ਤੇ ਫਿਰ ਲਾਲ ਕਿਲ੍ਹਾ ਕਿਹੜੀ ਗੱਲੋਂ ਰਹਿਣ ਦਿੱਤਾ ਗਿਆ? ਉਹ ਤਾਂ ਸ਼ਾਹਜਹਾਨ ਦਾ ਬਣਿਆ। ਸੋ ਮੈਂ ਆਪ ਜੀ ਨੂੰ ਜ਼ਰੂਰ ਇਹ ਦੱਸਾਂਗਾ ਕਿ ਸ਼ਾਹਜਹਾਨ ਤੋਂ ਬਣਿਆ ਹੋਇਆ ਅੱਗੇ ਚੱਲਿਆ ਹੁਣ ਤੱਕ ਇਹ ਡਾਲਮੀਆਂ ਨੂੰ ਦਿੱਤਾ ਗਿਆ 5 ਸਾਲ ਲੀਜ਼ ਤੇ। ਵੈਸੇ ਫਰਜ਼ ਤਾਂ ਡਾਲਮੀਆਂ ਦਾ ਬਣਦਾ ਸੀ ਵੀ ਕੇਸ ਕਰਦਾ, ਜੇ ਉਹਨੂੰ ਕੋਈ ਤੰਗੀ ਸੀ ਜਾਂ ਪਰੇਸ਼ਾਨੀ ਸੀ। ਗੌਰਮੈਂਟ ਦਾ ਤਾਂ ਰਿਹਾ ਨਹੀਂ, ਕਿ ਗੌਰਮੈਂਟ ਦਾ ਤਾਂ ਹੈ ਨਹੀਂ। ਉਹ ਇੱਕ ਲੀਜ਼ ਤੇ ਦਿੱਤਾ ਹੋਇਆ। ਜਿਸ ਤਰ੍ਹਾਂ ਆਪਾਂ ਕਈ ਵਾਰੀ ਆਪਣੇ ਜੋ ਪੰਜਾਬ ਵਿੱਚ ਹੈ, ਆਪਾਂ ਕਈ ਵਾਰੀ ਜਿਹੜੀ ਆਪਾਂ ਖੇਤੀ ਹੈ ਆਪਾਂ ਦੇ ਦਿੰਦੇ ਹਾਂ, ਜਿਵੇਂ ਕਹਿ ਲਓ ਲੀਜ਼ ਤੇ ਠੇਕੇ ਤੇ ਦੇ ਦਿੰਦੇ ਹਾਂ ਕਿ ਇਹਨੂੰ 5 ਸਾਲ ਲਈ। ਔਰ ਜੇ ਉਹਦੇ ਖੇਤ ਦੇ ਵਿੱਚ ਕੋਈ ਗੰਦ ਪਾ ਜਾਂਦਾ ਹੈ, ਕਿਉਂਕਿ ਜਿਹੜਾ ਉਹਦਾ ਮਾਲਕ ਹੈ ਉਸਨੇ ਸਾਲ ਬਾਅਦ ਠੇਕਾ ਲੈ ਜਾਣਾ ਆਪਣਾ। ਜੇ ਕੋਈ ਗੰਦ ਪਾ ਜਾਂਦਾ ਹੈ, ਮਾਲਕ ਆ ਕੇ ਕੇਸ ਨਹੀਂ ਕਰਦਾ। ਜਿਹੜਾ ਜ਼ਿਮੀਂਦਾਰ ਨੇ ਜਿਸ ਨੇ ਲਈ ਹੈ ਜ਼ਮੀਨ, ਕੇਸ ਉਹ ਕਰਦਾ ਕਿ ਭਾਈ ਮੇਰੇ ਖੇਤ 'ਚ ਗੰਦ ਪਾ ਕੇ ਗਿਆ ਹੈ। ਡਾਲਮੀਆਂ ਨੂੰ ਉਸ ਦੀ ਕੋਈ ਪ੍ਰੋਬਲਮ ਨਹੀਂ ਹੋਈ, ਡਾਲਮੀਆਂ ਨੇ ਤਾਂ ਕੋਈ ਕੇਸ ਨਹੀਂ ਕੀਤਾ। ਤੇ ਇਹ ਮੋਦੀ ਸਰਕਾਰ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੋਈ ਹੈ ਕਿ ਜਦ ਤੁਸੀਂ ਲੀਜ਼ ਤੇ ਦੇ ਦਿੱਤਾ ਬਈ ਡਾਲਮੀਆਂ ਨੂੰ ਕੋਈ ਕੇਸ ਕਰੇ। ਥੈਂਕ ਯੂ ਜੀ। ਸੋ 1 ਮਿੰਟ ਆਪ ਜੀ ਦਾ ਹੋਰ ਲਵਾਂਗਾ। ਸਿਰਫ ਮੈਂ ਕਹਿਣਾ ਚਾਹਾਂਗਾ ਜੋ ਕਿਸਾਨ ਜਥੇਬੰਦੀਆਂ ਬੈਠੀਆਂ ਹਨ ਉੱਥੇ, ਜੇ ਇਹ ਚਾਹੁੰਦੇ ਤਾਂ ਇਹ ਨਿਸ਼ਾਨ ਸਾਹਿਬ ਨੂੰ ਜਿਹੜਾ ਚਾੜਿਆ ਸੀ ਇਹ ਪੋਜ਼ਿਟਿਵ ਤਰੀਕੇ ਨਾਲ ਹੀ ਵੇਖ ਸਕਦੇ ਸਨ, ਕਿਉਂਕਿ ਉਹ ਕਹਿ ਸਕਦੇ ਸਨ ਦੇਖੋ ਜੇ ਨੌਜਵਾਨਾਂ ਨੇ ਉੱਥੇ ਨਿਸ਼ਾਨ ਸਾਹਿਬ ਚਾੜ ਦਿੱਤਾ, ਦੇਖੋ ਨੌਜਵਾਨ ਕਿੰਨੇ ਭਾਵੁਕ ਹੋਏ ਨੇ। ਤੇ ਜੇ ਤੁਸੀਂ ਮੋਦੀ ਸਾਹਿਬ ਇਹ ਕਾਨੂੰਨ ਨਾ ਕੈਂਸਲ ਕੀਤੇ, ਇਹ ਤੋਂ ਅੱਗੇ ਕੀ ਹੋ ਸਕਦਾ ਹੈ ਇਹ ਤੁਸੀਂ ਆਪ ਜਾਣੋ। ਇਹ ਤੁਸੀਂ ਆਪ ਜਾਣਦੇ, ਇਸ ਚੀਜ਼ ਨੂੰ ਪੋਜ਼ਿਟਿਵ ਥਿੰਕਸ ਵੀ ਲੈ ਸਕਦੇ ਸਨ। ਉਹ ਕਦੀ ਵੀ ਗ੍ਰਿਫਤਾਰੀਆਂ ਨਹੀਂ ਸਨ ਹੋਣੀਆਂ, ਉਹ ਗੌਰਮੈਂਟ 'ਤੇ ਵੀ ਵਧੀਆ ਪ੍ਰਭਾਵ ਪੈਣਾ ਸੀ। ਬਾਕੀ ਹੁਣ ਮੈਂ ਹੋਰ ਬਹੁਤਾ ਨਹੀਂ ਕਹਿੰਦਾ, ਇਹ ਟਾਈਮ ਮੇਰਾ ਸਮਾਪਤ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਰਿਆੜ ਸਾਹਿਬ, ਬਾਜ ਟੀਵੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ 1 ਮਿੰਟ ਦੇ ਵਿੱਚ ਪ੍ਰੋਗਰਾਮ ਨੂੰ ਬਾਈਂਡ ਅਪ ਕਰਾਂ, ਮੈਂ ਸਰਦਾਰ ਬਲਵਿੰਦਰ ਸਿੰਘ ਖਾਕ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਪਹੁੰਚੇ ਹੋਏ ਸਾਰੇ ਸਿੱਖ ਆਗੂਆਂ ਦਾ ਸਿਰਫ 1 ਮਿੰਟ ਵਾਸਤੇ ਧੰਨਵਾਦ ਬਜਾਤੇ ਖੁਦ ਆਪ ਕਰਨਾ। ਰਿਆੜ ਸਾਹਿਬ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਸਾਨੂੰ ਗ੍ਰੀਨਵੁੱਡ ਦੀ ਸੰਗਤ ਨੂੰ ਇਹ ਮੌਕਾ ਦਿੱਤਾ ਹੈ। ਹਾਂਜੀ, ਮੌਕਾ ਦਿੱਤਾ ਹੈ ਇੱਥੇ ਪਹੁੰਚ ਕੇ ਸਾਡੇ ਵਿਚਾਰ ਸੁਣੇ ਹੈ। ਬਾਕੀ ਸਾਡੇ ਵੱਲੋਂ ਜਿੰਨੇ ਵੀ ਸੰਗਤ ਆਈ ਹੈ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਅਸੀਂ ਆਪਣੇ ਵੀਰਾਂ ਨੂੰ, ਪੰਜਾਬ ਵਿੱਚ ਵਾਸੀਆਂ ਨੂੰ ਇਹ ਕਹਾਂਗੇ ਇਹ ਤਕੜੇ ਹੋ ਕੇ ਆਪਣੀ ਇਹ ਸੰਘਰਸ਼ ਲੜੋ, ਅਤੇ ਹਰ ਇੱਕ ਤਰੀਕੇ ਨਾਲ ਜੋ ਵੀ ਸਾਡੇ ਕੋਲੋਂ ਮਦਦ ਹੁੰਦੀ ਹੈ ਅਸੀਂ ਕਰਾਂਗੇ ਵੀ। ਅਸੀਂ ਤੁਹਾਡੇ ਨਾਲ ਹਰ ਇੱਕ ਤਰ੍ਹਾਂ ਸਹਿਮਤ ਹੈ ਅਤੇ ਹਰ ਇੱਕ ਸਪੋਰਟ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਕੋਈ ਵੀ ਆਪਣੇ ਪ੍ਰੋਗਰਾਮ ਦੇ ਉੱਤੇ ਤੁਹਾਡਾ ਵਿਚਾਰ ਹੈ, ਜਾਂ ਸਾਡੇ ਜਿਹੜੇ ਆਗੂ ਬੈਠੇ ਨੇ ਇੱਥੇ, ਸਾਡੇ ਸਿੱਖ ਆਗੂ ਜਿਹੜੇ ਹਰ ਢੰਗ ਦੇ ਨਾਲ ਜਿਹੜੇ ਨੇ ਉਹ ਸਪੋਰਟਰ ਨੇ, ਉਹਨਾਂ ਦੇ ਵਿਚਾਰਾਂ ਦੇ ਉੱਤੇ ਤੁਹਾਡਾ ਕੋਈ ਵੀ ਪ੍ਰਤੀਕਰਮ ਹੋਵੇ, ਬਾਜ਼ ਟੀਵੀ ਦੇ ਫੇਸਬੁੱਕ ਦੇ ਉੱਤੇ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ ਔਰ ਮੈਨੂੰ ਈਮੇਲ ਕਰ ਸਕਦੇ ਹੋ baztv@gmail.com ਦੇ ਉੱਤੇ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਫੇਰ ਮਿਲਾਂਗੇ ਇਸੇ ਤਰ੍ਹਾਂ ਕਿਸਾਨ ਅੰਦੋਲਨ ਦੀ ਵਿਦੇਸ਼ੀ ਸਮੀਖਿਆ ਲੈ ਕੇ। ਇਜਾਜ਼ਤ ਦਿਓ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਆਰਲਿੰਗਟਨ ਟਰੱਕ ਸਟਾਪ, PNJ ਫਿਊਲ ਅਤੇ ਵੈਂਕੋ ਟਰੱਕ ਐਂਡ ਆਟੋ ਪਲਾਜ਼ਾ। ਕੰਮ ਨੇ ਬਹੁਤ ਸਾਰੇ ਤੇ ਥਾਵਾਂ ਨੇ ਦੂਰ ਦੂਰ, ਪਰੇਸ਼ਾਨ ਹੋ ਗਈ ਆ ਮੈਂ। ਨਾ ਜੀ ਨਾ, ਹੁਣ ਨਹੀਂ ਹੋਣਾ ਪਰੇਸ਼ਾਨ, ਕਿਉਂਕਿ ਤੁਹਾਡੀ ਹਰ ਪਰੇਸ਼ਾਨੀ ਦਾ ਮਿਲ ਗਿਆ ਹੈ ਸਮਾਧਾਨ। ਜਾਣਾ ਹੈ ਤੁਸੀਂ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਦੇ ਸਾਹਮਣੇ, ਜਿੱਥੇ ਹੈ ਇਹ ਸਟੋਰ ਉੱਗੇ ਬਿਜ਼ਨਸਮੈਨ ਪ੍ਰੀਤਮ ਸਿੰਘ ਦਿਲਜੀਆ, ਜਿੱਥੋਂ ਤੁਸੀਂ ਟ੍ਰਾਂਸਫਾਸਟ, ਵੀਗੋ, ਵੈਸਟਰਨ ਯੂਨੀਅਨ ਮਨੀ ਰਾਹੀਂ ਭੇਜੋ ਆਪਣਿਆਂ ਨੂੰ ਪੈਸੇ ਵਰਲਡਵਾਈਡ। ਤੇ P&D ਡੇਲੀ ਗਰੋਸਰੀ ਤੋਂ ਕਰੋ ਫਟਾਫਟ ਨਾਲ ਸ਼ਾਪਿੰਗ, ਤੇ ਜੇ ਲੱਗੇ ਭੁੱਖ ਤਾਂ ਇੱਥੇ ਹੀ ਕਰੋ ਬ੍ਰੇਕਫਾਸਟ ਤੇ ਲੰਚ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ। ਸੁਹਾਗ ਜੁਐਲਰਸ, ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ, ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ਟ੍ਰੀ ਰੋਡ, ਇਸਲਿਨ, ਨਿਊ ਜਰਸੀ। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 ਓਕ ਟ੍ਰੀ ਰੋਡ, ਇਸਲਿਨ, ਨਿਊ ਜਰਸੀ। ਕੱਲਾ ਕੱਲਾ ਇਹ ਸੰਘਰਸ਼ਾਂ ਦਾ ਰਾਤ
ਭਾਰਤੀ ਕਿਸਾਨਾਂ ਦੀ ਹਿਮਾਇਤ, ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਤੇ ਭਾਰਤ ਸਰਕਾਰ ਤੇ ਆਪਣਾ ਪ੍ਰੈਸ਼ਰ ਬਣਾਉਣ ਲਈ ਨਿਊਯਾਰਕ ਤੇ ਨਿਊਜਰਸੀ ਦੇ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ, ਸੰਗਤ ਤੇ ਯੂਥ ਵੱਲੋਂ 6 ਮਾਰਚ ਦਿਨ ਸ਼ਨੀਵਾਰ ਸਵੇਰੇ 11 ਵਜੇ ਤੋਂ 2 ਵਜੇ ਤੱਕ 64 ਸਟਰੀਟ ਐਂਡ 5th ਐਵੇਨਿਊ ਵਿਖੇ ਇੰਡੀਅਨ ਐਮਬੈਸੀ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਸੋ ਸਾਰੇ ਸਿੱਧਾ 64 ਸਟਰੀਟ ਐਂਡ 5th ਐਵੇਨਿਊ ਵਿਖੇ ਪਹੁੰਚੋ ਤੇ ਇਸ ਜ਼ੋਰਦਾਰ ਪ੍ਰੋਟੈਸਟ ਦਾ ਹਿੱਸਾ ਬਣੋ ਜੀ। ਜਿੱਤੂਗਾ ਪੰਜਾਬ ਮੈਚ ਚੋਟੀ ਦਾ, ਕਿੱਥੋਂ ਹਾਰਦੇ ਆ ਮਸਲਾ ਏ ਰੋਟੀ ਦਾ। ਜਿੱਤੂਗਾ ਪੰਜਾਬ ਮੈਚ ਚੋਟੀ ਦਾ, ਕਿੱਥੋਂ ਹਾਰਦੇ ਆ ਮਸਲਾ ਏ ਰੋਟੀ ਦਾ। P&J Fuel Wholesaler of gasoline and diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. ਇਸ ਪ੍ਰੋਗਰਾਮ ਦੇ ਸਪਾਂਸਰ ਨੇ ਫਿਊਲ 1 ਅਤੇ ਟੀਬੀ ਟਰਾਂਸਪੋਰਟ। ਪ੍ਰੋਗਰਾਮ ਦੇ ਸਪਾਂਸਰ ਨੇ ਫਿਊਲ 1 ਅਤੇ ਟੀਬੀ ਟਰਾਂਸਪੋਰਟ।